ਗੁਰਬਾਣੀ 'ਚ ਇਹਦਾ ਵੱਖਰਾ ਅਰਥ ਹੈ। ਭਜਨ ਦਾ ਮਤਲਬ ਮਾਲਾ ਫੇਰਨਾ ਨਹੀਂ ਹੁੰਦਾ, ਜਾਂ ਕੋਈ ਮੰਤਰ ਜਾਪ ਕਰਨਾ ਨਹੀਂ ਹੁੰਦਾ। ਮਾਲਾ ਨਾਲ ਜਾਪ ਕਰਦੇ ਨੇ, ਫੇਰ ਕੇ ਬਿਨਾਂ ਮਾਲਾ ਤੇ ਵੀ ਜਾਪ ਕਰਦੇ ਨੇ, ਸਮਾਧੀ ਵੀ ਲਾਉਂਦੇ ਨੇ। ਇਹ ਭਜਨ ਇਹਨੂੰ ਨਹੀਂ ਕਹਿੰਦੇ। ਭਜਨ ਦਾ ਮਤਲਬ ਹੁੰਦਾ ਜੁੜਨਾ। ਭਜੋ ਦਾ ਹੁੰਦਾ ਜੁੜ ਕੇ ਰਹੋ, ਇੱਕ ਮਨ ਇੱਕ ਚਿੱਤ ਹੋ ਕੇ ਰਹੋ। ਭਜੋ ਗੋਬਿੰਦ, ਆਪਣੇ ਅੰਦਰ ਲੈ ਅੰਤਰਾਤਮਾ ਨਾਲ ਜੁੜ ਕੇ ਰਹੋ, ਆਪਣੇ ਅੰਤਰਾਤਮਾ ਦੀ ਆਵਾਜ਼ ਨਾਲ ਜੁੜ ਕੇ ਰਹੋ। ਭਜੋ ਗੋਬਿੰਦ, ਭੂਲ ਮਤ ਜਾਓ, ਇਹ ਗੱਲ ਮਤ ਭੁੱਲਿਓ। ਅੰਤਰਾਤਮਾ ਨਾਲ ਜੁੜ ਕੇ ਰਹੋ, ਅੰਤਰਾਤਮਾ ਦੀ ਆਵਾਜ਼ ਅਨੁਸਾਰ ਜੀਵਨ ਬਤੀਤ ਕਰੋ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਗੋਬਿੰਦ ਨਾਲ ਜੁੜ ਕੇ ਰਹੋ, ਜੁੜੇ ਰਹੋ, ਸੱਚ ਨਾਲ ਜੁੜੇ ਰਹੋ, ਗੁਰਬਾਣੀ ਨਾਲ ਜੁੜੇ ਰਹੋ। ਇਹ ਗੱਲ ਭੁੱਲਣ ਵਾਲੀ ਨਹੀਂ, ਇਹਨੂੰ ਨਹੀਂ ਭੁੱਲਣਾ ਚਾਹੀਦਾ, ਇਹਨੂੰ ਭੁੱਲਣਾ ਜਾਇਓ। ਮਾਨਸ ਜਨਮ ਜਿੰਨਾ ਚਿਰ ਹੈਗਾ ਮਨੁੱਖਾ ਜਨਮ ਦਾ ਇਹੀ ਲਾਹਾ, ਹੋਰ ਇਹ 'ਚ ਜਿਹੜਾ ਲਾਹਾ ਕੋਈ ਨਹੀਂ। ਜਿਹੜਾ ਦੁਨੀਆ ਦੇ ਵਿੱਚ ਅਸੀਂ ਲਾਹਾ ਮੰਨੀ ਬੈਠੇ, ਉਹ ਲਾਹਾ ਨਹੀਂ। ਲਾਹਾ ਉਹ ਹੁੰਦਾ ਜਿਹੜਾ ਨਾਲ ਲੈ ਕੇ ਜਾਣਾ। ਜੋ ਚੀਜ਼ ਨਾਲ ਨਹੀਂ ਜਾਣੀ ਉਹ ਲਾਹਾ ਨਹੀਂ। ਸੰਸਾਰ 'ਚ ਲੈ ਜਾਣਾ ਉਹ ਲਾਹਾ ਹੈ, ਜੋ ਛੱਡ ਜਾਣਾ ਉਹ ਲਾਹਾ ਨਹੀਂ ਹੈ। ਹਾਂਜੀ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਿੰਨਾ ਚਿਰ ਬੁਢਾਪਾ ਨਹੀਂ ਆ ਜਾਂਦਾ, ਇਹ ਕਾਲ ਜਿਹੜਾ ਹੈਗਾ ਕਾਇਆ ਨੂੰ ਗ੍ਰਸ ਨਹੀਂ ਲੈਂਦਾ, ਆਤਮਾ ਨੂੰ ਕਾਲ ਪਕੜ ਨਹੀਂ ਲੈਂਦਾ। ਜਾਂ ਕਾਲ ਗ੍ਰਸ ਲੈਂਦਾ ਤਾਂ ਸੁਰਤ ਮਾਰੀ ਜਾਂਦੀ ਹੈ, ਫਿਰ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਜਾਂਦਾ, ਹੋਸ਼ ਨਹੀਂ ਰਹਿੰਦੀ ਉਹਨੂੰ। ਕਾਲ ਗ੍ਰਸੀ ਨਹੀਂ ਕਾਇਆ। ਜਬ ਲਗ ਬਿਕਲ ਭਈ ਨਹੀਂ ਬਾਣੀ। ਜਿੰਨਾ ਚਿਰ ਤੁਹਾਡੀ ਜਿਹੜੀ ਬਾਣੀ ਹੈ, ਬੋਲ ਹੈ, ਠੀਕ ਠਾਕ ਬੋਲਦੇ ਹੋ ਤੁਸੀਂ। ਬਹੁਤ ਸਿਆਣਾ ਹੋ ਜਾਂਦਾ, ਬੋਲ ਵੀ ਨਹੀਂ ਹੁੰਦਾ, ਬੋਲ ਨਹੀਂ ਨਿਕਲਦਾ ਸ਼ੁੱਧ। ਬਿਕਲ ਭਈ, ਵਿਕਲ ਹੁੰਦਾ ਯਾਨੀ ਜਿਹੜੀ ਗੱਲ ਸਮਝ 'ਚ ਨਾ ਆਵੇ ਨਾ, ਆਪਾਂ ਕਹਿੰਦੇ ਬੇਅਕਲ ਹੈ। ਜਿਹੜੀ ਗੱਲ ਆਪਾਂ ਬੋਲਦੇ ਹਾਂ ਦੂਏ ਨੂੰ ਸਮਝ ਨਹੀਂ ਆਈ ਕੀ ਹੈ, ਉਹ ਜਦੋਂ ਇਹੋ ਜਿਹੀ ਬਾਣੀ ਹੋ ਜਾਂਦੀ ਫਿਰ ਵਿਕਲ ਬਾਣੀ। ਭਜ ਲੈ ਰੇ ਮਨ ਸਾਰੰਗ ਪਾਣੀ। ਉਹਨਾਂ ਚਿਰ ਮਨ ਨੂੰ ਕਿਹਾ ਤੂੰ ਐਂ ਜੁੜਿਆ ਰਹਿ ਜਿਵੇਂ ਬਬੀਹਾ ਪਾਣੀ ਨੂੰ ਯਾਦ ਕਰਦਾ ਨਾ। ਪਾਣੀ ਪਾਣੀ ਹਰ ਵਕਤ ਅਮਲੀ ਦੇ ਅਮਲ ਚਿੱਤ 'ਚ ਰਹਿੰਦਾ, ਬਬੀਹੇ ਦੇ ਪਾਣੀ ਚਿੱਤ 'ਚ ਰਹਿੰਦਾ। ਬਬੀਹੇ ਨੂੰ ਪਾਣੀ ਦੀ ਚਿੰਤਾ ਰਹਿੰਦੀ ਹੈ ਹਰ ਵੇਲੇ, ਚਾਹੇ ਉਹਦੇ ਕੋਲ ਪਾਣੀ ਹੋਵੇ ਚਾਹੇ ਨਾ ਹੋਵੇ। ਜਿਵੇਂ ਬਬੀਹਾ ਪਾਣੀ ਦੇ ਨਾਲ ਪਾਣੀ ਪਾਣੀ ਕਰਦਾ, ਐਂ ਤੂੰ ਚੇਤਾ ਰੱਖ। ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਜੇ ਤੂੰ ਹੁਣ ਨਹੀਂ ਜੁੜੇਗਾ, ਫਾਇਦਾ ਮਤਲਬ ਜੁੜਨਾ ਹੁੰਦਾ। ਜੇ ਹੁਣ ਨਹੀਂ ਜੁੜ ਕੇ ਇੱਕ ਹੋਣਾ ਨੇ, ਫਿਰ ਤਾਂ ਤੂੰ ਦਾਲੇ ਰਹਿ ਜਾਏਗਾ। ਜੇ ਹੁਣ ਨਾ ਇੱਕ ਹੋਇਆ ਫਿਰ ਕਦ ਇੱਕ ਹੋਏਗਾ। ਇੱਕ ਹੋਣਾ ਸਭ ਤੋਂ ਬੜੀ ਸਮਝ ਲਓ ਉਪਲਬਧੀ ਹੈ ਸੰਸਾਰ 'ਚ ਜੋ ਅਸੀਂ ਲੈਣਾ ਹੈ। ਇੱਕ ਹੋਣਾ, ਇੱਕ ਹੁਣ ਇੱਕ ਜਦ ਹੋਊਗਾ, ਜਦ ਪੂਰਾ ਹੋ ਜਾਊਗਾ। ਪੂਰਾ ਹੋ ਕੇ ਕਹੂ ਹੁਣ ਇੱਕ ਆਇਆ ਜਦ ਵੀ ਸੀ, ਅਧੂਰਾ ਸੀ, ਇੱਕ ਕੱਚਾ ਸੀ। ਹੁਣ ਪੂਰਾ ਹੋਏ ਬਿਨਾਂ ਇੱਕ ਨਹੀਂ ਹੋ ਸਕਦਾ। ਸਰੀਰ 'ਚ ਜੇ ਇੱਕ ਹੋਊਗਾ ਪੂਰਾ ਪਹਿਲਾਂ ਹੋਊਗਾ, ਇੱਕ ਬਾਅਦ 'ਚ ਹੋਊਗਾ। ਇਹਦਾ ਗਿਆਨ ਪੂਰਾ ਹੋਊਗਾ। ਪੂਰੇ ਹੋਣ ਦਾ ਮਤਲਬ ਹੈ ਜੋ ਗਿਆਨ ਦੀ ਕਮੀ ਹੈ, ਤਿੰਨ ਲੋਕ ਦਾ ਗਿਆਨ ਹੋਏ ਬਿਨਾਂ, ਗੁਰਬਾਣੀ ਸਾਰੀ ਸਮਝੇ ਬਿਨਾਂ ਕੋਈ ਨਹੀਂ ਸਕਦਾ। ਇੱਕ ਹੋਏ ਬਿਨਾਂ, ਇੱਕ ਹੋਣਾ ਹੀ ਸਾਡਾ ਟਾਰਗੇਟ ਹੈ। ਇੱਕ ਹੋਏ ਤਾਂ ਉੱਗਵੇ, ਕਮ ਤੋਂ ਕਮ ਤੋਂ ਇੱਕ ਤਾਂ ਹੋ। ਉੱਗਣ ਵਾਲੀ ਗੱਲ ਤਾਂ ਬਾਤ ਦੀ ਹੈ, ਉੱਗਣ ਵਾਲੀ ਗੱਲ ਤੇਰੇ ਵਾਸਤੇ ਨਹੀਂ ਹੈ, ਉਹਦੀ ਕਿਰਪਾ ਦੀ। ਉਹ ਮੌਸਮ ਉਹਨੇ ਬਾਰਿਸ਼ ਪੈਣੀ ਨਾ ਪੈਣੀ ਹੈ ਪਰਮੇਸ਼ਰ ਦੇ ਅਖਤਿਆਰ ਹੈ, ਤੇਰੇ ਅਖਤਿਆਰ ਨਹੀਂ ਹੈ, ਕਿਸੇ ਦੇ ਅਖਤਿਆਰ ਨਹੀਂ ਹੈ। ਇੱਕ ਹੋਣਾ ਤੇਰੇ ਅਖਤਿਆਰ ਹੈ, ਇੱਕ ਹੋ ਕੇ ਰਹਿਣਾ ਇਹਦੇ ਅਖਤਿਆਰ ਹੈ, ਅੱਗੇ ਇਹਦੇ ਅਖਤਿਆਰ ਨਹੀਂ।
ਜੋ ਕੁਛ ਕਰੇ ਸੋਈ ਅਬਸਾਰ, ਫਿਰ ਪਛਤਾਓ ਨਾ ਪਾਵੋ ਪਾਰ। ਜੋ ਹੁਣ ਕਰੇਗਾ ਉਹੀ ਤੇਰੇ, ਸਮਝ ਲਓ, ਤੇਰੇ ਵਾਸਤੇ ਸਾਰ ਚੀਜ਼ ਹੈ, ਉਹੀ ਤੇਰੇ ਵਾਸਤੇ ਅਸਲੀ ਹੈ ਜੋ ਹੁਣ ਕਰੇਗਾ। ਚਾਹੇ ਤਾਂ ਘਾਟਾ ਪਾ ਲਿਆ, ਉਹ ਵੀ ਅਸਲੀ ਘਾਟਾ ਪੈ ਗਿਆ, ਫਿਰ ਜੇ ਪਾ ਲਿਆ। ਵਾਧਾ ਕਰ ਲਿਆ ਤਾਂ ਵਾਧਾ, ਗਿਆਨ 'ਚ ਵਾਧਾ ਹੋ ਗਿਆ ਜਾਂ ਗਿਆਨ 'ਚ ਘਾਟਾ ਹੋ ਗਿਆ। ਬੁੱਧੀ ਦਾ ਨਾਸ਼ ਕਰ ਲਿਆ ਜਾਂ ਬੁੱਧੀ ਦਾ ਵਿਕਾਸ ਕਰ ਲਿਆ। ਬੁੱਧ ਨੂੰ ਵਿਵੇਕ ਬੁੱਧੀ ਤੱਕ ਲੈ ਗਿਆ ਜਾਂ ਜਿਹੜੀ ਜਿੰਨੀ ਕਹਿ ਗਈ ਇਹ ਵੀ ਗੋਲੀ। ਵਿਦਵਾਨਾਂ ਦੀ ਬੁੱਧ ਵੀ ਗੋਈ ਜਾਂਦੀ ਹੈ। ਜਿਹੜੇ ਬਹਿਸ ਕਰਦੇ ਨੇ ਲੋਕ, ਵਿਦਵਾਨ ਬਹਿਸ 'ਚ ਪੈ ਜਾਂਦੇ ਨੇ। ਜਿਹੜੇ ਵਿਦਵਾਨ ਬਹਿਸ 'ਚ ਨਹੀਂ ਪੈਂਦੇ ਉਹਨਾਂ ਦੀ ਨਹੀਂ ਗਵਾ ਹੁੰਦੀ। ਜਿਹੜੇ ਬਹਿਸ ਵਿੱਚ ਪੈ ਜਾਂਦੇ ਨੇ, ਬਾਦ ਵਿਵਾਦ 'ਚ ਪੈ ਜਾਂਦੇ ਨੇ, ਉਹਨਾਂ ਦੀ ਬੁੱਧ ਦਾ ਨਾਸ ਹੋ ਜਾਂਦਾ। ਖੋਜੀ ਉਪਜਾ ਬਾਦੀ ਬਿਰਸ, ਬਾਦੀ ਦੀ ਬੁੱਧ ਬਿਰਸ ਜਾਂਦੀ ਹੈ, ਨਾਸ ਹੋ ਜਾਂਦੀ। ਬਾਦ ਕੌਣ ਹੁੰਦਾ? ਬਾਦ ਵਿਵਾਦ ਕੌਣ ਹੁੰਦਾ? ਸੱਚ ਦਾ ਗਿਆਨ ਨਹੀਂ, ਐਵੇਂ ਸਿਰ ਅੜਾਈ ਜਾਣਾ। ਸਿਰ ਅੜਾਈ ਜਾਣਾ ਸੱਚ ਦਾ ਗਿਆਨ ਹੈ ਜੀ। ਪੱਲੇ ਕੁਝ ਵੀ ਨਹੀਂ, ਸਿਰ ਐਵੇਂ ਅੜਾਈ ਜਾਣਾ, ਇਹ ਬਾਦੀ ਨੇ। ਜਿਹੜੇ ਸਿੱਖੀ ਦੀਆਂ ਗੱਲਾਂ ਕਰਦੇ ਨੇ ਬਾਦੀ ਨੇ ਸਭ। ਜੇ ਤੁਹਾਨੂੰ ਸਿੱਖੀ ਦਾ ਗਿਆਨ ਹੀ ਨਹੀਂ ਹੈ, ਤੁਸੀਂ ਸੁਣ ਲਓ, ਸੁਣ ਕੇ ਡਿਵੈਲਪ ਕਰ ਲਓ। ਤੁਸੀਂ ਉਹ ਮੰਨੀ ਬੈਠੇ ਹੋ ਤਾਂ ਸਿੱਖੀ ਹੈ ਨਹੀਂ। ਜਾਂ ਤੁਸੀਂ ਲੋਕਾਂ ਨੂੰ ਬਣਾਓ, ਸਿੱਖੀ ਬਣਾਓ, ਸਵਾਲ ਨਾ ਕਰੋ। ਆ ਵੀ ਗਲਤ ਹੈ, ਆ ਵੀ ਗਲਤ ਹੈ, ਆ ਵੀ ਗਲਤ ਹੈ। ਤੁਸੀਂ ਠੀਕ ਦੱਸ ਦਿਓ, ਗਲਤ ਨੂੰ ਰਹਿਣ ਦਿਓ। ਸਭ ਕੁਝ ਗਲਤ ਹੈ, ਠੀਕ ਦੱਸ ਦਿਓ ਕੀ ਹੈ। ਜਦ ਤੁਸੀਂ ਠੀਕ ਦੱਸੋਗੇ ਆਪੇ ਸਾਰਾ ਗਲਤ ਪਤਾ ਲੱਗ ਜੂ ਲੋਕਾਂ ਨੂੰ। ਠੀਕ ਇੱਕ ਗੱਲ ਨਹੀਂ ਦੱਸਦੇ, ਗਲਤ ਸਾਰਾ ਕਹੀ ਜਾਂਦੇ ਨੇ। ਇਹ ਵਾਦੀ ਨੇ ਸਭ। ਕਾਲਾ ਬਗਾਨਾ ਹੀ ਕਰਦਾ ਰਿਹਾ, ਹੋਰ ਕੀ ਕਰਦਾ ਰਿਹਾ। ਉਹਦੇ ਵਿਰੋਧ 10 ਬੁਲਾਉਂਦੇ ਖੜੇ ਨੇ, ਇਹੀ ਖੜੇ ਨੇ। ਠੀਕ ਤਾਂ ਕੁਝ ਵੀ ਨਹੀਂ ਉਹਨਾਂ ਨੂੰ ਪਤਾ, ਠੀਕ ਤਾਂ ਕੁਝ ਵੀ ਨਹੀਂ ਦੱਸਦੇ। ਤੁਸੀਂ ਠੀਕ ਦੱਸ ਦਿਓ ਕੀ ਹੈ, ਬਾਕੀ ਸਾਰਾ ਗਲਤ ਹੈ। ਬਸ ਜੋ ਤੁਸੀਂ ਦੱਸੋਗੇ ਠੀਕ ਹੋ, ਠੀਕ ਹੈ, ਬਾਕੀ ਗਲਤ ਹੈ। ਪਰ ਠੀਕ ਦੱਸੋ, ਗਲਤ ਨਾ ਦੱਸੋ। ਗਲਤ ਦੱਸਣ ਦੀ ਲੋੜ ਹੀ ਨਹੀਂ ਹੈ, ਗਲਤ ਆਪੇ ਪਤਾ ਲੱਗ ਜੂਗਾ। ਨਾਲ ਠੀਕ ਦੱਸੋ, ਨਾਲ ਗਲਤ ਦੱਸੀ ਜਾਓ। ਠੀਕ ਦਾ ਕੋਈ ਦੱਸਦੇ ਨਹੀਂ, ਇਹ ਵਾਦੀ ਨੇ। ਜੋ ਕੁਛ ਕਰੇ ਸੋਈ ਅਬਸਾਰ, ਫਿਰ ਪਛਤਾਓ ਨਾ ਪਾਵੋ ਪਾਰ। ਜੋ ਹੁਣ ਕਰੇਗਾ ਉਹੀ ਸਾਰ ਹੈ, ਉਹੀ ਰਿਜ਼ਲਟ ਹੈ ਤੇਰਾ। ਸਾਰ ਰਿਜ਼ਲਟ ਹੈ ਹੁੰਦਾ, ਉਹ ਰਿਜ਼ਲਟ ਤੇਰੇ ਨਾਲ ਚਲੇ ਜਾਣਾ। ਇਹ ਕੁਛ ਨਹੀਂ ਹੈ ਉੱਥੇ, ਲੇਖਾ ਲੁਖਾ ਔਰ ਕੁਛ ਨਹੀਂ ਜਾਂਦਾ। ਜਿੰਨੀ ਬੁੱਧੀ ਨਾਸ ਕਰ ਲਈ, ਬਾਜ਼ਾਰ ਚਲਿਆ ਗਿਆ। ਜੀਵਨ ਆਦਮੀ ਜਿਉਂਦਾ, ਕਮਾਉਂਦਾ ਵੀ ਹੈ, ਖਰਚਦਾ ਵੀ ਹੈ। ਪਿੱਛੋਂ ਦੇਖੋ ਬਚਿਆ ਕੀ ਹੈ, ਸਵਾਲ ਤਾਂ ਇਹ ਹੈ। ਕਮਾਈ ਖਰਚ ਤਾਂ ਚੱਲਦਾ ਹੀ ਰਹਿਣਾ। ਰਿਜ਼ਲਟ ਇਹ ਹੈ ਕਿ ਐਂਡ ਦੇ ਵਿੱਚ ਉਹਦੇ ਕੋਲ ਬਚਿਆ ਕੀ? ਉਹਦੀ ਜੇਬ 'ਚ ਹੈ ਕੁਛ, ਘਾਟਾ ਪਾ ਲਿਆ, ਕਰਜ਼ਾ ਲੈ ਕੇ ਛੱਡ ਗਿਆ ਨਿਆਣਿਆਂ ਨੂੰ, ਜਾਂ ਕੁਛ ਜਮ੍ਹਾਂ ਕਰਕੇ ਛੱਡ ਗਿਆ। ਚਲੋ ਉਹਦਾ ਸੰਸਾਰੀ ਧਨ ਤਾਂ ਇੱਥੇ ਹੀ ਛੱਡ ਜਾਣਾ। ਰੋਜ਼ ਦਾ ਰੋਜ਼ ਹਿਸਾਬ ਹੋ ਜਾਂਦਾ, ਹਰ ਮਿੰਟ ਸਕਿੰਟ ਦਾ ਨਾਲ ਦੀ ਨਾਲ ਹਿਸਾਬ ਹੋ ਜਾਂਦਾ। ਕੋਈ ਹਿਸਾਬ ਨਹੀਂ ਹੈ। ਅਸੀਂ ਬੁੱਧੀ ਆਪਣੇ ਅੰਦਰ ਚਾਨਣ ਵਧਾ ਲਿਆ ਜਾਂ ਘਟਾ ਲਿਆ, ਬਸ। ਭਰਮ ਪੈਦਾ ਕਰ ਲਿਆ ਜਾਂ ਭਰਮ ਦਾ ਨਾਸ਼ ਕਰ ਲਿਆ। ਜਿੰਨਾ ਭਰਮ ਦਾ ਨਾਸ਼ ਕਰ ਲਿਆ ਉਹਨਾਂ ਰਹਾ ਹੋ ਗਿਆ, ਜਿੰਨਾ ਭਰਮ ਹੋਰ ਪੈਦਾ ਹੋ ਗਿਆ ਉਹਨਾਂ ਨੁਕਸਾਨ ਹੋ ਗਿਆ। ਸੰਤ ਸਾਰੇ ਭਰਮ ਪੈਦਾ ਕਰ ਰਹੇ ਨੇ। ਭਰਮ ਪੈਦਾ ਕਰਨਾ ਅਪਰਾਧ ਹੈ, ਨੁਕਸਾਨ ਕਰਨਾ ਲੋਕਾਂ ਦਾ। ਇਹਦੇ ਕਰਕੇ ਕਬੀਰ ਕਹਿੰਦਾ ਜਹ ਗਿਆਨ ਤੈ ਭਰਮ ਧਰਮ ਹੈ। ਜਿਹੜੇ ਗਿਆਨ ਨਹੀਂ ਦਿੰਦੇ ਉਹ ਧਰਮ ਨਹੀਂ ਹੈ, ਧਾਰਮਿਕ ਲੋਕ ਨਹੀਂ ਹਨ। ਜਿਹੜੇ ਭਰਮ ਦਾ ਨਾਸ਼ ਨਹੀਂ ਕਰਦੇ, ਗੁਰੂ ਕਹਾਉਂਦੇ ਨੇ। ਉਹਨਾਂ ਨੂੰ ਕਹਿੰਦਾ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਉਹ ਗੁਰੂ ਬਣੇ ਬੈਠੇ ਨੇ, ਸੰਤ ਬਣੇ ਬੈਠੇ ਨੇ, ਉਹਦੀ ਮਾਂ ਦਾ ਸਿਰ ਮੁੰਨ ਦਿਓ। ਦੇਖੋ ਕਿੱਡੀ ਬੜੀ ਗਾਲ ਕੱਢੀ ਹੈ ਕਬੀਰ ਨੇ। ਗੁਰਬਾਣੀ ਕਿੱਡੀ ਬੜੀ ਗਾਲ ਕੱਢਦੀ ਆ। ਕੰਮ ਉਹੀ ਕਰੀ ਜਾਂਦੇ ਨੇ, ਫਿਰ ਵੀ ਕੰਮ ਨਹੀਂ ਹਟੇ। ਅਸਲ 'ਚ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਅਰਥ ਕੀ ਹੈ। ਮਾਈ ਮੁੰਡੋ ਤੇ ਗੁਰੂ ਕੀ, ਮਾਈ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਜਿਹੜਾ ਭਰਮ ਨਹੀਂ ਨਾ ਦੂਰ ਕਰ ਸਕਦਾ, ਸੰਤ ਕਹਾਉਂਦਾ, ਗੁਰੂ ਕਹਾਉਂਦਾ, ਉਹਦੀ ਮਾਂ ਦਾ ਸਿਰ ਮੁੰਨ ਦਿਓ। ਮਾਂ ਦਾ ਸਿਰ ਦਾ ਮਤਲਬ ਇਹ ਨਹੀਂ ਉਹਦੀ ਮਾਂ ਦਾ ਸਿਰ ਮੁੰਨ ਦਿਓ। ਮਾਂ ਤਾਂ ਉਹਦੀ ਹੋ ਸਕਦਾ ਮਰ ਗਈ ਹੋਵੇ, ਮਤ ਹੋਵੇ ਹੀ ਨਾ। ਸੰਤ ਦਾ ਉਹੀ ਉਹਨੇ ਮਾਂ ਦਾ ਛੱਡਿਆ, ਉਹਨੇ ਘਰ। ਮਾਂ ਦਾ ਕੀ ਕਸੂਰ?
ਉਹਦੀ ਜਿਹੜੀ ਮੱਤ ਦਾ ਪ੍ਰਚਾਰ ਕਰਦਾ ਉਹਨੂੰ ਨੰਗਾ ਕਰ ਦਿਓ, ਉਹਨੂੰ ਉਹਦਾ ਸਾਰਾ ਖੰਡਨ ਕਰ ਦਿਓ ਵੀ ਸਭ ਝੂਠ ਹੈ ਇਹ। ਉਹਦਾ ਝੂਠ ਦਾ ਹਾਰ ਪਰਾ ਉਹਦੇ ਗਲ 'ਚ ਪਾ ਦਿਓ ਇਹ ਝੂਠ ਹੈ। ਜੋ ਕੁਝ ਕਰ ਰਹੇ ਨੇ ਸੰਤ, ਜੋ ਕੁਝ ਕਰ ਰਹੇ ਨੇ ਹੋ ਰਿਹਾ ਗੁਰਦੁਆਰਿਆਂ ਨੇ ਪ੍ਰਚਾਰ, ਉਹ ਜਿਹੜੀ ਮੱਤ ਹੈ ਗੁਰਬਾਣੀ ਉਹਨਾਂ ਮੱਤਾਂ ਦਾ ਸਿਰ ਹੀ ਬੁਣ ਰਹੀ ਹੈ ਜਿਹੜੀਆਂ ਮੱਤਾਂ ਉਸ ਵੇਲੇ ਸੀ। ਉਹ ਪਖੰਡਵਾਦ ਦਾ ਖੰਡਨ ਕਰਨਾ ਉਹਦਾ ਸਿਰ ਬੁਣ ਰਹੀ ਹੈ, ਕਿਉਂਕਿ ਪਖੰਡਵਾਦ ਹੀ ਉਹਨਾਂ ਦਾ ਸਿਰ ਗੁੰਦਦੇ ਨੇ। ਝੂਠ ਬੋਲ ਕੇ ਗੁੰਦ ਕੇ ਸਿਰ ਮੂਹਰੇ ਖੜਾ ਕਰਤਾ ਤੁਹਾਨੂੰ ਨਕਸ਼ਾ ਬਣਾ ਕੇ। ਝੂਠ ਦੇ ਕਿਲੇ ਇਹਨਾਂ ਦੇ ਬਣਾਏ ਹੋਏ ਸਾਖੀਆਂ ਸਭ ਝੂਠ ਦੇ ਆਧਾਰਿਤ ਨੇ। ਉਹ ਗੁੰਦਲੇ ਜਾਂ ਗੁੰਦ ਕੇ ਮੂਹਰੇ ਖੜਾ ਕਰਤਾ ਨਕਸ਼ਾ ਜਿਹਾ। ਫਿਰ ਪਛਤਾਓ ਨਾ ਪਾਵੋ ਪਾਰ, ਫਿਰ ਪਛਤਾਓਗੇ। ਦੂਜਾ ਪਾਸ ਕਿਨਾਰਾ ਨਹੀਂ ਦੇਖਣਾ, ਪਾਰ ਹੁੰਦਾ ਦਰਿਆ ਦੇ ਕੰਢੇ ਜਾ ਕੇ ਪਰਲਾ ਪਾਰ ਪਹਿਲਾਂ ਹੀ ਦੇਖਣ ਲੱਗ ਜਾਂਦਾ। ਦਰਿਆ ਨੀਵਾਂ ਚੱਲਦਾ ਹੁੰਦਾ ਨਾ। ਫਰੀਦ ਕਹਿੰਦਾ ਦਰਿਆਵੇ ਦਾ ਜਿਹੜਾ ਢਾਹਾ ਨਾ ਮੌਤ ਦਾ ਕੰਢਾ ਐਂ ਦੀ ਨਾ ਜੋ ਦਰਿਆਵੇ ਢਾਹਾ, ਉਹ ਦੂਆ ਪਾਸਾ ਨਜ਼ਰ ਨਹੀਂ ਆਉਣਾ। ਫਿਰ ਤੁਹਾਨੂੰ ਇਹਨੀ ਮੌਤ ਦਾ ਸਮਝ ਨਹੀਂ ਆਉਣੀ ਹੈ। ਮੌਤ ਦੀ ਸਮਝ ਆ ਜਾਣੀ ਕੀ ਹੁੰਦਾ ਇਹ ਦੂਜਾ ਪਾਸਾ ਦੇਖ ਲੈਣਾ। ਮਰਤਾ ਮਰਤਾ ਜਗ ਪਿਆ ਮਰ ਵੀ ਨਾ ਜਾਣਿਆ ਕੋਈ, ਮਰਨ ਨੂੰ ਨਹੀਂ ਕਿਸੇ ਨੇ ਜਾਣਿਆ ਵੀ ਮਰਨਾ ਕੀ ਹੁੰਦਾ। ਮਰਨਾ ਜਾਣਨਾ ਹੀ ਦੂਆ ਇੱਕ ਕਿਨਾਰੇ ਤਾਂ ਅਸੀਂ ਖੜੇ ਹੀ ਹਾਂ ਜੀਵਨ ਵਾਲੇ ਤੇ। ਜੀਵਨ ਵਾਲੇ ਕਿਨਾਰੇ ਤੇ ਤਾਂ ਖੜੇ ਹਾਂ, ਪਰਲਾ ਕਿਨਾਰਾ ਹੀ ਦੇਖਣਾ। ਜੰਮਣ ਮਰਨ ਦਾ ਭਰਮ ਗਿਆ, ਮਰਨ ਦਾ ਭਰਮ ਜਾਣਾ, ਜੰਮਣ ਦਾ ਤਾਂ ਭਰਮ ਹੁਣ ਹੈ ਹੀ ਨਹੀਂ। ਜੰਮੇ ਤਾਂ ਹੋਇਆ, ਸਾਹਮਣੇ ਲੋਕ ਜੰਮਦੇ ਹੀ ਨੇ, ਮਰਦੇ ਵੀ ਨੇ, ਪਰ ਮਰਨ ਜੰਮਣ ਕੀ ਹੈ ਇਹਦੀ ਸਮਝ ਨਹੀਂ ਹੈ ਲੋਕਾਂ ਨੂੰ। ਜੰਮਣ ਮਰਨ ਦਾ ਭਰਮ ਗੁਰਬਾਣੀ ਮਿਟਾ ਰਹੀ ਹੈ, ਸਮਝਾ ਰਹੀ ਹੈ। ਤੇ ਦੂਆ ਕਿਨਾਰਾ ਹੁਣ ਮੌਤ ਦਾ। ਹੁਕਮ ਨੂੰ ਬੁੱਝ ਲੈਣਾ, ਹੁਕਮ ਬਹੁਤ ਹੁਕਮ ਨਾਲੇ ਹੈ ਨਾ, ਹੁਕਮ ਹੈ ਬਹੁਤ ਹੈ ਨਾ। ਹੁਕਮ ਨੂੰ ਬੁੱਝ ਲੈਣਾ, ਦੂਆ ਕਿਨਾਰਾ ਦੇਖ ਲੈਣਾ। ਹੁਕਮ ਬੂਝ ਪਰਮ ਪਦ ਪਾਈ, ਜਿਹਨੇ ਹੁਕਮ ਬੁੱਝ ਲਿਆ ਪਰਮ ਪਦ ਪਾ ਲਿਆ। ਸੋ ਸੇਵਕ ਜੋ ਲਾਇਆ ਸੇਵ ਤਿਨ ਹੀ ਪਾਏ ਨਿਰੰਜਨ ਦੇਵ। ਸੋ ਸੇਵਕ ਕਿਹਨੂੰ ਕਹਿੰਦੇ ਨੇ? ਪ੍ਰਭ ਕੇ ਸੇਵਕ ਜਿਹੜੇ ਨੇ ਉਹਦੀ ਵਿਆਖਿਆ ਕੀਤੀ ਹੈ ਸੋਹਣੀ ਸਾਹਿਬ 'ਚ। ਇੱਥੇ ਸੇਵਕ ਕਿਹਾ ਕਬੀਰ ਨੇ ਸਿਰਫ, ਇਹ ਸੇਵਕ ਦੀ ਵਿਆਖਿਆ ਸੋਹਣੀ ਸਾਹਿਬ 'ਚ ਕੀਤੀ ਹੈ। ਸੇਵਕ ਸ਼ਬਦ ਦੀ ਉਹਦੇ ਵਿਆਖਿਆ ਕੀਤੀ ਹੋਈ ਹੈ। ਸੋ ਸੇਵਕ ਜੋ ਲਾਇਆ ਸੇਵ, ਸੇਵਕ ਉਹ ਜਿਹੜਾ ਉਹਨੇ ਸੇਵਾ ਲਾ ਲਿਆ। ਸੇਵਕ ਅਰਦਾਸ ਇੱਕੋ ਚੀਜ਼ ਹੁੰਦੀ ਹੈ। ਆਪਣੇ ਦਾਸ ਕੋ ਦੇ ਵਡਾਈ, ਜਿਹੜਾ ਉਹਦੀ ਸੇਵਾ ਕਰਦਾ ਉਹਨੂੰ ਵਡਿਆਈ ਮਿਲਦੀ ਹੈ। ਜਿਹੜਾ ਸ਼ਬਦ ਵਿਚਾਰ ਕਰਦਾ ਜਾਂ ਗੁਰਬਾਣੀ ਦਾ ਉਪਦੇਸ਼ ਕਰਦਾ, ਸੱਚਾ ਸੁੱਚਾ ਸੱਚੇ ਮਨ ਨਾਲ ਕਰਦਾ, ਖੋਜ ਕੇ ਕਰਦਾ, ਸਮਝ ਕੇ ਕਰਦਾ, ਉਹ ਦਾਸ ਹੈ। ਆਪਣੇ ਦੇ ਦਾਸ ਕੋ ਨਾਮ ਜਪਾਈ, ਨਾਮ ਵੀ ਆਪਣੇ ਦਾਸ ਨੂੰ ਜਪਾਇਆ ਉਹਨੇ। ਉਹ ਆਪ ਜਪਾਉਂਦਾ, ਆਪ ਜਪਾਇਆ ਜਪੇ ਸੁਣੋ। ਏਦਾਂ ਨਹੀਂ ਜਪਿਆ ਜਾਂਦਾ ਜਿਵੇਂ ਮਾਲਾ ਫੜ ਕੇ ਜਪਦੇ ਨੇ। ਇਹ ਤਾਂ ਆਪਣੇ ਆਪ ਜਪਦੇ ਨੇ, ਆਪਣੇ ਆਪ ਨਹੀਂ ਜਪਿਆ ਜਾਂਦਾ ਨੂੰ। ਆਪ ਜਪਾਇਆ ਜਪੇ ਸੁਣੋ ਹੁੰਦਾ। ਆਪ ਗਵਾਏ ਜ਼ੋਰ ਗੁਣ ਗਾਓ। ਇਹ ਦੋਵੇਂ ਗੱਲਾਂ ਪਰਮੇਸ਼ਰ ਕਰੇ ਨਾਲ, ਅੰਤਰਾਤਮਾ ਨਾਲ ਕਰੇ ਬੈਠ ਕੇ ਤਾਂ ਹੁੰਦਾ। ਇਹ ਆਪੇ ਕਰੀ ਜਾਂਦੇ ਨੇ ਬੈਠੇ। ਪ੍ਰਾਪਤ ਕੀ ਹੋਇਆ? ਕੁਝ ਵੀ ਨਹੀਂ। ਪ੍ਰਾਪਤ ਤਾਂ ਹੀ ਨਹੀਂ ਕੁਝ ਹੋਇਆ, ਮਨੁੱਖ ਨੇ ਆਪੇ ਕਰੀ ਜਾਂਦੇ ਨੇ। ਗੁਰਬਾਣੀ ਦਾ ਭੇਦ ਨਹੀਂ ਸਮਝਿਆ। ਗੁਰਬਾਣੀ ਦਾ ਭੇਦ ਜੇ ਜਾਣਦੇ ਤਾਂ ਇਵੇਂ ਕਰਦੇ ਜਿਵੇਂ ਕਿਹਾ ਹੋਇਆ। ਹਾਂਜੀ, ਆਪਣੇ ਸੋ ਸੇਵਕ ਜੋ ਲਾਇਆ ਸੇਵ, ਸੇਵਕ ਉਹੀ ਹੈ ਜਿਹੜਾ ਸੇਵਾ ਚਲਾਇਆ ਹੋਇਆ। ਤਿਨ ਹੀ ਪਾਏ ਨਿਰੰਜਨ ਦੇਵ। ਜਿਹੜਾ ਸੇਵਾ ਦੇ ਵਿੱਚ ਲੱਗਿਆ ਨਹੀਂ ਸੇਵਕ ਨਹੀਂ ਹੈ। ਪਰ ਜੇ ਸੇਵਕ ਹੈ ਤਾਂ ਨਿਰੰਜਨ ਦੇਵ ਵੀ ਉਹ ਪਾ ਲੈਂਦਾ, ਨਿਰੰਜਨ ਦੇਵ ਤੱਕ ਪਹੁੰਚ ਜਾਂਦਾ, ਇਹ ਸ਼ਬਦ ਗੁਰੂ ਤੱਕ ਪਹੁੰਚ ਜਾਂਦਾ। ਇਹ ਜਿਹੜੇ ਸੇਵਕ ਬਣੇ ਫਿਰਦੇ ਨੇ, ਕੋਈ ਨਿਰੰਜਨ ਦੇਵ ਤੱਕ ਕਿਉਂ ਨਹੀਂ ਪਹੁੰਚਿਆ? ਇਹ ਗੱਲ ਦਾ ਜਵਾਬ ਦੇਣ। ਗੁਰਬਾਣੀ ਕੁਝ ਕਹਿ ਕੇ ਜਵਾਬ ਮੰਗਦੀ ਹੈ ਨਾਲ ਦੀ ਨਾਲ। ਗੁਰਬਾਣੀ ਤਾਂ ਉਹ ਜਾਲ ਹੈ ਜੀ ਜੋ ਨਿਕਲ ਕੋਈ ਵੀ ਨਹੀਂ ਸਕਦਾ। ਸਾਰੇ ਫਸੇ ਪਏ ਨੇ ਮਨ। ਕੋਈ ਸਾਧ ਹੈ, ਕੋਈ ਸੁਣਤ ਹੈ, ਕੋਈ ਬ੍ਰਹਮ ਗਿਆਨੀ, ਸਾਰੇ ਫਸੇ ਹੋਏ ਔਰ ਅਪਰਾਧੀ ਨਜ਼ਰ ਆਉਂਦੇ ਨੇ ਗੁਰਬਾਣੀ ਨੂੰ ਜੇ ਵਿਚਾਰੀਏ। ਕਿੱਡੇ ਕੋਈ ਆਪਣੇ ਆਪ ਨੂੰ ਸ਼ਾਤਰ ਦਿਮਾਗ ਨੇ।
ਇਹ ਸਭ ਛਾਤਰ ਨੇ ਜਿਹਨਾਂ ਦੀਆਂ ਮੱਤਾਂ ਨੇ, ਜਿਹਨੇ ਲੋਕਾਂ ਨੂੰ ਬੇਵਕੂਫ ਬਣਾਉਂਦੇ, ਸਭ ਛਾਤਰ ਨੇ। ਸਭ ਛਾਤਰ ਇੱਕ ਕਿਸਮ ਦੇ ਮੁਲਜ਼ਮ ਦਿਖਾਈ ਦਿੰਦੇ ਨੇ ਜੇ ਗੁਰਬਾਣੀ ਸਮਝ ਆ ਜਾਏ। ਇਹ ਤਾਂ ਮੁਲਜ਼ਮ ਨੇ ਸਾਰੇ। ਗੁਰਬਾਣੀ ਕੋ ਉੱਦਾਂ ਨਹੀਂ ਰਚਨਾ ਕੀਤੀ ਹੋਈ, ਛਾਤਰਾਂ ਨੂੰ ਫੜਨ ਦੀ ਸਮਝ ਹੈ ਇਹਦੇ ਵਿੱਚ। ਜਿਹੜੇ ਧਰਮ ਦੇ ਨਾਂ ਤੇ ਠੱਗੀਆਂ ਮਾਰਦੇ ਨੇ, ਛਾਤਰ ਬਣੇ ਬੈਠੇ ਨੇ। ਦੇਣਾ ਸੀ ਲੋਕਾਂ ਨੂੰ ਗਿਆਨ ਪੈਦਾ ਕਰ ਰਹੇ ਨੇ ਭਰਮ, ਉਹ ਸਾਰੇ ਹੀ ਇਹ ਜਾਲ 'ਚ ਫਸੇ ਨਜ਼ਰ ਆਉਂਦੇ ਨੇ। ਅਪਰਾਧੀ ਖੜੇ ਦਿਖਦੇ ਨੇ ਵੀ ਅਪਰਾਧ ਕਰ ਰਹੇ ਨੇ, ਚਿੱਟੇ ਅਪਰਾਧ ਕਰਦੇ ਨਜ਼ਰ ਆਉਂਦੇ ਨੇ। ਇਹਨਾਂ ਤੇ ਲਾਈਟ ਪਾਈ ਹੋਈ ਹੈ ਇਹਨਾਂ ਲੋਕਾਂ ਦੇ, ਅਸਲ ਦੇ ਵਿੱਚ ਗੁਰਬਾਣੀ ਦੀ ਲਾਈਟ ਅਪਰਾਧੀਆਂ ਦੇ ਪਾਈ ਹੋਈ ਹੈ। ਇਹ ਰੋਸ਼ਨੀ ਵੀ ਆਇਆ ਅਪਰਾਧੀ ਨਾਲ ਤੇ ਬਚਿਓ। ਉਹ ਅਪਰਾਧੀ ਆਵੇ ਲੱਗੇ ਨੇ ਡੋਰੂ ਵਜਾਉਣ, ਇਹਦਾ ਪ੍ਰਚਾਰ ਕਰਨ। ਉਹ ਤੁਹਾਡੇ ਦਾ ਖਿਲਾਫ ਹੈ, ਇਹ ਆਪਣੇ ਖਿਲਾਫ ਵਾਲੀ ਗੱਲ ਨੂੰ ਪਾਉਣ ਲੱਗੇ ਹੋਏ ਨੇ। ਹੋਰ ਅਰਥ ਸਮਝੀ ਜਾਂਦੇ ਨੇ, ਉਹ ਤੁਹਾਡੇ ਹੀ ਖਿਲਾਫ ਹੈ ਸਭ ਕੁਛ। ਇਹ ਤਾਂ ਅਪਰਾਧੀਆਂ ਦੇ ਖਿਲਾਫ ਹੈ ਸਭ ਕੁਛ। ਇਸੇ ਕਰਕੇ ਲੋਕਾਂ ਨੂੰ ਅਰਥ ਨਹੀਂ ਠੀਕ, ਇਹ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਇਹਦੇ ਸਹੀ ਅਰਥ ਮਿਲ ਜਾਣ, ਲੋਕ ਸਹੀ ਗੱਲ ਸਮਝ ਜਾਣ। ਅਪਰਾਧੀ ਨਹੀਂ ਚਾਹੁੰਦੇ, ਉਹਨਾਂ ਦਾ ਅਪਰਾਧ ਜਿਹੜਾ ਹੈਗਾ ਛੁੱਟ ਜੂਗਾ। ਫਿਰ ਅਪਰਾਧ ਤਾਂ ਜਾਣ ਕੇ ਕਰਦੇ ਨੇ, ਚੋਰ ਚੋਰੀ ਜਾਣ ਕੇ ਕਰਦਾ, ਡਾਕੂ ਡਾਕਾ ਜਾਣ ਕੇ ਮਾਰਦਾ, ਠੱਗ ਠੱਗੀ ਜਾਣ ਕੇ ਕਰਦਾ। ਇਹ ਕਿਤੇ ਬਿਨਾਂ ਜਾਣ ਕੇ ਕਰ, ਇਹਨਾਂ ਨੂੰ ਪਤਾ ਨਹੀਂ, ਸਭ ਪਤਾ ਹੈ ਜਾਣ ਕੇ ਕਰਦੇ ਨੇ ਸਭ ਕੁਛ। ਮਨ ਜਾਣਦਾ ਸਭ ਬਾਤ, ਮਨ ਕੀ ਨਹੀਂ ਜਾਣਦਾ, ਜਾਣਦੀ ਔਗਣ ਕਰੇ, ਜਾਣ ਕੇ ਕਰਦੇ ਨੇ ਸਭ ਕੁਝ। ਇਸ ਕਰਕੇ ਜਿਹੜੇ ਅਰਥ ਨੇ ਇਹ ਨਹੀਂ ਕਦੇ ਵੀ ਬਰਦਾਸ਼ਤ ਕਰਨਗੇ ਵੀ ਅਸੀਂ ਪ੍ਰਚਾਰ ਕਰੀਏ ਇਹਨਾਂ ਨੂੰ। ਫਿਰ ਤਾਂ ਠੱਗੀ ਠੋਰੀ ਛੱਡਣੀ ਪਊਗੀ। ਲੋਕ ਕਹਿਣਗੇ ਆਹ ਦਾ ਕੰਮ ਤੁਸੀਂ ਉਹ ਕਰਦੇ, ਅਪਰਾਧੀ ਤਾਂ ਤੁਸੀਂ ਹੋ। ਇਹ ਤਾਂ ਇਹਨਾਂ ਵੱਲ ਉਂਗਲੀ ਜਾਊਗੀ ਫਿਰ ਸਾਰਿਆਂ ਦੀ। ਇਹ ਤਾਂ ਆਪਣਾ ਕੋਸ਼ਿਸ਼ ਕਰਨਗੇ, ਜੇ ਵਿਰੋਧ ਵੀ ਨਹੀਂ ਕਰਨਾ ਇਹਨਾਂ ਨੇ, ਕਰਨਾ ਵਿਰੋਧ ਵੀ ਹੈ ਨਹੀਂ। ਪੰਡਤ ਵਾਲੀ ਗੱਲ ਹੈ, ਵਿਰੋਧ ਵੀ ਨਹੀਂ ਕਰਨਾ, ਘੁਮਾ ਫਿਰਾ ਕੇ ਗੱਲ ਕਹੀ ਜਾਣੀ ਹੈ, ਘੁਮਾ ਫਿਰਾ ਕੇ ਲੋਕਾਂ ਨੂੰ ਬੇਵਕੂਫ ਬਣਾਈ ਜਾਣਾ। ਹਾਂਜੀ, ਗੁਰਮਿਲ ਤਾਕੇ ਖੁੱਲੇ ਕਪਾਟ, ਵਹਰ ਨ ਆਵੇ ਜੋਂਦੀ ਬਾਟ। ਸਾਰੀ ਜ਼ਿੰਦਗੀ ਸ੍ਰੀ ਚੰਦ ਨੇ ਕੀ ਕੀਤਾ? ਘੁਮਾ ਫਿਰਾ ਕੇ ਗੱਲ ਕੀਤੀ ਹੈ। ਰਾਮ ਰਹੀਏ ਧੀਰ ਮਲੀਏ ਕੀ ਘੁਮਾ ਫਿਰਾ ਕੇ ਗੱਲ ਕਰਦੇ ਰਹੇ। ਗੁਰੂ ਘਰ ਵੀ ਗੱਲ ਕਰਦਾ ਤਾਂ ਘੁਮਾ ਫਿਰਾ ਕੇ ਕਰ ਦਿੰਦੇ ਤੇ ਗੱਲ। ਉਹ ਜੀ ਇੱਕੋ ਹੀ ਗੱਲ ਹੈ। ਫਿਰ ਕਹਿ ਉਹ ਗੱਲ ਠੀਕ ਹੈ, ਮੂਰਤੀ ਬਣਾਈ ਹੈ, ਪਰ ਸਰੀਰ ਬਿਨਾਂ ਆਤਮਾ ਕਰੂਗੀ ਕੀ? ਸਰੀਰ ਦੀ ਵੀ ਤਾਂ ਲੋੜ ਹੈ। ਲੈ ਘੁਮਾਤੀ ਗੱਲ, ਸਰੀਰ ਬਿਨਾਂ ਫਿਰ ਵੀ ਨਹੀਂ ਕੰਮ ਚੱਲਦਾ, ਸਰੀਰ ਦੀ ਲੋੜ ਹੈ, ਠੀਕ ਹੈ ਮੂਰਤੀ, ਚੱਲ ਘੁਮਾਤੀ ਗੱਲ। ਗੱਲ ਘੁਮਾਉਣ ਨੂੰ ਕਿੰਨਾ ਚੱਲੇਗਾ? ਉਹ ਦੋ ਉਂਗਲ ਦੀ ਜਵੜੇ ਦੀ ਜ਼ਬਾਨ ਹੈ, ਜਿਹਨੂੰ ਮਰਜ਼ੀ ਘੁਮਾ ਲਓ। ਆਮ ਆਦਮੀ ਨੂੰ ਕੀ ਪਤਾ ਇਸ ਗੱਲ ਦਾ ਵੀ ਇਹ ਕੀ ਕਹਿ ਗਏ? ਉਹਨਾਂ ਕੋਈ ਇੰਨੀ ਬੁੱਧੀ ਕਿੱਥੇ ਵਿਚਾਰਿਆਂ ਕੋਲ? ਉਹਦੇ ਮੂਰਖਾਂ ਕੋਲ ਨੇ ਜੀ। ਸਰੀਰ ਦੀ ਲੋੜ ਤਾਂ ਹੈ, ਉਹ ਸਰੀਰ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ। ਆਹ ਦਲੀਲ ਦਿੰਦੇ ਨੇ ਸਾਰੇ, ਇਹ ਸ਼ਰਾਰਤੀ ਨੇ ਨਾ। ਤੇ ਮੂਰਤੀ ਪੂਜਾ ਕਾਹਦੇ ਬੰਦ ਹੈ ਗੁਰਬਾਣੀ 'ਚ? ਗੁਰੂ ਕਾਹਦੇ ਖਿਲਾਫ ਨੇ ਮੂਰਤੀ ਪੂਜਾ ਦੇ? ਉਹ ਪਾਗਲ ਸੀ, ਐਡੇ ਸ਼ਰਾਰਤੀ ਨੇ, ਘੁਮਾ ਦਿੰਦੇ ਨੇ ਗੱਲ ਨੂੰ। ਇਹ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਗੁਰੂਆਂ ਨੂੰ ਵੀ ਇਹਦੀ ਲੋੜ ਹੈ ਸਰੀਰ ਦੀ। ਗੁਰਸੇਵਾ ਦੇ ਭਗਤ ਕਮਾਈ ਤਾਵੇ, ਮਾਨਸ ਦੇ ਹੀ ਪਾਈ ਕਿਹਾ ਤਾਂ ਹੋਇਆ। ਪਰ ਪਾਈ ਕਾਸ ਨੂੰ ਕੀ ਕਰਨ ਨੂੰ ਪਾਈ, ਉਹ ਕੰਮ ਕਿਉਂ ਨਹੀਂ ਲੈਂਦੇ? ਉਹ ਜੁੱਤੀ ਬਾਜ਼ਾਰੋਂ ਲਈ ਹੈ, ਚੱਟਣ ਨੂੰ ਲਈ ਹੈ, ਪੈਰਾਂ 'ਚ ਪਾਉਣ ਨੂੰ ਲਈ ਹੈ। ਉਹ ਤੇ ਕੰਮ ਲਓ। ਇਹ ਸੱਤੇ ਬੰਨਣ ਨੂੰ ਲਈ ਹੈ ਜੁੱਤੀ, ਪੈਰਾਂ 'ਚ ਪਾਉਣ ਨੂੰ ਲਈ ਹੈ। ਕੰਡਾ ਵੀ ਆਉ, ਰੋੜੀ ਵੀ ਆਉ, ਉੱਤੇ ਰੱਖਿਆ ਜਾਊ, ਗੰਦਾ ਬੰਦਾ ਥਾਂ ਵੀ ਆਉ, ਜੁੱਤੀ ਨਹੀਂ ਜਾਣਾ ਉੱਤੇ। ਅਚਾਨਕ ਜਾਣ ਕੇ ਤਾਂ ਆਪਾਂ ਨਹੀਂ ਰੱਖਦੇ, ਪਰ ਅਚਾਨਕ ਰੱਖਿਆ ਵੀ ਜਾਂਦਾ। ਜੁੱਤੀ ਜੁੱਤੀ ਵਾਲੇ ਕੰਮੇ ਆਊਗੀ। ਜਿਹੜੀ ਚੀਜ਼ ਹੈ ਉਸੇ ਕੰਮ ਲੈਣਾ, ਸਰੀਰ ਤੇ ਉਹੀ ਕੰਮ ਲੈਣਾ ਹੈ। ਲਓ ਜੀ, ਰਸਨਾ ਪਵਿੱਤਰ ਕਰੋ ਜੀ, ਜੀ ਪਵਿੱਤਰ ਹੋ ਜੂਗੀ। ਕਰੋ ਜੀ ਵਾਹਿਗੁਰੂ, ਰਸਨਾ ਪਵਿੱਤਰ ਹੋ ਗਈ। ਪਹਿਲਾਂ ਸੰਤ ਬੋਲਣਗੇ ਵੀ ਬੀਬੀਆਂ ਹਾਂ, ਉਹ ਰਸਨਾ ਪਵਿੱਤਰ ਹੋ ਗਈ। ਜੇ ਜੀਵ ਨੂੰ ਭੋਗ ਲਵਾ ਦੋ, ਫਿਰ ਕਿਰਪਾਨ ਕਾਹਦੇ ਭੇਟ ਕਰਦੇ? ਜੀਵ ਕਿਰਪਾਨ ਤਾਂ ਬੋਲੀ ਨਹੀਂ ਵਾਹਿਗੁਰੂ।
ਕਿਰਪਾਨ ਤਾਂ ਵਾਹਿਗੁਰੂ ਨਹੀਂ ਬੋਲੀ, ਭੋਗ ਉਹਦਾ ਲਿਆਉਣਾ ਜੀਭ ਦਾ ਲੋਭ ਹੈ ਜੇ ਪਵਿੱਤਰ ਹੋ ਗਈ। ਕਿੰਨੀ ਬਲੈਕਮੇਲ ਕਰਦੇ ਨੇ, ਬਲੈਕਮੇਲਿੰਗ ਦੇਖੋ ਕਿੱਡੀ ਹੈ। ਕਿਰਪਾਨ ਤਾਂ ਬੋਲੀ, ਉਹਦੇ ਮੱਖੀਆਂ ਬਹਿ ਗਈਆਂ ਵਿਚਾਰੀ ਤੇ, ਮੱਖੀਆਂ ਵੀ ਬਹਿ ਜਾਂਦੀਆਂ ਨੇ, ਮਿੱਠਾ ਲੱਗਿਆ ਹੁੰਦਾ, ਉਹਦਾ ਲੋਹਾ ਹੀ ਹੈ। ਉਹਨੂੰ ਧੋ ਕੇ ਤੁਸੀਂ ਭੋਗ ਲਾਉਂਦੇ ਹੋ, ਉਹਦਾ ਪਵਿੱਤਰ ਨਹੀਂ ਹੋਈ ਧੋਤੇ ਤੇ। ਪਾਣੀ ਦਾ ਮੈਲਾ ਹੈ, ਜਿਹੜੇ ਪਾਣੀ ਨਾਲ ਧੋਤੇ ਹੈ ਗੁਰਬਾਣੀ ਨੂੰ ਮੈਲਾ ਮਿਲਦੀ ਹੈ। ਪਾਣੀ ਮੈਲਾ ਮਾਟੀ ਗੋਰੀ ਤੇ ਮਾਟੀ ਕੀ ਪੁੱਤਰੀ ਜੋਰੀ। ਜੀ ਪਵਿੱਤਰ ਕਿਵੇਂ ਹੋ ਗਈ ਜਾਂ ਪਾਣੀ ਮੈਲਾ? ਐਤੇ ਪਵਿੱਤਰ ਕੁਛ ਵੀ ਨਹੀਂ ਸੰਸਾਰ 'ਚ, ਮਾਇਆ 'ਚ ਕੁਛ ਵੀ ਪਵਿੱਤਰ ਨਹੀਂ ਹੈ, ਕੁਛ ਵੀ ਸੁੱਚਾ ਨਹੀਂ। ਉਹ ਸੁੱਚੇ ਤੇ ਸਾਰਾ ਪੰਡਤ ਨੇ ਕਿੱਡਾ ਬੜਾ ਸ਼ਬਦ ਲਿਖਿਆ ਕਬੀਰ ਨੇ ਸੁੱਚੇ ਤੇ, ਕੌਰ ਪੰਡਿਆ ਸੁੱਚਾ ਕਵਣ ਖਾਓ, ਜਾਂ ਪੈਸੋਂ ਭੋਜਨ ਖਾਓ। ਕੀ ਫਾਇਦਾ ਸੀ ਉਹ ਸ਼ਬਦ ਲਿਖਣ ਦਾ? ਗੱਲ ਬਾਹਮਣ ਵਾਲੀ ਛੱਡੀ ਨਹੀਂ, ਫੇਰ ਵੀ ਇਹਨਾਂ ਨੇ ਪੰਡਤ ਵਾਲੀ ਗੱਲ ਨਹੀਂ ਛੱਡੀ। ਗੁਰਬਾਣੀ ਆਪਣੀ ਜਗ੍ਹਾ ਪਈ ਹੈ। ਬਹੁਤ ਤਕੜੇ ਹਰਾਮਖੋਰ ਨੇ, ਬਹੁਤ ਜ਼ਿਆਦਾ ਸ਼ਰਾਰਤੀ ਨੇ, ਛਾਤਰ ਨੇ। ਆਪਣੀ ਗੱਲ ਫਿਰ ਵੀ ਨਹੀਂ ਛੱਡੀ ਪੰਡਤ ਵਾਲੀ ਗੱਲ ਫਿਰ ਲਾਗੂ ਕਰਤੀ। ਗੁਰਬਾਣੀ ਵੀ ਠੀਕ ਹੈ, ਪੰਡਤ ਵੀ ਠੀਕ ਹੈ। ਇਹ ਘੁਸਪੈਠ ਕਰ ਗਏ ਸੀ ਬਾਅਦ ਚ। ਗੁਰੂ ਦੇ ਟਾਈਮ ਤੇ ਕੋਈ ਨਹੀਂ ਬਣ ਦਿੱਤਾ ਕੋਈ ਅੰਦਰ, ਬਾਅਦ ਚ ਵੀ ਨਹੀਂ ਬੜਿਆ। ਤਾਂ 300 ਦੇ ਬਾਅਦ ਸੰਤ ਬੜੇ ਨੇ। ਗੁਰੂ ਘਰ ਦਾ ਸੰਤ ਦਾ ਜ਼ਿਕਰ ਹੀ ਨਹੀਂ ਹੈ ਕਿਤੇ, ਭਾਈ ਦਾ ਜ਼ਿਕਰ ਹੈ। ਬੁੱਢੇ ਨੂੰ ਬਾਬੇ ਬੁੱਢੇ ਦਾ ਬਾਬੇ ਦਾ ਖਿਤਾਬ ਦਿੱਤਾ ਹੋਇਆ। ਬਾਕੀ ਦਾ ਭਾਈ ਨੇ, ਮਨੀ ਸਿੰਘ ਭਾਈ ਹੈ। ਬੰਦ ਕਟਾਉਣ ਵਾਲੇ ਦਾ ਭਾਈ ਨੇ, ਤਾਰੂ ਸਿੰਘ ਭਾਈ ਹੈ। ਪੰਜੇ ਪਿਆਰੇ ਨੇ, ਚਲੋ ਤਾਂ ਪਿਆਰੇ ਨੇ, ਮੂਰੇ ਭਾਈ ਹਾਂ। ਅਸੀਂ ਹੁਣ ਨਾਲ ਭਾਈ ਲਾਉਣੇ ਆ ਸਾਰਿਆਂ ਦੇ, ਸਾਰਿਆਂ ਦੇ ਨਾਲ ਭਾਈ ਹੈ। ਫਤਿਹ ਸੋਨਾ ਬਾਬਾ ਲਾਉਣੇ ਆ, ਦੋ ਲਫ਼ਜ਼ ਲੱਗਦੇ ਨੇ, ਹੋਰ ਤਾਂ ਲੱਗਦਾ ਹੀ ਨਹੀਂ ਕੋਈ। ਸੰਤ ਕਿੱਥੋਂ ਆ ਬੜੇ? ਔਰ ਸੰਤ ਦੇ ਥੱਲੇ ਗੁਰਬਾਣੀ ਨਹੀਂ, ਕੋਈ ਸੰਤ ਅਜੇ ਤੱਕ ਪਾਸ ਨਹੀਂ। ਸੰਤ ਅਧੂਰਾ ਹੁੰਦਾ ਹੈ, ਸੰਤ ਅੱਧੇ ਦਾ ਨਾਮ ਹੈ। ਕਿਉਂਕਿ ਪੂਰਨ ਸੋਈ ਸੰਤ ਤਾਂ ਕਿਹਾ। ਸੰਤ ਦਾ ਅੱਧਾ ਹੁੰਦਾ, ਪੂਰਨ ਬਾਅਦ ਚ ਬਣਦਾ। ਇਹਨਾਂ ਨੂੰ ਇਹ ਵੀ ਨਹੀਂ ਪਤਾ ਪੂਰਨ ਕਦ ਬਣਦਾ, ਕਿਵੇਂ ਬਣਦਾ। ਪੂਰਨ ਸੋਈ ਸੰਤ ਕਿਹਾ ਨਾ, ਫਿਰ ਸੰਤ ਤਾਂ ਹੁੰਦਾ ਹੀ ਹੁੰਦਾ। ਉਹ ਜਿਹੜਾ ਦਾਲ ਹੈ ਅੰਦਰਲਾ ਸੰਤ ਹੈ, ਬਾਹਰਲਾ ਸੰਤ ਹੈ। ਅੰਦਰਲੇ ਦਾ ਜਨਮ ਨਹੀਂ ਲਿਆ, ਜਨਮ ਦਾ ਬਾਹਰ ਨਹੀਂ ਲਿਆ। ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਗੱਲ ਕੀ ਹੈ। ਗੁਰਬਾਣੀ ਸਾਰੀ ਗੱਲ ਦੱਸੀ ਹੋਈ ਹੈ। ਇਹਨਾਂ ਨੂੰ ਨਾਲੇ ਕੀ ਲੱਗੇ ਗੁਰਬਾਣੀ ਤੇ, ਕੀ ਲੈਣਾ? ਇਹਨਾਂ ਨੇ ਟੈਕਨੀਕ ਸਿੱਖੀ ਹੈ ਲੋਕਾਂ ਨੂੰ ਬੇਵਕੂਫ ਕਿਵੇਂ ਬਣਾਉਣਾ, ਪੈਸੇ ਕਿਵੇਂ ਉਹਨਾਂ ਦੀ ਜੇਬ ਚੋਂ ਕਢਾਉਣੇ। ਉਹ ਜੋ ਕਾਮਯਾਬ ਨੇ, ਇਹੀ ਇਹਨਾਂ ਦੇ ਮਹਾਂਪੁਰਖ ਨੇ ਜਿਹੜੇ ਉਹਨਾਂ ਤੋਂ ਸਿੱਖ ਲੈਂਦੇ ਨੇ। ਇਹ ਕਹਿੰਦੇ ਨੇ ਸਾਡੇ ਤੇ ਕਿਰਪਾ ਹੋ ਗਈ। ਯਾਨੀ ਜੋ ਠੱਗੀ ਉਹਦੇ ਕੋਲ ਸੀ, ਉਹ ਠੱਗੀ ਤੁਹਾਨੂੰ ਸਿਖਾ ਦਿੱਤੀ। ਇਹ ਕਿਰਪਾ ਹੈ। ਜੋ ਟੈਕਨੀਕ ਉਹਦੇ ਕੋਲ ਸੀ, ਟੈਕਨੀਕ ਤੁਹਾਨੂੰ ਦਿੱਤੀ। ਇਹ ਕਿਰਪਾ ਹੋ ਗਈ। ਇਹੀ ਕਿਰਪਾ ਇਹਨਾਂ ਦੀ। ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ, ਪਰਮੇਸ਼ਰ ਨੇ ਨਹੀਂ ਕੀਤੀ, ਗੁਰੂ ਨੇ ਨਹੀਂ ਕੀਤੀ। ਸੰਤ ਨੇ ਕਿਰਪਾ ਕੀਤੀ ਹੈ ਇਹਨਾਂ ਤੇ। ਜੇ ਤਾਂ ਕਰਦਾ ਪਰਮੇਸ਼ਰ, ਫਿਰ ਤਾਂ ਗੁਰਬਾਣੀ ਦੀ ਸਮਝ ਆਉਂਦੀ। ਕੀਤੀ ਤਾਂ ਇਹਦੇ ਗੁਰੂ ਸੰਤ ਨੇ ਕਿਰਪਾ। ਉਹਨੇ ਤਾਂ ਠੱਗੀ ਸਿਖਾਤੀ, ਠੱਗ ਸੀਗਾ, ਠੱਗੀ ਸਿਖਾਤੀ। ਇਹ ਤਾਂ ਆਪਣੇ ਬਿਆਨਾਂ ਜਾਂ ਫਿਰ ਇਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਕਹਿ ਰਹੇ ਹਾਂ। ਆਪਣੇ ਜਾਣੇ ਤਾਂ ਗੁਰੂ ਦੀ ਵਡਿਆਈ ਕਰਦੇ ਨੇ, ਆਪਣੇ ਦੀ, ਆਦਮੀ ਦੀ। ਬੜੇ ਬੜੇ ਛਾਤਰ ਆਦਮੀ ਵਕੀਲ ਗਾਹਾਂ ਫਸਾ ਲੈਂਦੇ ਹੁੰਦੇ ਨੇ। ਕਿੱਡਾ ਛਾਤਰ ਹੋ ਕੇ ਕਤਲ ਕਰ ਲਵੇ, ਜਿਹੜੇ ਵਕੀਲ ਨੇ ਉਧਰੋਂ ਫਸਾ ਲੈਂਦੇ ਨੇ ਉਹਦੇ ਬਿਆਨਾਂ 'ਚ। ਇਹ ਤਾਂ ਆਪਣੇ ਬਿਆਨ, ਇੰਨੀ ਨਾਲੇ ਅਕਲ ਕਿੱਥੇ ਹੈ ਇਹਨਾਂ ਨੂੰ? ਇਹਨਾਂ ਨੂੰ ਤਾਂ ਅਕਲੇ ਹੈ ਨਹੀਂ। ਇਹਦਾ ਬਿਆਨ ਹੈ ਪੁੱਠੇ ਦੇ ਹੀ ਬੈਠੇ ਨੇ, ਜਗ੍ਹਾ ਇਹਨਾਂ ਦੇ ਬਿਆਨ ਪੁੱਠੇ ਨੇ ਸਾਰੇ। ਮਰਮ ਕਹਿ ਨਾ ਪੂਰਨ ਮਰਨ ਨਹੀਂ ਲਾਈ ਬੈਠੇ ਨੇ। ਸੰਤ ਸਮਾਜ ਬਣਾਈ ਬੈਠੇ ਨੇ। ਇਹਨਾਂ ਨੂੰ ਇਹ ਤਾਂ ਵਿਦਵਾਨ ਵੀ ਨਹੀਂ ਹੋਣ, ਵਿਦਵਾਨਾਂ ਦੇ ਚੇਲੇ ਨੇ। ਜਿੰਨੇ ਲਫ਼ਜ਼ ਇਹਨਾਂ ਨੇ ਘੜੇ ਨੇ, ਸਾਰੇ ਇਹਨਾਂ ਦੇ ਗੱਲ 'ਚ ਉਲਟੇ ਪੈਂਦੇ ਨੇ। ਜਿੰਨੇ ਸ਼ਬਦ ਇਹਨਾਂ ਨੇ ਘੜੇ ਨੇ, ਸਾਰੇ ਪੁੱਠੇ ਘੜੇ ਨੇ। ਸੱਚੀ ਟਕਸਾਲ ਦਾ ਇੱਕ ਸ਼ਬਦ ਨਹੀਂ, ਝੂਠੀ ਟਕਸਾਲ ਦੇ ਸ਼ਬਦ ਨੇ ਇਹਨਾਂ ਦੇ ਸਾਰੇ।
ਗੁਰਬਾਣੀ ਕੀ ਹੈ? ਘੜੀਆ ਸ਼ਬਦ ਸੱਚੀ ਟਕਸਾਲ। ਟਕਸਾਲ। ਸੰਤ ਸਮਾਜ ਝੂਠੀ ਟਕਸਾਲ ਦਾ ਸ਼ਬਦ ਹੈ, ਝੂਠੀ ਟਕਸਾਲ ਦਾ ਸ਼ਬਦ ਹੈ। ਸੰਤ ਸਮਾਜ, ਸੰਤ ਮਤ, ਸੰਤ ਮਤ ਦੀ ਵਿਆਖਿਆ ਕਰਨ ਕੀ ਹੁੰਦੀ ਹੈ? ਗੁਰਮਤ ਹੈ, ਸੰਤ ਮਤ ਹੈ ਹੀ ਨਹੀਂ। ਸੰਤ ਦੀ ਆਪਣੀ ਮਤ ਹੋਊ ਨਾ, ਤੇ ਦਸਮ ਪਾਤਸ਼ਾਹ ਕਹਿੰਦਾ ਸੰਤ ਸਮੂਹ ਅਨੇਕ ਮਤੀ ਕੇ। ਜਿੰਨੇ ਸੰਤ ਨੇ ਸਾਰੇ ਹੀ ਆਪਣੀ ਆਪਣੀ ਮਤ ਵਾਲੇ ਨੇ, ਅਨੇਕ ਅੱਡੋ ਅੱਡ ਮਤ ਵਾਲੇ ਨੇ। ਅਨੇਕ ਮਤੀ ਕੇ, ਇੱਕ ਮਤ ਨਹੀਂ ਹੈ ਇਹਨਾਂ ਦੀ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੇ। ਤੇ ਪ੍ਰਾਣਪਤੀ ਕੇ, ਪ੍ਰਾਣਪਤੀ ਦੀ ਮਤ ਕਿਸੇ ਸੰਤ ਕੋਲ ਨਹੀਂ ਹੈ। ਤੇ ਇਹ ਕਿੱਥੋਂ ਜੰਮੇ ਨੇ? ਇਹ ਜੰਮੇ ਕਿੱਥੋਂ ਨੇ? ਸਾਬਤ ਕਰਨ ਪਹਿਲਾਂ ਸਾਡੇ ਕੋਲ ਦਸਮ ਪਾਤਸ਼ਾਹ ਦੀ ਬਾਣੀ ਪਈ ਹੈ, ਉਹਨੂੰ ਇਹ ਮੰਨਦੇ ਨੇ। ਇਹ ਤਾਂ ਮੰਨਦੇ ਨੇ ਨਾ, ਜੇ ਮੰਨਦੇ ਨੇ ਇਹੀ ਫਸਦੇ ਨੇ, ਫਸਦੇ ਵੀ ਇਹੀ ਨੇ। ਹਾਂਜੀ, ਗੁਰ ਮਿਲ ਤਾਕੇ ਖੁੱਲੇ ਕਪਾਟ, ਵਾਹਰ ਨਾ ਆਵੇ ਜੋਨੀ ਬਾਟ। ਗੁਰ ਮਿਲ, ਗਿਆਨ ਜਦ ਮਿਲ ਜਾਂਦਾ ਕਪਾਟ ਜਦ ਖੁੱਲਦੇ ਨੇ। ਗਿਆਨ ਦੇ ਮਿਲਣ ਨਾਲ ਉਹਦੇ ਕਪਾਟ ਖੁੱਲ ਜਾਂਦੇ ਨੇ। ਕਿਹਦੇ ਖੁੱਲ ਜਾਂਦੇ ਨੇ? ਜਿਹੜਾ ਉਹਦਾ ਦਾਸ ਹੁੰਦਾ, ਜਿਹੜਾ ਉਹਦੀ ਸੇਵਾ ਲੱਗਦਾ ਹੈ। ਸੋ ਸੇਵਕ ਜੋ ਲਾਇਆ ਸੇਵ, ਤਿਸੇ ਮਿਲੇ ਨਿਰੰਜਨ ਦੇਵ। ਨਿਰੰਜਨ ਦੇਵ ਕੀ ਹੈ? ਨਿਰੰਜਨ ਦੇਵ ਸ਼ਬਦ ਗੁਰੂ ਮਿਲ ਜਾਂਦਾ ਉਹਨੂੰ, ਉਹਨੂੰ ਸਮਝ ਆ ਜਾਂਦੀ ਹੈ। ਉਹ ਪੁੱਛ ਲੈਂਦਾ ਗੁਰਬਾਣੀ ਦੀ ਰਾਜਾ ਰਾਮ ਕੀ ਕਹਾਣੀ। ਅੰਤਰਾਤਮਾ ਪ੍ਰਤੱਖ ਹੋ ਗਈ ਉਹਨੂੰ, ਆਪਣੇ ਮੂਲ, ਉਹਦਾ ਮੂਲ ਉਹਨੂੰ ਪ੍ਰਤੱਖ ਹੋ ਗਿਆ, ਮਿਲ ਗਿਆ, ਕਪਾਟ ਖੁੱਲ ਗਏ। ਕਿਉਂਕਿ ਉਹ ਜਿਹੜਾ ਬੈਠਾ ਹੈ, ਉਹ ਬੈਠਾ ਗੁਰਦੁਆਰੇ ਦੇ ਵਿੱਚ। ਸਤਿਗੁਰੂ ਬੈਠਾ ਗੁਰਦੁਆਰੇ ਦੇ ਵਿੱਚ। ਜਦ ਉਹ ਮਿਲ ਗਿਆ, ਉੱਥੇ ਚਲਿਆ ਗਿਆ, ਕਪਾਟ ਖੁੱਲੇ ਤੇ ਵਾਦੇ ਗਿਆ ਨਾ। ਇਹ ਮਨ ਮੰਦਰ ਦੇ ਵਿੱਚ ਬੈਠਾ ਹੈ, ਉਹ ਧਿਆਨ ਉੱਥੇ ਜੱਜ ਜਾਊਗਾ ਜਾਂ ਕਪਾਟ ਖੁੱਲ ਜਾਣਗੇ, ਉਹਦੇ ਨਾਲ ਨਹੀਂ ਜੁੜ ਸਕਦਾ ਧਿਆਨ। ਇੱਕ ਆਦਮੀ ਅੰਦਰ ਬੈਠਾ ਹੈ, ਬਾਹਰ ਵਾਲਾ ਬਾਹਰ ਖੜਾ ਹੈ। ਜਿੰਨਾ ਚਿਰ ਕਪਾਟ ਖੁੱਲਦੇ ਨਹੀਂ, ਦਰਵਾਜ਼ਾ ਖੁੱਲਦਾ ਨਹੀਂ, ਉਹਦੇ ਨਾਲ ਤਾਲਮੇਲ ਕਿਵੇਂ ਹੋਊਗਾ? ਉਹਨੂੰ ਦਿਖੂ, ਦਰਸ਼ਨ ਕਿਵੇਂ ਹੋਊਗਾ? ਅਸਲ 'ਚ ਭਰਮ ਦੂਰ ਹੋਏ ਨੂੰ ਕਪਾਟ ਖੁੱਲਿਆ ਕਹਿੰਦੇ ਨੇ। ਗਿਆਨ ਮਿਲ ਗਿਆ, ਭਰਮ ਦੂਰ ਹੋ ਗਿਆ। ਗਿਆਨ ਮਿਲ ਗਿਆ, ਭਰਮ ਦੂਰ ਹੋ ਗਿਆ। ਵਾਹਰ ਨਾ ਆਵੇ ਇੱਕ ਜੋਨੀ ਕੀ ਹੈ? ਆਪ ਇੱਕ ਹੋ ਜਾਂਦਾ ਹੈ। ਜਦ ਇੱਕ ਅਡੋਲ ਅਵਸਥਾ ਦੇ ਵਿੱਚ ਹੋ ਜਾਂਦਾ ਨਾ, ਅਡੋਲ, ਜਦੋਂ ਉਹਦੇ ਤੇ ਖੁਸ਼ੀ ਗਮੀ ਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁਖ ਸਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ। ਜਦੋਂ ਇਹ ਜੀ ਅਵਸਥਾ ਇਹਦੀ ਹੋ ਜਾਂਦੀ, ਉਹ ਇੱਕ ਦੀ ਅਵਸਥਾ, ਉਹ ਇੱਕ ਫਿਰ ਆਪ ਇੱਕ। ਇਹਦਾ ਇਹਨੂੰ ਤਸੱਲੀ ਹੋਣੀ ਵੀ ਮੈਂ ਉਹ ਇੱਕ ਹਾਂ। ਆਤਮ ਦਰਸ਼ਨ ਇੱਕ ਦਾ ਦਰਸ਼ਨ ਹੈ। ਇਹ ਨਿਰੰਜਨ ਦੇਵ ਦੀ ਗੱਲ ਹੈ। ਇਹ ਨਿਰੰਜਨ ਦੇਵ ਆਪੇ ਹੈ। ਫਿਰ ਬਿਲੇ ਨਿਰੰਜਨ ਦੇਵ ਸੋ ਸੇਵ ਜੋ ਲਾਇਆ ਸੇਵ, ਤਿਨ ਹੀ ਪਾਏ ਨਿਰੰਜਨ ਦੇਵ। ਪਾਏ ਨਿਰੰਜਨ ਦੇਵ, ਗੁਰਮਿਲ ਤੇ ਖੁੱਲੇ ਕਪਾਟ। ਗੁਰ ਮਿਲ ਤਾਕੇ ਖੁੱਲੇ ਕਪਾਟ। ਗੁਰ ਮਿਲ ਤਾਕੇ ਖੁੱਲੇ ਕਪਾਟ, ਗਿਆਨ ਮਿਲ ਗਿਆ, ਉਹਦੇ ਕਪਾਟ ਖੁੱਲ ਗਏ। ਇਸੇ ਨੂੰ ਕਪਾਟ ਖੁੱਲਣਾ ਕਹਿੰਦੇ ਨੇ, ਹੋਰ ਕੁਝ ਨਹੀਂ ਹੈ। ਕਪਾਟ ਕੂਟ ਕੇ ਤੇ ਖੁੱਲਦੇ। ਵਾਹਰ ਨਾ ਆਵੇ ਜੋਨੀ ਬਾਟ। ਪਰ ਦੁਬਾਰਾ ਜੋਨ 'ਚ ਨਹੀਂ ਆਉਂਦਾ। ਇੱਕ ਹੋ ਗਿਆ, ਇੱਕ ਹੋਣਾ ਹੀ ਬਸ ਵੱਡੀ ਗੱਲ ਸੀ। ਇੱਕ ਹੋ ਗਿਆ, ਉਹ ਅਡੋਲ ਅਵਸਥਾ ਚਲਿਆ ਗਿਆ, ਜਨਮ ਮਰਨ ਦਾ ਭਰਮ ਚਲਿਆ ਗਿਆ, ਦੂਰ ਹੋ ਗਿਆ। ਦੁਬਾਰਾ ਜੁਦੀ ਨਹੀਂ ਹੁੰਦੀ। ਜੁਦੀ ਉਹਨਾਂ ਚਿਰ ਹੁੰਦੀ ਹੈ ਜਿੰਨਾ ਚਿਰ ਕੱਚਾ ਹੈ। ਸਰੀਰ ਤੋਂ ਜਿਹੜਾ ਕੰਮ ਲੈਣ ਦਾ ਕੰਮ ਲੈ ਲਿਆ, ਫਿਰ ਸਰੀਰ ਦੀ ਉਹਨੂੰ ਲੋੜ ਨਹੀਂ। ਸਰੀਰ ਦੀ ਲੋੜ ਵਰਤੋਂ ਕਾਹਦੇ ਵਾਸਤੇ ਹੈ? ਫਿਰ ਜੇ ਕਰਦਾ ਵਰਤੋਂ, ਉਹਦੇ ਬਾਅਦ ਸਰੀਰ ਦੀ ਵਰਤੋਂ ਕਾਹਦੇ ਵਾਸਤੇ ਹੈ? ਕੀ ਕਰਦਾ? ਫਿਰ ਕੀ ਕਰਨਾ ਚਾਹੀਦਾ? ਕਹਿੰਦਾ ਇਹ ਜਨਮ ਤੁਹਾਰੇ ਲੇਖੇ। ਉਹ ਤੋਂ ਬਾਅਦ ਜਿਹੜਾ ਜਨਮ ਬਚ ਗਿਆ ਨਾ, ਇਹ ਜਨਮ ਦਾ ਮਤਲਬ ਜਿਹੜਾ ਹੁਣ ਬਚਿਆ ਹੋਇਆ ਹੈ, ਜਿਹੜਾ ਪਹਿਲਾਂ ਸੀ ਗੁਰਮਤਿ ਪ੍ਰਾਪਤ ਕਰਨ ਤੇ ਹੀ, ਜਿਹੜਾ ਸੀ ਕਪਾਟ ਖੁੱਲਣ ਤੇ ਹੀ, ਦਰਸ਼ਨ ਹੋਣ ਤੇ ਜਿਹੜਾ ਜਨਮ ਸੀ, ਉਹ ਤਾਂ ਇਹਦੇ ਆਪਣੇ ਲੇਖੇ ਲੱਗ ਗਿਆ। ਇਹਨੇ ਆਪਣੇ ਵਾਸਤੇ ਇਸਤੇਮਾਲ ਕਰ ਲਿਆ। ਜਿਹੜਾ ਬਚ ਗਿਆ ਉਹ ਤੁਹਾਰੇ ਲੇਖੇ। ਤੇਰਾ ਬੁਲਾਇਆ ਬੋਲੂਗਾ, ਜੋ ਤੂੰ ਕਰਾਉਣਾ ਕਰਾ ਲੈ। ਹੁਣ
ਤੂੰ ਆਪਣਾ ਕੰਮ ਕਰਾ ਲੈ। ਉਹਨੇ ਦੁਨੀਆ ਨੂੰ ਸਮਝਾਉਣਾ ਮੈਸੇਜ ਦੇ ਕੇ, ਫਿਰ ਉਹ ਦੁਨੀਆ ਨੂੰ ਫਿਰ ਬਾਣੀ ਉਤਰਦੀ ਹੈ ਤੁਰਕੀ, ਉਹ ਪ੍ਰਚਾਰ ਕਰਦਾ, ਠੱਗਾਂ ਦੇ ਖਿਲਾਫ ਕਰਦਾ, ਕਿਉਂਕਿ ਠੱਗ ਉਹ ਪਰਮੇਸ਼ਰ ਦੇ ਖਿਲਾਫ ਖੜੇ ਨੇ। ਠੱਗ ਪਰਮੇਸ਼ਰ ਦੀ ਖੇਡ 'ਚ ਵਿਘਨ ਪਾ ਰਹੇ ਨੇ। ਪਰਮੇਸ਼ਰ ਚਾਹੁੰਦਾ ਸਾਰੇ ਠੀਕ ਠਾਕ ਸਿਆਣੇ ਹੋ ਕੇ ਘਰ ਨੂੰ ਆ ਜਾਣ। ਜਿਹੜੇ ਇੱਥੇ ਚਲੇ ਗਏ ਗੁੱਸੇ ਹੋ ਕੇ ਜਾਂ ਨਾਰਾਜ਼ਗੀ ਹੋ ਕੇ ਜਾਂ ਨਿਆਣੇ ਵੀ ਘਰ ਨੂੰ ਆ ਜਾਣ, ਇਹ ਉਲਟੀ ਸਿੱਖਿਆ ਦਿੰਦੇ ਨੇ, ਘਰ ਨੂੰ ਜਾਣਾ ਨਹੀਂ। ਇੱਥੇ ਜਿਹੜੇ ਆਉਂਦੇ ਨੇ ਸੁਰਗ ਨਰਕ ਦੇ ਲਾਲਚ ਦੇ ਕੇ, ਇਹ ਅਸਲ 'ਚ ਪਰਮੇਸ਼ਰ ਦੇ ਰਾਹ ਦੇ ਰੋੜੇ ਨੇ ਸਾਰੇ। ਰੋੜਾ ਹੋ ਰਿਹਾ ਬਾਟਕਾ, ਰੋੜੇ ਹੀ ਨੇ ਸਭ। ਇਹ ਰੋੜੇ ਬਣੇ ਹੋਏ ਨੇ ਰਾਹ ਦੇ ਵਿੱਚ। ਉਹ ਰੋੜਿਆਂ ਨੂੰ ਚੁੱਕਦਾ ਫਿਰ ਸਾਰਿਆਂ ਨੂੰ। ਰੋੜਿਆਂ ਦੇ ਚਾਹੁੰਦਾ ਰੋਡ ਰੋਲਰ ਪਹਿਲਾਂ ਤਾਂ ਇਹਨਾਂ ਦੀ ਬਣ ਜਾਂਦੀ ਹੈ ਖੇ ਬਣਨੀ ਇਹਨਾਂ ਦੀ, ਹੋਰ ਕੁਝ ਨਹੀਂ ਬਣਨਾ। ਧੂੜ ਨਹੀਂ ਬਣਦੀ ਹੁੰਦੀ ਇਹਨਾਂ ਦੀ, ਇਹਨਾਂ ਦੀ ਖੇ ਕਰ ਦਿੰਦਾ, ਖੇ ਉਡਾ ਦਿੰਦਾ ਇਹਨਾਂ ਦੀ। ਇਹਨਾਂ ਦੀ ਖੇ ਉੜ ਜਾਣੀ ਹੈ। ਹੁਣ ਗੁਰਬਾਣੀ ਇਹਨਾਂ ਦੀ ਖੇ ਉਡਾ ਰਹੀ ਹੈ। ਇਹ ਖੇ ਜੋ ਉਡਾ ਰਹੇ ਨੇ, ਹੋਰ ਕੀ ਕਰ ਰਹੇ ਨੇ? ਜੋ ਪ੍ਰਚਾਰਾਂ ਦਾ ਖੇ ਉਡਾ ਰਹੇ ਨੇ, ਇਹਨਾਂ ਦੀ ਉਹ ਖੇ ਜੋ ਉਡਾ ਰਹੇ ਨੇ ਉਹੀ ਬਣ ਜਾਣੇ ਨੇ। ਧੂੜ ਨਹੀਂ ਹੁੰਦੀ, ਉਹ ਧੂੜ ਤਾਂ ਜਿਹੜੇ ਜਨ ਹੁੰਦੇ ਨੇ, ਤਦਾ ਧੂੜ ਪਨੀ ਤੇਰੇ ਜਨੂ। ਉਹਦੇ ਬਾਅਦ ਫਿਰ ਮੀਂਹ ਪੈਂਦਾ, ਬਾਰਿਸ਼ ਹੁੰਦੀ ਹੈ, ਪਾਣੀ ਹੈ ਨਾ, ਤੇ ਪਾਣੀ ਨਾਲ ਫਿਰ ਉਹ ਖੇ ਜੰਮ ਜਾਂਦੀ ਹੈ, ਫਿਰ ਧਰਤੀ ਦਾ ਰੂਪ ਹੋ ਜਾਂਦੀ ਹੈ। ਵੱਖਰੀ ਨਹੀਂ ਰਹਿੰਦੀ। ਪਬਲਿਕ ਦੇ ਵਿੱਚ ਰਲ ਗਏ, ਪਬਲਿਕ ਦਾ ਰੂਪ ਬਣ ਗਿਆ। ਜੇ ਜੀ ਆਮ ਪਬਲਿਕ ਹੋ ਜੇ, ਉਹ ਜਿਹੜੀ ਜੰਮੀ ਹੁੰਦੀ ਧੁੱਦਲ ਬਣੀ ਹੁੰਦੀ ਹੈ ਮਿੱਟੀ, ਜਾਂ ਮੀਂਹ ਪੈਂਦਾ ਮਿੱਟੀ ਹੋ ਜਾਂਦੀ ਹੈ, ਸਾਰੇ ਇੱਕੋ ਲੇਅਰ ਹੋ ਜਾਂਦੀ ਹੈ। ਵਾਹਿਆ ਹੋਇਆ ਵਾਹਣ ਹੁੰਦਾ, ਬਾਰਿਸ਼ ਪੈ ਜਾਏ ਇੱਕੋ ਹੋ ਗਿਆ, ਥੱਲੇ ਦੇ ਉੱਤੇ ਦੇ ਇੱਕੋ ਹੀ ਹੋ ਗਿਆ। ਪਬਲਿਕ ਦੇ ਵਿੱਚ ਹੀ ਇਹ ਰਲ ਜਾਂਦੇ ਨੇ। ਫਿਰ ਪਬਲਿਕ ਆ ਰਹੇ ਵੱਖਰੇ ਨਹੀਂ, ਜਿਹੜੀ ਥੱਲੇ ਦੀ ਮਿੱਟੀ ਹੋਈ ਉੱਤੇ ਦੀ ਮਿੱਟੀ। ਹਾਂਜੀ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਇਹ ਤੇਰਾ ਅਵਸਰ ਹੈ, ਅਵਸਰ ਮਿਲਿਆ ਤੈਨੂੰ, ਮੌਕਾ ਮਿਲਿਆ ਹੈ ਮਨੁੱਖਾਂ ਦੇ ਇਹੀ ਦਾ ਚਾਂਸ ਮਿਲਿਆ ਹੈ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰੀ ਹੈ। ਤਰਨ ਮਿਲ ਜਾ ਤੈਨੂੰ, ਇਹ ਸਮਾਰ ਕੇ ਖੇਲ ਲੈ ਇਹਨੂੰ। ਛੋਟੀ ਜਿਹੀ ਗਲਤੀ ਨਾਲ ਆਊਟ ਹੋ ਜਾਏਗਾ। ਅੜੀ ਜੀ ਜਿੱਥੇ ਕਾਲੀ ਵਗ ਗਿਆ, ਮਨਮਤ ਕਾਲੀ, ਆਊਟ ਹੋ ਜਾਏਗਾ। ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਇਹਨੂੰ ਆਪਣੇ ਹਿਰਦੇ 'ਚ ਵਿਚਾਰ ਕੇ ਦੇਖ ਲੈ, ਮਨ ਵਿੱਚ ਵਿਚਾਰ ਕੇ ਦੇਖ ਲੈ। ਇਹ ਤੈਨੂੰ ਚਾਂਸ ਮਿਲਿਆ, ਇਹਨੂੰ ਸਾਂਭ ਲੈ। ਚਾਂਸ ਵੀ ਸਾਂਭ ਹੁੰਦਾ। ਕਹਿਤ ਕਬੀਰ ਜੀਤ ਕਹਿ ਹਾਰ, ਬਹੁ ਵਿਧੀ ਕਹਿਓ ਪੁਕਾਰ ਪੁਕਾਰ। ਉਹ ਕਬੀਰ ਕਹਿੰਦਾ ਮੈਂ ਤਾਂ ਬਹੁਤ ਤਰੀਕੇ ਨਾਲ ਤੈਨੂੰ ਉੱਚੀ ਉੱਚੀ ਆਵਾਜ਼ ਪੁਕਾਰ ਪੁਕਾਰ ਕੇ ਕਹਿਤਾ। ਮੈਂ ਤਾਂ ਬਹੁਤ ਪੁਕਾਰਾਂ ਕਰ ਲਈਆਂ ਤੈਨੂੰ। ਹੁਣ ਤੂੰ ਬਾਈ ਚਾਹੇ ਜਿੱਤ ਲੈ, ਭਾਈ ਚਾਹੇ ਹਾਰ ਲੈ, ਇਹ ਹੁਣ ਤੇਰੇ ਤੇ ਛੱਡਤੀ। ਤੇਰੇ ਹੱਥ 'ਚ ਜਿਹੜੇ ਕਹਿੰਦੇ ਨੇ ਪਰਮੇਸ਼ਰ ਦੇ ਹੱਥ 'ਚ, ਬਿਲਕੁਲ ਨਹੀਂ ਕੁਝ। ਇਹ ਗੱਲ ਪਰਮੇਸ਼ਰ ਦੇ ਹੱਥ 'ਚ। ਬਾਜੀ ਜਿੱਤਣੀ ਜਾਂ ਹਾਰਨੀ ਇਹ ਸਾਡੇ ਵੱਸ 'ਚ। ਮਾਇਆ ਦੇ ਵਿੱਚ ਜਿਹੜੀ ਦੌੜ ਹੈ ਉਹ ਸਾਡੇ ਵੱਸ 'ਚ ਹੈ ਨਹੀਂ। ਮਾਇਆ ਧੱਕੇ ਨਾਲ ਅਸੀਂ ਵਾਧੂ ਲੈ ਨਹੀਂ ਸਕਦੇ। ਉਹਦਾ ਮਿਲਣੀ ਉਹਦੀ ਰਜਾ ਨਾਲ। ਨਾਮ ਜਿੰਨਾ ਤੁਸੀਂ ਮਰਜ਼ੀ ਲੈ ਲਓ, ਇਹ ਤੁਹਾਡੇ ਆਪਣੇ ਹੱਥ 'ਚ। ਸਕੂਲ ਕਾਲਜ ਜਾਂਦੇ ਨੇ ਮੁੰਡੇ, ਜਿੰਨਾ ਮਰਜ਼ੀ ਮਿਹਨਤ ਕਰ ਲੈਣ, ਪੜ੍ਹ ਲੈਣ, ਛੂਟ ਹੈ ਉਹਨਾਂ ਨੂੰ। ਜਿਹੜਾ ਜ਼ਿਆਦਾ ਮਿਹਨਤ ਕਰੂਗਾ ਮਦਨ ਬੱਲੇ ਲੂਗਾ, ਲਾਪਰਵਾਹੀ ਕਰੂਗਾ ਘੱਟ ਲੈ ਲੂਗਾ। ਉਹ ਤਾਂ ਉਹਦੀ ਮਿਹਨਤ ਤੇ ਡਿਪੈਂਡ ਕਰਦਾ, ਨਾ ਟੀਚਰ ਤੇ ਡਿਪੈਂਡ ਕਰਦਾ, ਨਾ ਮਾਂ ਬਾਪ ਤੇ ਡਿਪੈਂਡ ਕਰਦਾ, ਨਾ ਉਹਦੀ ਵਰਦੀ ਕਿਸੇ ਚੀਜ਼ ਤੇ ਵੀ ਡਿਪੈਂਡ ਨਹੀਂ ਕਰਦਾ। ਉਹਦੇ ਆਪਣੇ ਤੇ ਡਿਪੈਂਡ ਕਰਦਾ। ਜਿੰਨੀ ਉਹ ਲਗਨ ਨਾਲ ਪੜ੍ਹਾਈ ਕਰੂਗਾ ਉਹਦੀ ਉਹਦੀ ਪ੍ਰਾਪਤੀ ਹੋ ਜੂਗੀ, ਉਹਨੇ ਉਹਦੇ ਨੰਬਰ ਵਧੀਆ ਆ ਜਾਣਗੇ। ਹਾਂਜੀ, ਸਿਰਕੀ ਪੁਰੀ ਬਸੇ ਬੁੱਧ ਸਾਰ, ਤੈ ਤੁਮ ਮਿਲ ਕੇ ਕਰੋ ਵਿਚਾਰ। ਉਹ ਕਹਿੰਦਾ ਵੀ ਸ਼ਿਵਕੀਪੁਰੀ ਤੁਹਾਡੀ ਤਾਂ ਹੈਗੀ ਹੈ, ਬਾਹਰ ਕਾਸ਼ੀ ਨੂੰ ਤੁਸੀਂ ਸ਼ਿਵਕੀਪੁਰੀ ਕਹਿੰਦੇ ਹੋ। ਮੇਰਾ ਹਿਰਦਾ ਸ਼ਿਵਕੀਪੁਰੀ ਹੈ, ਕਿਉਂਕਿ ਉੱਥੇ ਸਾਰ ਬੁੱਧ ਬਸਦੀ ਹੈ, ਮੇਰੇ ਵਿਵੇਕ ਬੁੱਧੀ ਬਸਦੀ ਹੈ। ਤੁਸੀਂ ਸ਼ਿਵਪੁਰੀ ਨਾਂ ਤਾਂ ਰੱਖਿਆ ਕਿ ਇੱਥੇ ਸਾਰ ਬੁੱਧ ਹੈ।
ਸਾਰ ਬੁੱਧ ਜਿੱਥੇ ਹੁੰਦੀ ਹੈ, ਵੇਦਾਂ 'ਚ ਲਿਖਿਆ ਜਿੱਥੇ ਸਾਰ ਬੁੱਧ ਉਹ ਸ਼ਿਵਪੁਰੀ ਹੁੰਦੀ। ਕਬੀਰ ਕਹਿੰਦਾ ਸਾਰ ਬੁੱਧ ਹੈ ਨਹੀਂ। ਜੇ ਸਾਰ ਬੁੱਧ ਹੁੰਦੀ ਮੈਨੂੰ ਬਾਹਰ ਕਿਉਂ ਜਾਣਾ ਪੈਂਦਾ? ਸਾਰ ਬੁੱਧ ਤੇ ਤੁਹਾਡੇ ਕਿਸੇ ਕੋਲ ਨਹੀਂ। ਤੁਸੀਂ ਸ਼ਿਵਪੁਰੀ ਨੂੰ ਕਹਿੰਦੇ ਕਿਉਂ? ਝੂਠ ਬੋਲਦੇ ਹੋ। ਬਲੈਕਮੇਲਰ ਹੋ ਤੁਸੀਂ ਬਹੁਤ ਬੜੇ। ਸਾਰ ਬੁੱਧ ਦਾ ਬੋਲ ਲਾਤਾ, ਸਾਰ ਬੁੱਧ ਇੱਥੇ ਹੈ ਨਹੀਂ। ਐਵੇਂ ਸੰਤ ਕਰਦੇ ਨੇ। ਇਸੇ ਕਾਸ਼ੀ ਵਿੱਚ, ਇਸੇ ਕਾਸ਼ੀ ਦੇ ਪੜ੍ਹੇ ਹੋਏ ਪੰਡਤ ਨੇ ਕੀਤਾ ਟੀਕਾ, ਤਾਂ ਫਰਾਡ ਹੋ ਗਿਆ ਸਾਡੇ ਨਾਲ। ਕਾਸ਼ੀ ਦਾ ਸਾਰਾ ਹੈ ਹੀ ਫਰਾਡੀ। ਕਾਸ਼ੀ ਦੀ ਤਾਂ ਮੱਤੇ ਨਹੀਂ, ਇਹ ਤਾਂ ਮਗਰ ਦੀ ਮੱਤ ਹੈ। ਕਾਸ਼ੀ ਵਾਲਿਆਂ ਨੇ ਇਹਨੂੰ ਬਦਲਿਆ ਹਮੇਸ਼ਾ ਹੀ। ਬਦਲਣ ਦੇ ਵਿੱਚ ਇਹਨੂੰ ਮਾਹਰ ਨੇ ਕਾਸ਼ੀ ਵਾਲੇ, ਉਹ ਕਾਸ਼ੀ ਦਾ ਪੰਡਤ ਸੀ, ਬਦਲ ਕੇ ਰੱਖਦੀ ਮੱਤ, ਅਰਥਾਂ ਦੇ ਅਰਥ ਕਰਕੇ ਰੱਖਤੇ। ਔਰ ਉੱਥੇ ਹੀ ਭਾਈ ਗੁਰਦਾਸ ਨੂੰ ਭੇਜਦੇ ਨੇ। ਜਿਹੜੇ ਭਾਈ ਗੁਰਦਾਸ ਨੂੰ ਭੇਜਣ ਵਾਲੇ, ਮੰਨਣ ਵਾਲੇ ਸਾਰੇ ਮੀਣੇ ਪਸੰਦ, ਉਹ ਜਿਹੜੇ ਸੀ ਨਾ ਰਾਮ ਰਹੀਏ ਧੀਰ ਬੋਲੀਏ, ਸਾਰੇ ਉਹ ਨੇ। ਉਹਨਾਂ ਦੀ ਕਰਾਮਾਤ ਹੈ 12 ਤੇ 12 ਜੋ ਮਿਲਦਾ ਹੈ ਉਹ ਸਾਰਾ ਗੁਰਮਤਿ ਦੇ ਵਿਰੋਧ 'ਚ ਖੜਾ ਹੈ। ਜੇ ਕਿਸੇ ਨੂੰ ਭੁਲੇਖਾ ਡਿਸਕਸ ਕਰ ਲਵੇ, ਮੈਦਾਨ 'ਚ ਆ ਕੇ ਡਿਸਕਸ ਕਰ ਲਵੇ, ਜੇ ਭੁਲੇਖਾ ਕਿਸੇ ਨੂੰ, ਹੁਣ ਤਾਂ ਰਹਿਣਾ ਨਹੀਂ ਭੁਲੇਖਾ ਕਿਸੇ ਨੂੰ। ਸੀ ਭੁਲੇਖਾ 50 ਸਾਲ ਪਹਿਲਾਂ, ਜਦੋਂ ਜੱਟ ਨਹੀਂ ਸੀ ਨਿਕਲੇ, ਸਾਡੇ ਹੱਥ ਪੂਰੀ ਗੱਲ ਆਈ ਨਹੀਂ ਸੀ। ਸਿੰਘ ਤਾਂ ਪਹਿਲਾਂ ਦੇ ਖਿਲਾਫ ਨੇ, ਖਾਲਸਾ ਦੇ ਪਹਿਲਾਂ ਦੇ ਖਿਲਾਫ ਹੈ, ਸ਼ੁਰੂ ਤੇ 12 ਦੇ। ਪਰ ਉਹਨਾਂ ਕੋਲ ਇੰਨਾ ਮਸਾਲਾ ਨਹੀਂ ਸੀ ਕਿ ਇਹਨੂੰ ਗੁਰਬਾਣੀ ਦਾ ਇੰਨਾ ਖੋਜ ਨਹੀਂ ਸੀ ਕਿ ਇਹਨੂੰ ਸਿੱਧ ਕਰ ਦਈਏ ਵੀ ਹੈ। ਕਰਦੇ ਸੀ ਮੋਟੀਆਂ ਗੱਲਾਂ 'ਚ ਸਿੱਧ ਇਹਨੂੰ, ਪਰ ਜੜ ਨਹੀਂ ਸੀ ਪੁੱਟੀ ਜਾਂਦੀ ਇਹਦੀ। ਗੁਰਬਾਣੀ ਦੇ ਅਰਥ ਵੀ ਅਨਰਥ ਕੀਤੇ ਹੋਏ ਤੇ ਨਾ, ਉਹ ਅਰਥ ਅਨਰਥ ਇਹਨਾਂ ਨਾਲ ਮੇਲ ਖਾ ਜਾਂਦੇ। ਸ਼ਿਵ ਕੀ ਪੁਰੀ ਵਸੈ ਬੁੱਧ ਸਾਰ। ਕਬੀਰ ਕਹਿੰਦਾ ਮੈਂ ਗੱਲ ਮੰਨਦਾ, ਜਿੱਥੇ ਸਾਰ ਬੁੱਧ ਹੁੰਦੀ, ਸ਼ਿਵਪੁਰੀ ਹੁੰਦੀ, ਉਹ ਤਾਂ ਫਿਰ ਮੇਰਾ ਹਿਰਦਾ। ਹੁਣ ਤੁਹਾਡੇ ਦਾ ਹੈ ਨਹੀਂ, ਤੁਹਾਡੇ ਹੈ ਤਾਂ ਦਿਖਾਓ। ਝੰਡਾ ਕੱਢਦਾ ਕਬੀਰ ਨੇ ਕਾਸ਼ੀ ਵਿੱਚ, ਆਓ ਮੁਕਾਬਲਾ ਕਰੋ। ਜਿਵੇਂ ਕੋਈ ਭਲਵਾਨ ਖਾੜੇ ਝੰਡਾ ਕੱਢ ਦਿੰਦਾ ਆ ਕੇ, ਉਹਨੇ ਕਹਾ ਸ਼ਿਵ ਕੀ ਪੁਰੀ ਵਸੈ ਬੁੱਧ ਸਾਰ, ਇਹ ਝੰਡਾ ਕੱਢਿਆ ਤੈ ਤੁਮ ਮਿਲ ਕੇ ਕਰੋ ਵਿਚਾਰ। ਮੇਰਾ ਹਿਰਦਾ ਸ਼ਿਵ ਕੀ ਪੁਰੀ ਹੈ। ਹਿਰਦਾ ਹੀ ਅੰਮ੍ਰਿਤ ਸਰੋਵਰ ਬਣਨਾ, ਇਹ ਵੀ ਗੱਲ ਹੈ। ਅੰਮ੍ਰਿਤਸਰ ਉਹ ਨਹੀਂ ਹੈ। ਹਿਰਦਾ ਹੀ ਅਨੰਦਪੁਰ ਬਣਨਾ, ਜਿੱਥੇ ਆਨੰਦ ਹੈ। ਅਨੰਦਪੁਰ ਹਿਰਦੇ ਨੇ ਬਣਨਾ, ਕਦੇ ਪਿੰਡ ਨੇ ਨਹੀਂ ਬਣਨਾ, ਸ਼ਹਿਰ ਨੇ ਨਹੀਂ ਬਣਨਾ, ਜਗ੍ਹਾ ਬਾਹਰ ਨਹੀਂ ਬਣਨਾ ਹੁੰਦਾ। ਬਾਹਰ ਤਾਂ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਆਨੰਦ ਵੀ ਹਿਰਦੇ ਜੇ ਹੋਣਾ ਤਾਂ ਆਨੰਦਪੁਰ ਬਣ ਜਾਣਾ। ਜਿੱਥੇ ਆਨੰਦ ਹੋ ਆਨੰਦਪੁਰ ਆ, ਪੂਰੀ ਆਨੰਦ ਜਿੱਥੇ ਅੰਮ੍ਰਿਤ ਮਿਲਣਾ, ਪੂਰੀ ਨਾ, ਜਿੱਥੇ ਅੰਮ੍ਰਿਤ ਮਿਲਣਾ, ਅੰਮ੍ਰਿਤ ਸਰੋਵਰ ਹੈ। ਸਤਿਗੁਰ ਅੰਮ੍ਰਿਤ ਸਰੋਵਰ ਹੈ। ਸਤਿਗੁਰ ਤੇ ਖਾਲੀ ਕੋਈ ਨਹੀਂ। ਇਹ ਸਭ ਨਕਲ ਕੀਤੀ ਹੈ, ਕਾਸ਼ੀ ਮਤ ਦੀ ਨਕਲ ਹੈ ਸਾਡੇ ਕੋਲ ਕੀਤੀ ਹੋਈ। ਉਹੀ ਸਾਥ ਤੇ ਜਿਨ੍ਹਾਂ ਨੇ ਇਹ ਸਭ ਕੁਝ ਕਰਾਇਆ। ਪੁਰਾਣਾ ਕੁਛ ਨਹੀਂ ਹੈਗਾ ਸਾਡੇ ਕੋਲ। ਚੱਕ ਰਾਮਦਾਸ ਹੈ, ਉਹਦਾ ਨਾਮ ਤੁਸੀਂ ਵਿਗਾੜ ਕੇ ਕੁਛ ਤੇ ਕੁਛ ਕਰ ਲਿਆ। ਤੁਹਾਡਾ ਕੀਤਾ ਹੋਇਆ ਹੈ। ਬਨਾਰਸ ਦੇ ਠੱਗਾਂ ਨੇ ਠੱਗੀ ਉਸਕਾਈ ਹੈ। ਆਹ ਠੱਗਾਂ ਦੇ ਠੱਗ, ਉਹ ਜਿਨ੍ਹਾਂ ਨੇ ਰਾਜ ਕਰੇਗਾ ਖਾਲਸਾ ਬਣਾਉਣ ਦਾ ਠੱਗ ਤੇ ਸਾਰੇ ਹੋ। ਠੱਗ ਸਾਰੇ ਰਲ ਕੇ ਇਕੱਠੇ ਹੋ ਗਏ। ਉਹਦਾ ਆਟੇ 'ਚ ਨੂਣ ਵੀ ਨਹੀਂ, ਐਨ ਬਿੱਲੇ ਨਾ ਹੀ ਘੜੇ। ਉਹ ਬਿੱਲੇ ਨੂੰ ਕੋਲ ਪੁੱਛਦਾ। ਕਾਸ਼ੀ ਵਰਗੀਆਂ ਪੀਠਾਂ ਬਣਾ ਕੇ ਬਹਿ ਗਏ। ਜੋ ਪੀਠਾਂ ਬਣੀਆਂ ਹੋਈਆਂ ਨੇ, ਧਨ ਚੜ੍ਹਦਾ, ਧਨੇ ਧਨ ਪੈਦਾ ਕਰਤਾ। ਉੱਥੇ ਵੀ ਧਨ ਹੈ, ਇੱਥੇ ਵੀ ਧਨ ਹੈ। ਨਾਮ ਤਾਂ ਹੈ ਉਹ ਨਹੀਂ, ਇੱਥੇ ਉੱਥੇ ਵੀ ਨਹੀਂ, ਇੱਥੇ ਵੀ ਨਹੀਂ। ਨਾਮ ਵਾਲੀ ਗੱਲ ਛੱਡਦੀ, ਨੋਟਾਂ ਵਾਲੀ ਗੱਲ ਰੱਖ ਲਈ। ਸੰਸਾਰੀ ਧਨ ਹੈ, ਦੂਆ ਧਨ ਖਤਮ। ਦੂਏ ਧਨ ਦੀਆਂ ਗੱਲਾਂ ਨਹੀਂ ਕਰਨ ਦਿੰਦੇ। ਸ਼ਿਵ ਕੀ ਪੁਰੀ ਬਸੈ ਬੁੱਧ ਸਾਰ। ਤੈ ਤੁਮ ਮਿਲ ਕੇ ਕਰੋ ਵਿਚਾਰ। ਉੱਥੇ ਹੁਣ ਵਿਚਾਰ ਕਰੋ ਮਿਲ ਕੇ, ਇੱਕ ਮਨ ਇੱਕ ਚਿੱਤ ਹੋ ਕੇ ਵਿਚਾਰ ਕਰੋ ਇਹ ਗੱਲ ਦੀ। ਸ਼ਿਵ ਕੀ ਪੁਰੀ ਸਾਰ ਬੁੱਧ ਬਸਦੀ ਹੈ। ਜੇ ਤੁਹਾਡੇ ਸਾਰ ਬੁੱਧ ਆ ਗਈ, ਸ਼ਿਵ ਕੀ ਪੁਰੀ ਤੁਹਾਡੇ ਅੰਦਰੇ ਬਣ ਗਈ। ਜਿਵੇਂ ਬੇਰ ਮਸੀਤ ਕਿਹਾ,
ਮਨ ਕਰ ਮੱਕਾ ਕਿਹਾ, ਜਦ ਮਾਨੇ ਮੱਕਾ ਬਣ ਗਿਆ, ਮੱਕਾ ਤੇਰੇ ਨਾਲੇ ਹੈ। ਫਿਰ ਉਸੇ ਐਂਗਲ ਤੋਂ ਇਹ ਹੈ ਸਰੋਵਰ, ਅੰਮ੍ਰਿਤ ਸਰੋਵਰ, ਅੰਮ੍ਰਿਤਸਰ। ਜੇ ਉਹ ਏਦਾਂ ਹੈ ਤਾਂ ਅੰਮ੍ਰਿਤਸਰ ਵੀ ਏਦਾਂ ਅੰਦਰੇ ਬਣੂਗਾ, ਬਾਹਰ ਨਹੀਂ ਬਣ ਸਕਦਾ। ਪਖੰਡ ਚੱਲ ਲਿਆ ਤੁਹਾਡਾ ਜਿੰਨਾ ਚਿਰ ਚੱਲ ਲਿਆ। ਹੁਣ ਇਹ ਸਾਰਾ ਸਟਰਕਚਰ ਝੂਠ ਦਾ ਢਹਿ ਢੇਰੀ ਹੋ ਜਾਣਾ। ਝੂਠ ਦਾ ਜੋ ਸਟਰਕਚਰ ਬਣਾਇਆ ਸਭ ਢਹਿ ਢੇਰੀ ਹੋ ਜਾਣਾ ਹੈ। ਗਿਆਨ ਦੇ ਗੋਲਿਆਂ ਨੇ ਢਾ ਦੇਣਾ ਸਭ ਕੁਝ। ਕਬੀਰ ਕਹਿੰਦਾ ਨਾ, ਪ੍ਰੇਮ ਪਲੀਤਾ ਸੁਰਤਾ ਹਵਾਈ ਗੋਲਾ ਗਿਆਨ ਚਲਾਇਆ। ਗਿਆਨ ਦੇ ਗੋਲੇ ਐਸੇ ਚੱਲਣੇ ਸਭ ਢਹਿ ਢੇਰੀ ਹੋ ਜਾਣਾ, ਤੁਹਾਡਾ ਬਚਣਾ ਕੱਖ ਵੀ ਨਹੀਂ। ਬਚਾ ਲਿਓ। ਗਿਆਨ ਦੀ ਤੋਪ ਦਾ ਮੂੰਹ ਬੰਦ ਕੌਣ ਕਰੂ? ਗਿਆਨ ਦੇ ਗੋਲਿਆਂ ਮੂਹਰੇ ਢਾਲ ਗੜੀ ਲਾਓਗੇ। ਸੱਚ ਮੂਹਰੇ ਕੋਈ ਢਾਲ ਨਹੀਂ ਕੰਮ ਕਰਦੀ। ਸੱਚ ਕੀ ਕਾਤੀ ਦੇ ਮੂਹਰੇ ਕੋਈ ਢਾਲ ਨਹੀਂ ਕੰਮ ਕਰਦੀ। ਖੜਦਾ ਹੀ ਕੁਛ ਨਹੀਂ ਉਹਦੇ ਮੂਹਰੇ। ਤਾਂ ਇੱਥੇ ਨਹੀਂ ਖੜਿਆ, ਕੁਛ ਨਹੀਂ ਖੜਨਾ ਹੈ। ਚੁੱਪ ਵੱਟਣ ਦੇ ਸਵਾ ਕੁਛ ਨਹੀਂ ਤੁਹਾਡੇ ਕੋਲ ਰਿਹਾ। ਬਸ਼ਰਮ ਦੀ ਮਾਂ ਕੋਠੀ 'ਚ ਮੂੰਹ ਕਹਿੰਦੇ ਹੁੰਦੇ ਨੇ ਨਾ, ਕੋਠੀ 'ਚ ਮੂੰਹ ਬਾਹਰ ਨਹੀਂ ਕੱਢਦੀ, ਕੀ ਕਰੇ? ਕੋਠੀ 'ਚ ਮੂੰਹ ਰੱਖੋਗੇ ਹੁਣ ਤੁਸੀਂ। ਹਾਂਜੀ, ਈਦ ਊਤ ਕੀ ਸੋਝੀ ਪਰੇ, ਕੌਣ ਕਰਮ ਮੇਰਾ ਕਰ ਕਰ ਮਰੇ। ਜਿਹਦੇ ਅੰਦਰ ਸ਼ਿਵ ਕੀ ਪੂਰੀ ਸਾਰ ਬੁੱਧ ਹੈ, ਉਹਨੂੰ ਲੋਕ ਪਰਲੋਕ ਦੀ ਸੋਝੀ ਹੁੰਦੀ ਹੈ। ਦੋ ਲੋਕ ਪਰਲੋਕ ਦੀ ਸੋਝੀ ਉੱਥੋਂ ਅੰਮ੍ਰਿਤਸਰ ਤੋਂ ਸ਼ਰਤ ਰੱਖਦੀ ਕਬੀਰ ਨੇ। ਈਤ ਊਤ ਕੀ ਸੋਝੀ ਪਰ ਹੈ, ਸ਼ਿਵ ਕੀ ਪੁਰੀ ਦੇ ਵਿੱਚ ਲੋਕ ਪਰਲੋਕ ਦੀ ਸੋਝੀ ਹੁੰਦੀ ਹੈ। ਦੋ ਦੱਸੋ ਕਿੱਥੇ ਤੁਹਾਡੇ ਕੋਲ? ਲੋਕ ਪਰਲੋਕ ਦੀ ਸੋਝੀ ਮਗਰ ਪਈ ਹੈ। ਲੋਕ ਪਰਲੋਕ ਦੀ ਸੋਝੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ 'ਚ ਪਈ ਹੈ ਦਰਜ। ਪ੍ਰਚਾਰ ਤਾਂ ਹੋ ਨਹੀਂ ਰਿਹਾ, ਪ੍ਰਗਟ ਤਾਂ ਹੈ ਨਹੀਂ। ਪ੍ਰਗਟ ਤਾਂ ਹਿਰਦੇ ਜੋ ਜਿੱਥੇ ਵਿਚਾਰਾਂਗੇ। ਘਾਟੀ ਖੋਜੋ ਭਾਈ। ਜਦ ਵਿਚਾਰਾਂਗੇ ਉਹਦਾ ਹਿਰਦੇ 'ਚ ਪੈਦਾ ਹੋਣੇ, ਚਾਨਣ ਦਾ ਉੱਥੇ ਹੋਣਾ। ਏਦਾਂ ਤਾਂ ਤੁਹਾਨੂੰ ਦੀਵਾਲੀ ਨੂੰ ਲਾਈਟਾਂ ਕਦੇ ਜਗਾਈਆਂ ਨੇ ਤੁਸੀਂ? ਤੁਹਾਨੂੰ ਕੀ ਲੋੜ ਸੀ ਲਾਈਟਾਂ ਜਗਾਉਣ ਦੀ? ਗੁਰਬਾਣੀ ਦਾ ਜੱਗ ਮੈਂ ਚਾਨਣ। ਇੱਕ ਪਾਸੇ ਕਹਿੰਦਾ ਗੁਰਬਾਣੀ ਜੱਗ ਮੈਂ ਚਾਨਣ, ਫਿਰ ਲਾਈਟਾਂ ਜਗਾਉਂਦੇ ਤੁਸੀਂ ਉੱਥੇ। ਪਖੰਡ ਕਿਹਨੂੰ ਦੱਸਦੇ ਹੋ ਕਰਕੇ? ਸਭ ਪਖੰਡ ਹੈ। ਤੁਹਾਨੂੰ ਤਾਂ ਲੋੜ ਹੀ ਨਹੀਂ, ਤੂੰ ਤਾਂ ਬਿਜਲੀ ਸਪਲਾਈ ਕਰੋ ਸਭ ਸਾਰੀ ਵਰਲਡ ਨੂੰ। ਲਾਈਟਾਂ ਤੁਹਾਡੇ ਕੋਲ ਨੇ, ਗੁਰਬਾਣੀ ਦੀਆਂ ਲਾਈਟਾਂ ਫਿੱਟ ਕਰ ਦੋ ਉਹਦੀਆਂ ਜਗਾ ਕੇ। ਕਿਸੇ ਨੇ ਨਹੀਂ ਪੁੱਛਣੀਆਂ ਗੱਲਾਂ ਤੁਹਾਡੀਆਂ। ਹੁਣ ਝੂਠ ਕਿੰਨਾ ਚਿਰ ਚੱਲਦਾ ਹੁੰਦਾ ਹੈ। ਗੁਰਬਾਣੀ ਚਾਨਣ ਕਰਦੀ ਹੈ, ਉੱਥੇ ਕਰਦੀ ਹੈ ਜਿੱਥੇ ਚੰਦ ਸੂਰਜ ਚਾਨਣ ਨਹੀਂ ਕਰਦੇ। ਗੁਰਬਾਣੀ ਚਾਨਣ ਕਰਦੀ ਜ਼ਰੂਰ ਹੈ, ਪਰ ਜਿੱਥੇ ਸੂਰਜ ਚੰਦ ਦੀ ਰੋਸ਼ਨੀ ਨਹੀਂ ਜਾਂਦੀ ਉੱਥੇ ਕਰਦੀ ਹੈ। ਉਹ ਤਾਂ ਹਿਰਦੇ 'ਚ ਕਰਦੀ ਹੈ। ਫਿਰ ਤੇ ਹਿਰਦੇ ਨੇ ਕਾਸ਼ੀ ਬਣਨਾ, ਹਿਰਦੇ ਨੇ ਅੰਮ੍ਰਿਤ ਸਰੋਵਰ ਬਣਨਾ। ਹਿਰਦੇ ਨੇ ਬੇਗਮਪੁਰਾ, ਹਿਰਦਾ ਹੀ ਬੇਗਮਪੁਰਾ ਬਣਿਆ ਸੀ। ਇਹ ਹਿਰਦੇ ਦੇ ਨਾਮ ਨੇ ਸਾਰੇ ਹੀ। ਇਸ ਵਕਤ ਹਿਰਦਾ ਕੀ ਹੈ? ਇਸ ਵਕਤ ਹਿਰਦਾ ਕੁਲ ਖੇਤ। ਕੁਲ ਖੇਤ ਉਹ ਰੰਗ, ਉਹ ਰਣ ਭੂਮੀ ਹੈ ਜਿੱਥੇ ਚੇਤਰ ਮਨ ਇੱਕੋ ਦੋ ਸਗੇ ਭਾਈ ਲੜਦੇ ਨੇ। ਇੱਕ ਕੁਲ ਦੇ ਬੰਦਿਆਂ ਨੇ ਜੰਗ ਦਾ ਮੈਦਾਨ ਬਣਾਇਆ ਜਿੱਥੇ ਕੁਲ ਖੇਤ ਕਹਿੰਦੇ ਨੇ ਉਹਨੂੰ। ਕੁਲ ਖੇਤ ਕੌਣ ਲੜਦੇ? ਚਾਚੇ ਤਾਏ ਦੇ ਭਰਾਏ ਲੜੇ ਸੀ, ਇੱਕੋ ਖਾਨਦਾਨ ਲੜਿਆ ਸੀ ਨਾ। ਇਹ ਦੋਏ ਜਿੱਥੇ ਦੁੰਦ ਯੁੱਧ ਹੋ ਰਿਹਾ, ਚੇਤਰ ਮਨ ਦਾ ਕੁਲ ਖੇਤ ਬਣਿਆ ਹੋਇਆ ਹੈ ਹਿਰਦਾ। ਇੱਕ ਕੁਲ ਦਾ ਖੇਤ ਹੁੰਦਾ, ਮੈਦਾਨ ਖੇਤੀ ਕਰੋ ਨਵੇੜਾ। ਜੰਗ ਦਾ ਮੈਦਾਨ, ਜੰਗ ਦੇ ਮੈਦਾਨ ਨੂੰ ਖੇਤ ਕਹਿੰਦੇ ਨੇ। ਜਿੱਥੇ ਖੇਤੀ ਕਰਨੀ ਉਹ ਵੀ ਲੜਾਈ ਹੋਈ ਹੈ। ਖੇਤੀ ਜ਼ਮੀਨ ਨਾਲ ਘੁਲਦੇ ਆ, ਮਿੱਟੀ ਨਾਲ ਘੁਲਦੇ ਆ, ਲੜਾਈ ਨਹੀਂ ਹੈ ਉੱਥੇ। ਫਸਲਾਂ ਨੇ ਕੀੜੇ ਮਾਰ ਦਵਾਈਆਂ ਪੈਂਦੀਆਂ ਨੇ, ਬਿਮਾਰੀਆਂ ਲੱਗਦੀਆਂ ਨੇ, ਗੋਡੀ ਕਰਦੇ ਆ। ਪੂਰੀ ਜੱਦੋ ਜਹਿਦ ਕਰਕੇ ਤਾਂ ਫਸਲ ਪੈਦਾ ਹੁੰਦੀ ਹੈ ਉੱਥੇ। ਫਸਲ ਐਵੇਂ ਪੈਦਾ ਹੋ ਜਾਂਦੀ ਹੈ। ਇਹ ਵੀ ਬਕਾਰਾਂ ਨਾਲ ਪੂਰੀ ਜੰਗ ਕਰਕੇ ਤਾਂ ਗਿਆਨ ਬਚਦਾ ਹੈ, ਤਾਂ ਪੈਦਾ ਹੁੰਦਾ ਹੈ। ਜਿਵੇਂ ਫਸਲ ਦੇ ਵਿੱਚ ਘਾਹ ਫੂਸ ਪੈਦਾ ਹੁੰਦਾ ਨਾ, ਫਸਲ ਨੂੰ ਨਹੀਂ ਹੋਣ ਦਿੰਦਾ। ਇਵੇਂ ਬਕਾਰ ਨਾਮ ਨੂੰ ਉਤਪੰਨ ਨਹੀਂ ਹੋਣ ਦਿੰਦੇ, ਜਮਾਂ ਨਹੀਂ ਹੋਣ ਦਿੰਦੇ, ਖਾ ਜਾਂਦੇ ਨੇ ਸਭ।
ਇਹਨਾਂ ਦੀ ਗੋਡੀ ਕਰਨੀ ਪੈਂਦੀ ਹੈ, ਇਹਨਾਂ ਦੇ ਸਪਰੇਅ ਕਰਨੀ ਪੈਂਦੀ ਹੈ, ਤਾਂ ਫਸਲ ਵੱਜਦੀ ਹੈ ਗਿਆਨ ਦੀ, ਤਾਂ ਨਾਮ ਵੱਜਦਾ, ਐਵੇਂ ਵੱਜੂਗਾ। ਪੂਰੀ ਜੱਦੋ ਜਹਿਦ ਨਾਲ ਇਹ ਲੜਾਈ ਹੈ, ਇਹ ਮਨ ਸੇ ਸੱਤ, ਮਨ ਸੇ ਝਗੜਾ। ਖਾਲਸਾ ਸੋਜੋ ਕਰੇ ਨਿਤ ਜੰਗ ਹੈ। ਜਿਹੜਾ ਕਿਸਾਨ ਜੰਗ ਨਹੀਂ ਕਰਦਾ, ਫਸਲ ਦੇ ਵਿਰੋਧੀ ਜੋ ਚੀਜ਼ਾਂ ਨੇ, ਚਾਹੇ ਉਹ ਥੱਲਿਓ ਪੈਦਾ ਹੋਈ ਹੈ, ਚਾਹੇ ਉੱਤੋਂ ਬਿਮਾਰੀ ਹੈ ਕੋਈ, ਉਹਨਾਂ ਦੀ ਸੇਫਟੀ ਨਹੀਂ ਕਰਦਾ, ਬਚਾਉਂਦਾ ਨਹੀਂ, ਉਹਦੇ ਫਸਲ ਕੀ ਹੋ ਜੂਗੀ? ਫਿਰ ਚਿੜੀਆਂ ਨੇ ਵੀ ਪੈਣੇ, ਉਹਨਾਂ ਨੂੰ ਵੀ, ਉਹਨਾਂ ਤੋਂ ਵੀ ਬਚਾਉਣਾ, ਹਰ ਪੱਖੋਂ ਬਚਾਉਣਾ ਫਸਲ ਨੂੰ। ਇੱਥੇ ਨਾ ਮੇਰਾ ਖੇਤੀ, ਨਾ ਮੇਰਾ ਬਾੜੀ, ਨਾ ਵੀ ਤਾਂ ਖੇਤੀਬਾੜੀ, ਦੋ ਚੀਜ਼ਾਂ ਨੇ। ਇਸ ਕਰਕੇ ਸਾਰਬੁੱਧ ਜਿਹੜੀ ਹੈ ਜਿੱਥੇ ਹੁੰਦੀ ਹੈ ਉਹ ਕਾਸ਼ੀ ਹੁੰਦੀ ਹੈ, ਸ਼ਿਵ ਕੀ ਪੂਰੀ ਹੁੰਦੀ ਹੈ। ਕਾਸ਼ੀ ਤਾਂ ਤੁਹਾਨੂੰ ਪੁੱਜੇ ਕੇ ਹੈ ਨਾ, ਇੱਥੋਂ ਹੀ ਤੁਹਾਨੂੰ ਪੈਦਾ ਹੋਣੀ ਹੈ, ਕਾਸ਼ੀ ਤੋਂ ਹੀ, ਸ਼ਿਵ ਕੀ ਪੂਰੀ ਤੋਂ ਹੀ। शिव शक्ति आपो पाए के करता आपे हुक्म करता है। शिव जी शक्ति नाल शरीर चलता, और किवें चलता? अंदर शिव बैठा भी शक्ति नाल चलता है शरीर, ਉਹਦੇ ਨਾਲ ਤੁਰਿਆ ਫਿਰਦਾ। ਮਨ ਕੀ ਹੈ? ਮਨ ਸ਼ਕਤੀ ਹੈ ਉਹਦੀ, ਇਹ ਮਨ ਸ਼ਕਤੀ ਹੈ, ਮਨ ਸੀਓ ਅੰਦਰਲੇ ਸ਼ਿਵ ਦੀ ਸ਼ਕਤੀ ਹੈ, ਮਨ ਹੋਰ ਕੁਝ ਵੀ ਨਹੀਂ ਹੈ। ਮਨ ਕੋ ਵੱਖਰੀ ਚੀਜ਼ ਨਹੀਂ ਹੈ। ईत ऊत की सोझी परे, ईत ऊत की सोझी पे कौन कर्म मेरा कर कर मरे। लोक परलोक की सोझी हो जानी है शिवपुरी वाले नूं, थोड़े कोल है नहीं। लोक परलोक की सोझी होनी चाहिए है। उत्थे लोक परलोक की सोझी हो रही थी अमृतसर ते सिफती का करता क्या होया, जब हो रही थी ज्यादा का ना है अमृतसर सिफत, वो भी हृदय सी अमृतसर सिफती का कर। लाहौर शहर नाल सी, उत्थे की सी? उत्थे माया का प्रभाव सी, जहर सी, उत्थे कहर सी, उत्थे की मन भावदे, इत्थे भाणा सी। दोहां दा मुकाबला भी है नाल, उत्थे धक्का सी, कहर है। इत्थे धक्का किसे नाल भी नहीं है, सारे भाणे चलते ने। उत्थे माया है, जहर, कहर, सभा पहर, हर पहर दे विच बद्धी है। इत्थे ज्ञान वधदा है, उत्थे जहर वधी है। इत्थे ना ईर्खा रखदे ने हो। हां कौन कर्म मेरा कर कर मरे, कौन कर्म मेरा कर कर मरै। ये मन मरन दी गल कीती सी कबीर ने, तां छड्डी सी माला। उन्होंने पूछया सी मैं ये मुड़िया क्यों ना मोयो, मेरा मन नहीं मरिया। कौन कर्म है जिहदे नाल मन मरूगा, उदों पता लगना ही तूत की जा सोझी हो जानी, वो तो पहला पता ही नहीं लगना। मन दे मरन दी विधि और कर्म किहड़े कर्म नाल मन मरूगा, किवें मन मरूगा, कहण दा भाव है किहड़े कर्म करन करके मन मरूगा। ये उदों सोझी पैनी है दी जद ई तूत की सोझी हो जानी है। वो तो पहला कुछ नहीं पता किसी को। जिहड़े संत ने उन्होंने तो ये अर्थ भी नहीं होते। ई तूत की सोझी पहला होनी है, मन मारन की विधि का समझ आनी है बाद च। वो तो बाद च मन मरना है, ई तूत की सोझी नाल ही मन मरना है। हाँ। निज पद ऊपर लागो ध्यान, राजा राम नाम मोरा ब्रह्म ज्ञान। निज पद, निज पद, निज पद, निज पद होंदा अपने आप नाल जुड़ जाना, अपने मूल नाल, अपने आप दे ध्यान, आत्म ध्यानी। निज पद दा मतलब आत्म ध्यानी, अपने आप ही ध्यान, किसे च नहीं है। ते कहंदे परमात्मा दा ध्यान धरो, गुरबाणी तो कहदी होनी गल, किसे दा ध्यान धर नूं गुरबाणी नहीं कहती किते भी। हिंदू मत कहती होगी, प्रचार हिंदू मत का हो रहा। आत्म ध्यान, निज पद ऊपर अपने आप ते ध्यान रखो। अपना बुद्धि ने अपने मन से ध्यान रखना बस। साढ़े एक आदमी को कहते हैं चारे लदे जा रहे हैं,
ਚਾਲਾਂ ਧਿਆਨ ਰੱਖੂ ਵੀ ਕੋਈ ਗਲਾ ਕਿਸੇ ਨਾਲ ਖਾ ਕੇ ਸੜ ਨਾ ਰਵੇ ਬੋਰੀ, ਉਹ ਤਾਂ ਧਿਆਨ ਰੱਖੂਗਾ। ਕਦਾ ਨਾ ਚਾਹੁੰਦਾ ਵੀ ਮੇਰੀ ਬੋਰੀ ਕਰੇ ਕਿਤੇ ਨਾ ਕਿਤੇ, ਕੋਈ ਮੈਨੂੰ ਚੀਜ਼ ਮਿਲੇ ਮੈਂ ਖਾ ਕੇ ਥੱਲੇ ਸੁੱਟਦਾ। 2-4-5 ਮਿੰਟ ਜਿੰਨਾ ਚਿਰ ਲੱਗਦਾ ਨਹੀਂ ਉਹਨੇ 'ਚ ਸਾਹ ਆਊਗਾ। ਇੰਨੀ ਗੱਲ ਜਾਣਦੇ ਹੁੰਦੇ ਨੇ, ਕਦੇ ਸਮਝਦੇ ਹੁੰਦੇ ਨੇ ਇੰਨੀ ਗੱਲ। ਘਵਾਰ ਨੂੰ ਵੀ ਪਤਾ ਵੀ ਕਦੇ ਜਾਣਦੇ ਨੇ ਇੰਨੀ ਗੱਲ, ਉਹਦੇ 'ਚ ਧਿਆਨ ਰੱਖਦਾ। ਮਨ ਦੇ ਸਾਰੇ ਜਿੰਨੇ ਮਨ ਦੇ ਬਸਬ ਨੇ ਨਾ, ਬਸਬ ਗੁਣ, ਔਗਣ ਕਹਿ ਲਓ। ਔਗਣਾਂ ਨੂੰ ਕਈ ਵਾਰ ਅਸੀਂ ਬਸਬ ਜਿਹੜੇ ਕਹਿੰਦੇ ਹੁੰਦੇ ਤਾਂ ਗੁਣ ਨੇ, ਔਗਣਾਂ ਨੂੰ ਵੀ ਕਹਿ ਦਿੰਦੇ ਹਾਂ ਬਸ। ਔਗਣਾਂ ਨੂੰ ਗੁਣ ਕਿਹਾ ਹੋਇਆ, 3 ਗੁਣ ਜਿਹੜੇ ਨੇ ਅਸਲ 'ਚ ਔਗਣ ਹੈ। ਉਹ ਤ੍ਰੈਗੁਣ ਮਿੱਠਾ ਸਾਰੇ ਬੁੱਧੀ ਜਾਣਦੀ ਹੈ, ਵਿਵੇਕ ਬੁੱਧੀ। ਮਨ ਕਿੱਧਰ ਸ਼ਰਾਰਤਾਂ ਸੁਝਦੀਆਂ ਨੇ, ਕਿਵੇਂ ਇਹਨੂੰ ਘੇਰਨਾ, ਸਾਰੀ ਗੱਲ ਦਾ ਪਤਾ। ਵਿਵੇਕ ਬੁੱਧੀ ਨੂੰ ਸਾਰਾ ਹੀ ਪਤਾ। ਇਸੇ ਕਰਕੇ ਮਨ ਕਰ ਜਾਂਦਾ, ਉਦਾਂ ਨਹੀਂ ਮਨ ਕਰਦਾ ਕਿਸੇ ਤੋਂ। ਕਿੱਡਾ ਹੀ ਕੋਈ ਆਦਮੀ ਚਾਤਰ ਛਾਤਰ ਹੋਵੇ, ਜਿਹਨੂੰ ਗੁਰਬਾਣੀ ਦੀ ਸੋਝੀ ਆ ਗਈ, ਉਹਦੇ ਮੂਹਰੇ ਇੱਕ ਕਦਮ ਨਹੀਂ ਚੱਲ ਸਕਦਾ। ਇੱਕ ਕਦਮ ਉੱਤੇ ਹੀ ਘੇਰ ਲਊ, ਗੱਲ ਕਰਦਾ ਹੀ ਘੇਰ ਲਊ। ਸ਼ਰਾਰਤ ਕਰਦੇ ਨੇ ਉਹ ਬੰਦੇ, ਆਉਂਦੇ ਨੇ ਸਵਾਲ ਕਰਦੇ ਨੇ, ਸਵਾਲ ਚੋਂ ਫਿਰ ਉਹ ਸਵਾਲ ਨੂੰ ਵਧਾ ਕੇ ਦੇਖਦੇ ਨੇ। ਜਿੰਨਾ ਤੇਰਾ ਜਾਇਜ਼ਾ ਸਵਾਲ ਹੈ, ਉਹ ਜਵਾਬ ਹੈ। ਕੌਣ ਕਰਮ ਮੇਰਾ ਕਰ ਕਰ ਮਰੇ, ਕਰ ਕਰ ਮਰੇ। ਇਹ ਮੇਰਾ ਮਨ ਹੈ ਜਿਹੜਾ, ਕਿਹੜੇ ਕੰਮ ਜਿਹਨੂੰ ਲਾਵਾਂ ਮਰ ਜਵੇ, ਕਿਹੜਾ ਕਰਮ ਤੋਂ ਕਰਾਇਆ ਜਾਵੇ, ਕਿਹੜਾ ਕੰਮ ਕਰਦਾ ਕਰਦਾ ਮਰੂਗਾ। ਇਹ ਸ਼ਬਦ ਵਿਚਾਰ ਕਰਦਾ ਕਰਦਾ ਮਰੂਗਾ। ਜਵਾਬ ਇਹ ਹੈ, ਇਹਨੂੰ ਸ਼ਬਦ ਵਿਚਾਰ ਚਲਾ ਲਓ, ਮਨ ਆਪੇ ਮਰ ਜਾਊਗਾ। ਸੋਚਣਾ ਜਿੱਦਣ ਇਹਨੇ ਛੱਡਤਾ, ਮਨ ਮਰ ਗਿਆ। ਜਿਹਨੂੰ ਸਮਝਣ ਲਾ ਦਈਏ ਤਾਂ ਆਪੇ ਮਰ ਜਾਊਗਾ। ਜਵਾਬ ਇਹ ਹੈ। ਇੱਥੇ ਸਵਾਲ ਹੈ, ਜਵਾਬ ਨਹੀਂ ਦਿੱਤਾ ਹੋਇਆ। ਜੇ ਸ਼ਬਦ ਵਿਚਾਰ ਕੇ ਲੱਗਿਆ ਰਹੇ ਉਹ ਮਰ ਜਾਊਗਾ। ਸੋਚਣਾ ਆਪੇ ਬੰਦ ਹੋ ਜੂ ਇਹਦਾ। ਇੱਧਰ ਇਹਨੂੰ ਵਿਹਲੇ ਨਾਲ ਹੁਣ ਦੋ, ਵਿਹਲਾ ਹੁਣ ਦੋ ਹੀ ਨਾ। ਇਹ ਸੋਲਾ ਜਾਂ ਸ਼ਬਦ ਵਿਚਾਰ ਕਰ ਲੈ। ਜਿੰਨਾ ਚਿਰ ਸੌਊਗਾ, ਸੁਪਨਾ ਵੀ ਸ਼ਬਦ ਵਿਚਾਰ ਦਾ ਜਾਊ। ਫਿਰ ਜੇ ਸੁੱਤੇ ਵੀ ਨੂੰ ਸੁਪਨਾ ਆ ਜਾਏ, ਜਿਹੜਾ ਕੰਮ ਕਰਦਾ ਹੁੰਦਾ ਉਹਦਾ ਹੀ ਆਉਂਦਾ ਹੁੰਦਾ। ਫਿਰ ਸੱਚ ਸੱਚਾ ਜਨਾ ਰਾਤੇ ਉੱਠ ਜਾਣਾ। ਹਾਂ, ਕੌਣ ਕਰਮ ਤੇਰਾ ਕਰ ਕਰ ਮਰੇ, ਸ਼ਬਦ ਵਿਚਾਰ 'ਚ ਲੱਗਿਆ ਹੈ, ਮਨ ਮਰ ਜਾਂਦਾ। ਗੁਰਬਾਣੀ ਵਿਚਾਰ ਕਰਦਾ ਹੀ ਰਹੇ, ਇਹ ਮੁੱਕਣ ਵਾਲੀ ਚੀਜ਼ ਹੈ ਨਹੀਂ। ਉੱਚੇ ਤੋਂ ਉੱਚਾ ਭਗਵੰਤ ਹੈ, ਵਿਸ਼ਾ ਐਸਾ ਹੈ ਮੁੱਕਦਾ ਹੀ ਨਹੀਂ। ਸਾਰੇ ਵਿਸ਼ੇ ਦੁਨੀਆ ਦਾ ਗਿਆਨ ਮੁੱਕ ਜਾਂਦਾ ਹੀ ਨਹੀਂ, ਮੁੱਕਦਾ ਹੈ। ਕਿਉਂਕਿ ਲਿਮਟ ਹੈ ਨਹੀਂ ਇਹਦੀ, ਬਾਕੀ ਸੰਸਾਰ ਦੀ ਲਿਮਟ ਹੈ। ਭਾਵੇਂ ਸੰਸਾਰ ਦਾ ਗਿਆਨ ਵੀ ਅਸੀਂ ਮੰਨਦੇ ਨੇ, ਉਹ ਅਸੀਂ ਹੈ ਨਹੀਂ। ਸੰਸਾਰ ਦਾ ਗਿਆਨ ਉਹ ਮੰਨਦੇ ਨੇ, ਇਹ ਮੰਨਦੇ ਨੇ, ਵਿਦਵਾਨ ਮੰਨਦੇ ਨੇ। ਵਿਦਵਾਨਾਂ ਖਾਤਰ ਹੈਗਾ, ਉਹਨਾਂ ਦੀ ਜਿਹੜੀ ਬੁੱਧੀ ਵਿਦਵਾਨਾਂ ਦੀ, ਉਹਦੇ ਵਾਸਤੇ ਅਸੀਮ ਹੈ। ਉਹ ਆਪਣੇ ਲੈਵਲ ਤੇ ਗੱਲ ਕਰਦੇ ਨੇ। ਉਹ ਭਰਮ ਨੂੰ ਵੀ ਅਸੀਮ ਮੰਨਦੇ ਨੇ। ਭਰਮ ਅਸੀਮ ਨਹੀਂ ਹੁੰਦਾ, ਨਾ ਹੋਵੇ ਨੂੰ ਅਸੀਮ ਮੰਨਦੇ ਨੇ, ਨਾ ਕੋਈ ਔਗਣ ਅਸੀਮ ਨਹੀਂ ਹੈ। ਜੇ ਔਗਣ ਅਸੀਮ ਹੋਵੇ ਫਿਰ ਤਾਂ ਨਾਮ ਦੇ ਮੁਕਾਬਲੇ ਦੇ ਖੜ ਜਵੇ ਜਾ ਕੇ, ਉਹ ਫਿਰ ਤਾਂ ਨਾਮ ਦੇ ਕਾਬੂ 'ਚ ਨਹੀਂ ਆ ਸਕਦਾ। ਉਹ ਸਿਰਫ ਨਾਮ ਅਸੀਮ, ਨਾਮ ਦੀ ਸ਼ਕਤੀ ਅਸੀਮ, ਕੋਈ ਸ਼ਕਤੀ ਅਸੀਮ ਨਹੀਂ ਹੈ ਇਹਦੇ ਸਾਹਮਣੇ। ਸੱਚਖੰਡ ਅਸੀਮ ਹੈ, ਬਾਕੀ ਸਭ ਕੁਝ ਸੀਮਤ ਹੈ। ਭਾਵ ਸਾਗਰ ਦਾ ਸੱਚਖੰਡ ਦੇ ਵਿੱਚ ਹੈ, ਸੁਖ ਸਾਗਰ ਦੇ ਵਿੱਚ ਹੈ। ਫਿਰ ਵਿੱਚ ਵਾਲੀ ਚੀਜ਼ ਅਸੀਮ ਕਿਵੇਂ ਹੋ ਜੂਗੀ? ਜਿਹੜੀ ਕਿਸੇ ਚੀਜ਼ ਦੇ ਵਿੱਚ ਹੈ ਉਹ ਤਾਂ ਸੀਮਤ ਹੈ। ਫਿਰ ਜਿਹਦੇ ਵਿੱਚ ਹੈ ਉਹ ਅਸੀਮ। ਸੁਖ ਸਾਗਰ ਅਸੀਮ ਹੈ, ਭਵ ਸਾਗਰ ਸੀਮਤ ਹੈ। ਭਵ ਸਾਗਰ ਦਾ ਗਿਆਨ ਵੀ ਸੀਮਤ ਹੈ। ਜਿਹੜੀ ਚੀਜ਼ ਸੀਮਤ ਹੈ, ਉਹਦਾ ਗਿਆਨ ਵੀ ਸੀਮਤ ਹੈ। ਵਿਦਵਾਨ ਵਿਚਾਰੇ ਕੀ ਜਾਣਨ ਭਵ ਸਾਗਰ ਕੀ ਹੁੰਦਾ ਹੈ, ਕਿੱਥੇ ਹੈ ਉਹ? ਪੰਕਤੀ ਤਾਂ ਇਹਨਾਂ ਨੇ ਪੜ੍ਹੀ, ਇਹਨਾਂ ਦੇ ਕਿਹੜਾ ਯਾਦ ਹੈ? ਇਹ ਔਬੇ ਨੂੰ ਅਸੀਮ ਮੰਨਦੇ ਤੇ। ਜੇ ਔਬੇ ਅਸੀਮ ਹੈ, ਇਹਦਾ ਤਾਂ ਕੋਈ ਇਲਾਜ ਹੀ ਨਹੀਂ। ਫਿਰ ਇਹਨਾਂ ਨੇ ਮੰਨ ਲਿਆ ਤੇ ਤਾਂ ਸੋਚਾ ਸੁਣੇ ਲਿਖਤਾ ਪੈਂਪਲੇਟ ਹੋਵੇ ਅਸੀਮ ਹੈ। ਮੈਂ ਕਿਹਾ ਅਸੀਮ ਕਿਵੇਂ ਹੋਵੇ? ਤੁਹਾਡੀ ਬੁੱਧੀ ਅਨੁਸਾਰ, ਤੁਹਾਡੀ ਬੁੱਧੀ ਸੀਮਤ ਹੈ ਨਾ। ਜਿਹਨਾਂ ਦੀ ਬੁੱਧੀ ਸੀਮਤ ਉਹਨਾਂ ਵਾਸਤੇ ਹੋਵੇ ਅਸੀਮ। ਵਿਵੇਕ ਬੁੱਧੀ ਵਾਸਤੇ ਕੋਈ ਅਸੀਮ ਨਹੀਂ ਹੋਊਗਾ। ਹਾਂਜੀ,
ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਜਦੋਂ ਨਿਜ ਪਦ ਤੋਂ ਉੱਪਰ ਧਿਆਨ ਲੱਗ ਗਿਆ, ਧਿਆਨ ਆਤਮ ਧਿਆਨੀ ਹੋ ਗਿਆ, ਉਹ ਜਿਹੜਾ ਗਿਆਨ ਬੰਨੀ ਖੜਾ ਮਨ ਨੂੰ, ਉਹ ਰਾਜਾ ਰਾਮ ਨਾਮ ਹੈ। ਰਾਜਾ ਰਾਮ ਹੈ ਜਿਹੜਾ, ਉਹਦਾ ਨਾਮ ਹੈ, ਉਹਦਾ ਗਿਆਨ ਹੈ ਉਹ। ਰਾਜਾ ਰਾਮ की कहानी जान ली, जानी जानी रे राजा राम की कहानी, राजा राम की कहानी ते राजा राम ਦਾ ਗਿਆਨ ਹੈ। और की है राजा राम ਦਾ ਨਾਮ, ਰਾਜਾ ਰਾਮ ਦੀ ਸਾਰੀ ਕਹਾਣੀ ਧੁਰ ਤੋਂ ਲੈ ਕੇ ਜਾਣ ਲਈ ਇਹ। ਜਦੋਂ ਤੋਂ ਹਮ ਵਿੱਚ ਆਇਆ, ਹਮ ਵਿੱਚ ਗਿਆ, ਕਦ ਆਇਆ, ਕਿਉਂ ਆਇਆ, ਕਦ ਤੋਂ ਆਇਆ, ਇਹ ਸਾਰੀ ਕਹਾਣੀ ਲਿਖੀ ਹੋਈ ਹੈ ਵਿੱਚ। ਕਿੱਥੋਂ ਲਿਖੀ? ਅੱਬਲ ਅੱਲੋ ਨੂਰੋ ਪਾਇਆ, ਇੱਥੋਂ ਸ਼ੁਰੂ ਕਰ ਲਈ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਕਹਾਣੀ ਉੱਥੋਂ ਸ਼ੁਰੂ ਕਰ ਲਈ। ਸਾਰੀ ਰਾਜਾ ਰਾਮ ਦੀ ਕਹਾਣੀ ਦੱਸਦੀ ਗੁਰਬਾਣੀ। ਹਾਂਜੀ, ਮੂਲ ਦੁਆਰੇ ਬੰਦਿਆ ਬੰਦ, ਰੱਬ ਉੱਪਰ ਗਹਿ ਰੱਖਿਆ ਚੰਦ। ਗੁਰਦੁਆਰਾ ਹੁੰਦਾ ਜਿੱਥੋਂ ਸੁਰਤ, ਜਦ ਆਦਮੀ ਸੌ ਜਾਂਦੇ ਨਾ, ਅਸੀਂ ਸੁਰਤ ਨਿਕਲੇ ਤਿਰਕੁਟੀ ਚ ਆਉਂਦੀ ਹੈ, ਦਿਮਾਗ ਚ ਆਉਂਦੀ ਹੈ ਸਾਡੇ। ਕੰਠ ਤੋਂ ਉੱਪਰ ਜਾ ਸੁਰਤ ਜਾਂਦੀ ਹੈ ਨਾ, ਕੰਠ ਨੂੰ ਗੁਰਦੁਆਰਾ ਕਹਿੰਦੇ ਨੇ। ਕੰਠ ਤੋਂ ਥੱਲੇ ਹੀ ਰਹੇ ਸੁਰਤ। ਕੰਠ ਤੋਂ ਜਿਹੜਾ ਥੱਲੇ ਭੋਜਨ ਚਲਿਆ ਗਿਆ, ਹਿਰਦੇ ਚਲਿਆ ਗਿਆ, ਪਾਣੀ ਚਲਿਆ ਗਿਆ, ਕੋਈ ਚੀਜ਼ ਚਲੀ ਗਈ। ਜਿਹੜਾ ਉੱਪਰ ਹੈਗਾ ਜੋ ਮੂੰਹ 'ਚ ਹੈ, ਉਹਦਾ ਜੋ ਮੂੰਹ 'ਚ ਹੈ। ਜਿਹੜੀ ਥੱਲੇ ਗੱਲ ਹੈ ਜੋ ਸਾਡੇ ਫੁੱਲ, ਜੋ ਮੂੰਹ 'ਚ ਆ ਗਿਆ, ਉਹਦੀ ਗੱਲ ਫਿਰ ਦੱਸਣ ਵਾਲੀ ਬਣਨ ਲੱਗੀ। ਮੂੰਹ ਆਈ ਗੱਲ ਨਾ रुकदी ਰਹਿੰਦੀ ਹੈ, ਉਹ ਤਾਂ ਰੁਕਦੀ ਨਹੀਂ, ਫਿਰ ਨਹੀਂ ਰੁਕਦੀ। ਪਰ ਥੱਲੇ ਥੱਲੇ ਰੋਕ ਸਕਦੇ ਹਾਂ ਅਸੀਂ। ਜਦ ਮੂੰਹ 'ਚ ਆ ਗਈ ਫਿਰ ਨਹੀਂ ਰੁਕਦੀ, ਫਿਰ ਨਿਕਲੂਗੀ ਬਾਹਰ, ਫਿਰ ਤਾਂ ਬਾਹਰ ਨਿਕਲ ਗਈ। ਪਰ ਜਿੰਨਾ ਚਿਰ ਥੱਲੇ ਥੱਲੇ ਹੈ ਨਾ, ਉਹਨਾਂ ਚਿਰ ਗੁਪਤ ਹੈ, ਉਹਨਾਂ ਚਿਰ ਗੁਪਤੀ ਬਾਣੀ ਹੈ। ਇਹ ਤਾਂ ਪ੍ਰਗਟ ਹੋ ਗਈ ਆ ਕੇ। ਇਵੇਂ ਸੁਰਤ ਜਿੰਨਾ ਚਿਰ ਮੂਲ ਦੁਆਰੇ ਥੱਲੇ ਥੱਲੇ, ਇਹਨੂੰ ਥੱਲੇ ਹੀ ਢੱਕਣ ਲਾ ਦੋ, ਉੱਤੋਂ ਬਾਹਰ ਨਿਕਲ ਦੇਣਾ। ਬਾਹਰ ਨਿਕਲ ਕੇ ਫਿਰ ਮਾਇਆ ਜਲ ਜੂਗੀ। ਤ੍ਰੇਤੇ ਜਿਹਦਾ ਢੱਕਣ ਬੰਦ ਹੁੰਦਾ, ਦੁਆਪਰ ਵੀ ਢੱਕਣ ਤਾਂ ਖੁੱਲ ਜਾਂਦਾ, ਢੱਕਣ ਦਾ ਖੁੱਲ ਜਾਂਦਾ, ਪਰ ਦੋਹਾਂ ਦਾ ਸੰਪਰਕ ਤਾਲਮੇਲ ਇੱਕ ਹੁੰਦਾ, ਬਾਹਰ ਨਹੀਂ ਨਿਕਲਦਾ। ਢੱਕਣ ਖੋਲਦਾ, ਬਾਹਰ ਨਹੀਂ ਨਿਕਲਿਆ, ਬਸ ਅੰਦਰੋਂ ਹੀ ਜੁੜਿਆ ਹੋਇਆ ਵਾ। ਉਹਨਾਂ ਕੇ ਸੰਪਰਕ ਆਇਆ ਨਾ, ਉਹਨਾਂ ਕੇ ਸੰਪਰਕ ਹੈ। ਜਿਵੇਂ ਢੱਕਣ ਜੇ ਖੋਲ ਦਈਏ ਤਾਂ ਹਵਾ ਨਾਲ ਸੰਪਰਕ ਤਾਂ ਹੋ ਗਿਆ ਨਾ ਵਸਤੂ ਦਾ। ਹਵਾ ਮਾਇਆ, ਹਵਾ ਆ ਗਈ, ਮਾਇਆ ਆ ਗਈ। ਪਹਿਲਾਂ ਆਕਾਸ਼ ਕੱਲੇ ਨਾਲ ਸੰਪਰਕ ਹੈ, ਢੱਕਣ ਖੋਲਿਆ, ਹਵਾ ਵੀ ਲੱਗ ਗਈ। ਹਵਾ ਲੱਗ ਗਈ ਜਾਂ ਹਵਾ ਆ ਜਾਂਦੀ ਹੈ ਕਿਸੇ ਚੀਜ਼ 'ਚ ਨਾ, ਜੇ ਆਂਡੇ 'ਚ ਜਿਹੜਾ ਸੂਈ ਮਾਰਦੀ ਹੈ, ਬੱਚਾ ਨਹੀਂ ਬਣਦਾ, ਵਿੱਚ ਖਰਾਬ ਹੋ ਜਾਂਦਾ। ਪੈਕਿੰਗ ਦਾ ਸਾਡੇ ਜੇ ਹਵਾ ਚਲੀ ਗਈ, ਪੈਕਿੰਗ ਖਰਾਬ ਹੋ ਜਾਂਦਾ। ਪਰ ਹਵਾ ਲੱਗਦੀ ਸਾਰੇ ਖਰਾਬ ਹੋਣ ਲੱਗ ਗਿਆ, मैल लग गई ਹੋਣ ਲੱਗ ਗਿਆ, ਵਿਗੜਨ ਲੱਗ ਗਿਆ, ਮਕਾਰ ਪੈਦਾ ਹੋਣ ਲੱਗ ਗਿਆ। ਹਵਾ ਮਾਇਆ ਲੱਗ ਗਈ ਨਾ, ਮਨ ਜਾਤੇ ਵਿਗੜਨ ਲੱਗਿਆ ਹੋਇਆ। ਪਰ ਕਿਉਂਕਿ ਚੇਤਨਾ ਜੁੜਿਆ ਰਿਹਾ, ਇਸ ਕਰਕੇ ਉਰਦ ਤਪ ਹੈ ਹੋ ਗਿਆ ਹੋਇਆ। ਤਪ ਤਾਂ ਕੀਤਾ, ਪਰ ਉਹ ਤਪ ਨਾਲ ਵਿਗੜਿਆ, ਮਾਇਆ ਨਾਲ ਜੁੜ ਗਿਆ ਦੂਏ ਪਾਸੇ। ਸਿੱਖਿਆ ਤਾਂ ਲਈ ਆ ਅੰਦਰੋਂ ਹੀ, ਪਰ ਸਿੱਖਿਆ ਮਾਇਆ ਨਾਲ ਜੁੜਨ ਦੀ, ਮਾਇਆ ਨੂੰ ਆਪਣੇ ਕਾਬੂ 'ਚ ਰੱਖਣ ਦੀ, ਸਰੀਰ ਨੂੰ ਵਰਤਣ ਦੀ ਸਿੱਖਿਆ ਲਈ ਹੈ। ਜੀਭ ਬਹੁਤ ਤੇਜ਼ੀ ਨਾਲ ਫਿਰੂਗੀ ਮੂੰਹ ਦੇ ਦੰਦਾਂ ਦੇ ਵਿੱਚ, ਪਰ ਦੰਦ ਜੀਭ ਨੂੰ ਕੱਟ ਨਹੀਂ ਸਕਦੇ। ਕਿਵੇਂ ਬਚਾਉਣੀ ਹੈ ਜੀਭ? ਦੰਦ ਜੀਭ ਜਿਵੇਂ ਰਾਖ ਹੈ, ਦੁਸ਼ਟ ਅਰਿਸ਼ਟ ਸੰਘਾਰ। ਮਾਇਆ ਨੂੰ ਕਿਵੇਂ ਵਰਤਣਾ, ਤਾਂ ਮਾਇਆ ਤੇ ਕੰਟਰੋਲ ਕਿਵੇਂ ਕਰਨਾ ਹੈ। ਕੰਟਰੋਲ ਡਰਾਈਵਰੀ ਜਿਹੜੀ ਹੈ ਸਿੱਖੀ, ਇਹਨੇ ਘਰ ਵਿੱਚ ਸਿੱਖੀ। ਸਰੀਰ ਧਾਰਨ ਵੀ ਕੀਤਾ, ਡਰਾਈਵਰੀ ਵੀ ਸਿੱਖੀ। ਉਹ ਬਸ ਇੱਥੋਂ ਪੁੱਠਾ ਪਾਸਾ ਸਿੱਖ ਲਿਆ। ਹੁਣੇ ਵਾਪਸ ਆਉਣਾ ਨੇ, ਜਨਮ ਲੈ ਕੇ ਡਰਾਈਵਰੀ ਛੱਡਣੀ ਹੈ। ਹੁਣ ਪਹਿਲਾਂ ਗਿਆਨ ਲੈਣਾ, ਗਿਆਨ ਲੈ ਕੇ ਡਰਾਈਵਰੀ ਛੱਡ ਦੇਣੀ।
ਸਰੀਰ ਤੋਂ ਕੰਮ ਹੋਰ ਲੈਣ ਲੱਗ ਗਿਆ। ਜਿਹੜਾ ਸਰੀਰ ਤੋਂ ਕੰਮ ਲੈਣ ਵਾਸਤੇ ਸਰੀਰ ਧਾਰਨ ਕੀਤਾ ਸੀ ਨਾ, ਉਹ ਕੰਮ ਦੀ ਬਜਾਏ ਹੋਰ ਕੰਮ ਲੈਣ ਲੱਗ ਗਿਆ ਸਰੀਰ ਤੋਂ। ਕਿਸ਼ਤੀ ਬਣਾਈ ਸੀ ਭਵਸੰਗ, ਇੱਕ ਦਰਿਆ ਹੈ ਤਰਨ ਵਾਸਤੇ, ਪਰਲੇ ਪਾਸੇ ਜਾਣ ਵਾਸਤੇ। ਕਿਸ਼ਤੀ ਦੀ ਲਿਪਾ ਪੋਚੀ ਦਾ ਕਰੀ ਜਾਂਦਾ, ਦਰਿਆ ਪਾਰ ਕਰਨ ਦੀ ਗੱਲ ਨਹੀਂ ਕਰਦਾ। ਸਾਰੀ ਉਮਰ ਨਗਾਤੀ, ਪਾਰ ਨਹੀਂ ਗਿਆ। ਕਿਸ਼ਤੀ ਦੇ ਕੰਮ ਹੋ ਨਹੀਂ ਲਿਆ, ਕਿਸ਼ਤੀ ਦੀ ਲਿਪਾ ਪੋਚੀ ਜ਼ਰੂਰ ਕਰਦਾ, ਕਿਸ਼ਤੀ ਨੂੰ ਬਚਾਈ ਜਾਂਦਾ, ਕਿਸ਼ਤੀ ਨੂੰ ਸਜਾਈ ਜਾਂਦਾ, ਕਿਸ਼ਤੀ ਦੀ ਮਾਲਸ਼ ਕਰੀ ਜਾਂਦਾ ਤੇਲ ਨਾਲ। ਕਿਸ਼ਤੀ ਦੇ ਉੱਤੇ ਸਮੇਂ ਦਾ ਅਸਰ ਨਾ ਪੈ ਜਾਏ, ਲੱਕੜੀ ਇਹਦੀ ਰੋਗਨ 20 ਦਾ ਅਸਰ ਨਾ ਪੈ ਜਾਏ, ਰੰਗ ਰੋਗਨ ਕਰਕੇ ਰੱਖਦਾ ਇਹਨੂੰ, ਜ਼ਿਆਦਾ ਟਾਈਮ ਕੱਢ ਜਾਵੇ। ਪਰ ਜਿਹੜਾ ਕੰਮ ਲੈਣਾ ਉਹ ਲੈ ਨਹੀਂ ਰਿਹਾ, ਆਹ ਕੁਝ ਕਰ ਰਿਹਾ, ਪੁੱਠੇ ਕੰਮ ਲਾ ਗਿਆ, ਉਹਦੀ ਪੁੱਠੀ ਹੋ ਗਈ। ਉਹ ਗੱਲ ਭੁੱਲ ਗਿਆ ਜਿਹੜੀ ਵਾਸਤੇ ਕਿਸ਼ਤੀ ਮਿਲੀ ਸੀ, ਲਈ ਸੀ। ਪਤਾ ਯਾਦ ਕਰਾ ਰਹੀ ਹੈ ਬੜੀ, ਉਹ ਗੱਲ ਯਾਦ ਕਰ ਰਹੀ। ਇਹ ਤੇਰੀ ਅਵਸਰ, ਇਹ ਤੇਰੀ ਵਾਰੀ ਆ। ਚਾਹੇ ਭਾਈ ਪਾਰ ਕਰ ਲੈ, ਦਰਿਆ ਪਾਰ ਕਰ ਲੈਗਾ ਕਿਸ਼ਤੀ ਦੀ, ਤੇਰਾ ਜਿਹੜਾ ਸੀ ਕੰਮ ਤਾਂ ਪੂਰਾ ਕਰ ਲਿਆ, ਫਿਰ ਤੈਨੂੰ ਕਿਸ਼ਤੀ ਦੀ ਕੋਈ ਲੋੜ ਨਹੀਂ। ਖੜੇ ਹੋ ਗਏ ਹੁਣ ਕਿਸ਼ਤੀ ੜਕਾ ਬਣ ਗਈ। ਦੇਖੋ ਜਿਹੜੀ ਕਿਸ਼ਤੀ ਲਈ ਸੀ ਭਵਸਾਗਰ ਪਾਰ ਕਰਨ ਨੂੰ, ਇਹਦੀਆਂ ਲੋੜਾਂ ਇੰਨੀਆਂ ਵਧਾ ਲਈਆਂ ਨੇ ਕਿਸ਼ਤੀ ਦੀਆਂ, ਇਹ ੜਕਾ ਬਣ ਗਈ ਭਵਸਾਗਰ ਚ ਤਰਨ ਦਾ। ਕਿਸ਼ਤੀ ੜਕਾ ਬਣਾ ਕੇ ਬਹਿ ਗਿਆ। ਇਹ ਆਪਣੀ ਅਕਲ ਨਾਲ, ਇਹਦੀ ਆਪਣੀ ਅਕਲ ਹੈ, ਸੰਸਾਰ ਦੀ ਅਕਲ ਲਈ ਹੈ ਨੇ। ਇਹੀ ਹੈ ਮਾਧੋ ਵਿਦਿਆ ਹਿਤਕੀਨ ਵਿਵੇਕ ਦੀ ਪੁਲੀਨ। ਅਵਿਦਿਆ ਲੋਕਾਂ ਦੀ, ਸੰਸਾਰ ਦੀ ਵਿਦਿਆ ਲੈ ਲਈ ਤੈਂ ਜੰਮਦੇ ਬਾਅਦ। ਉਹ ਜੋ ਆਇਆ ਸੀ ਨਾ ਕੰਮ ਕਰਨ ਨੂੰ, ਵਿਵੇਕ ਦੀ ਬਲੀਨ ਹੋ ਗਿਆ ਤੇਰਾ ਵੀ। ਸੰਸਾਰ ਦਾ ਦੇ ਵਿਵੇਕ ਦੀ ਬਲੀਨ ਹੈ, ਤੇਰਾ ਵੀ ਕਰਤਾ। ਦੁਰਮਤ ਲੈ ਲਈ, ਸੰਸਾਰ ਦੀ ਮਤ ਲੈ ਲਈ, ਪੁੱਠੀ ਮਤ ਲੈ ਲਈ। ਤਾਂ ਸੰਸਾਰ ਦੀ ਮਤ ਪੁੱਠੀ ਮਤ ਹੈ, ਯੂਨੀਵਰਸਿਟੀਆਂ 'ਚ ਪੁੱਠੀ ਮਤ ਹੈ। ਜਿੰਨੇ ਮਨਮਤਾਂ ਨੇ ਸੰਸਾਰ ਦੀਆਂ, ਸਭ ਪੁੱਠੀ ਮਤ ਹੈ। ਗੁਰਮਤ ਦੇ ਪ੍ਰਚਾਰ ਨੂੰ ਛੱਡ ਕੇ ਸਭ ਮਤ ਪੁੱਠੀ ਹੈ। ਭੜਕਾ ਹੀ ਪੈਦਾ ਕਰਦੀਆਂ ਨੇ ਜ਼ਿਆਦਾ। ਕਿਸ਼ਤੀ ਉੜਕਾ ਬਣ ਗਈ। ਤੇ ਜਦੋਂ ਕभी ਫਰੀਦ ਨੂੰ ਪਤਾ ਲੱਗਿਆ, ਫਰੀਦ ਬੜਾ ਦੁਖੀ ਹੋਇਆ, ਸਮਝ ਆਈ ਜਦ ਗੱਲ ਦੀ। ਉਹ ਕਹਿੰਦਾ ਜੇ ਦਿਨ ਨਾਲਾ ਕੱਪਿਆ, ਜਦੋਂ ਮੈਂ ਜੰਮਿਆ ਸੀ ਨਾ, ਮੇਰਾ ਨਾੜੂਆ ਕੱਪਿਆ ਸੀ ਨਾ, ਉਦੋਂ ਮੇਰਾ ਗਲ ਵੜ ਦਿੰਦਾ। ਚੰਗਾ ਸੀ ਨਾ ਲੋਕਾਂ ਦੀਆਂ ਗੱਲਾਂ ਸੁਣਦਾ, ਨਾ ਇਹਨਾਂ ਦੁੱਖ ਪੈਂਦਾ ਮੈਨੂੰ। ਮੈਂ ਤਾਂ ਦੁੱਖ ਸਹਿ ਕੇ ਇਹਨੇ ਪਾਰ ਹੋ ਗਿਆ। ਦੂਜੀ ਦੁਨੀਆ ਪਬਲਿਕ, ਇਹਦੇ ਨਾਲ ਨਾ ਜਨਮ ਲੈਣਾ ਚੰਗਾ ਹੈ। ਉਹਦਾ ਮਤਲਬ ਹੈ ਆਹ ਕੁਛ ਕਰਨਾ ਜੋ ਦੁਨੀਆ ਕਰ ਰਹੀ ਹੈ, ਜਨਮ ਨਾ ਲੈਣਾ ਚੰਗਾ ਹੈ। ਜਪਦੇ ਨੂੰ ਮਾਰ ਦੇਵੇ ਉਹ ਚੰਗਾ ਹੈ। ਗੁਰਬਾਣੀ ਦਾ ਇਹ ਖੜੀ ਹੈ। ਸਰਕਾਰ ਦਾ ਇਹਦੇ ਖਿਲਾਫ ਹੋ ਜੂਗੀ। ਸਰਕਾਰ ਦੇ ਕਾਨੂੰਨ ਤੇ ਦਾ ਖਿਲਾਫ ਹੈ ਗੱਲ। ਉਹਦਾ ਭਰੂਣ ਹੱਤਿਆ ਪਾਪ ਹੈ ਉੱਥੇ ਤਾਂ। ਉਹ ਕਹਿੰਦੇ ਜੇ ਗਲ ਕੱਪੇ ਚੁੱਕ, ਜੇ ਚੜਾ ਪਰ ਮੇਰਾ ਗਲ ਵੜ ਦਿੰਦਾ ਨਾ, ਤ੍ਰਿਸ਼ਨਾ ਮੈਨੂੰ ਲੱਗਦੀ ਉਹ ਨਾ। ਜਨਮ ਦੇ ਬਾਅਦ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਨਾਲਾ, ਜਿਸ ਵਕਤ ਗੱਠ ਦੇ ਕੇ ਕੱਟਿਆ, ਉਹਦੇ ਬਾਅਦ ਕੁਝ ਮਿੰਟ ਬਾਅਦ ਤ੍ਰਿਸ਼ਨਾ ਲੱਗਦੀ ਹੈ। ਇੱਕਦਮ ਨਹੀਂ ਨਾ ਭੁੱਖ ਲੱਗਦੀ, ਇੱਕ ਅੱਧਾ ਮਿੰਟ ਤਾਂ ਹੁੰਦਾ ਹੀ ਹੈ। ਉਹ ਤੋਂ ਪਹਿਲਾਂ ਮੈਨੂੰ ਤ੍ਰਿਸ਼ਨਾ ਲੱਗਣ ਤੋਂ ਮੇਰਾ ਗਲ ਵੜ ਦੇਣਾ ਸੀ। ਤ੍ਰਿਸ਼ਨਾ ਲੱਗਦੀ ਹੋਈ ਨਾ, ਹੁਣ ਤ੍ਰਿਸ਼ਨਾ ਲੱਗ ਗਈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਰਹੇ। ਤ੍ਰਿਸ਼ਨਾ ਬੁਝਾਉਣੀ ਬਹੁਤ ਔਖੀ ਹੋ ਗਈ। ਸੰਸਾਰ ਤ੍ਰਿਸ਼ਨਾ ਹੀ ਬੁਝਾਉਣਾ ਫਿਰਦਾ, ਬੁਝਦੀ ਹੋ ਨਹੀਂ ਕਿਸੇ ਦੀ। ਲੱਗੀ ਹੋਈ ਆ ਜਾਤੇ, ਆਟੋਮੈਟਿਕ ਆਉਂਦਾ ਸੀ ਰਸ, ਤ੍ਰਿਸ਼ਨਾ ਹੈ ਨਹੀਂ ਸੀ। ਜਦ ਉਹ ਬੰਦ ਹੋ ਗਿਆ, ਤ੍ਰਿਸ਼ਨਾ ਪੈਦਾ ਹੋ ਗਈ। ਜੇ ਗਲ ਵੱਢਿਆ ਜਾਂਦਾ, ਚੱਲ ਗੱਲ ਮੁੱਕ ਜਾਂਦੀ, ਤ੍ਰਿਸ਼ਨਾ ਲੱਗਣੀ ਹੋਣੀ ਸੀ। ਇਹ ਕਹਿ ਰਿਹਾ ਫਰੀਦ, ਜਾਂ ਸਮਝ ਆਈ ਆ ਜੀਵਨ ਜਿਹੜਾ ਜਾਈ ਜਾ ਰਿਹਾ, ਤਾਂ ਸਾਰਿਆਂ ਨੂੰ ਜਦ ਖਤਮ ਕਰ ਦੇਵੇ ਠੀਕ ਹੈ। ਪਵਨ ਇਤੀ, ਜੇ ਗਲ ਚ ਕੱਪੇ ਚੁੱਖ, ਪਵਨ ਇਤੀ ਮਾਮਲੇ ਆ ਜਿਹੜੇ ਨੇ ਮੈਂ ਫਿਰਿਆ। ਖਾਡੂ
ਸਾਨੂੰ ਕਰ ਭਾਵੇਂ ਉਹ ਉੱਚੀ ਨੀਵੀਂ ਤੇ ਲੱਤਾਂ ਵਾਟਾ ਗਾਹੀ ਕੀਤੀ ਹੈ ਗਿਆਨ ਲੈਣ ਨੂੰ। ਪਵਨ ਨੇ ਤੇ ਮਾਮਲੇ ਸਾਨ ਹੈ ਤਾਂ ਦੁੱਖ ਨਾ ਇੰਨਾ ਦੁੱਖ ਸਹਿੰਦਾ ਨਾ ਇੰਨੇ ਮਾਮਲੇ ਪੈਂਦੇ। ਸੰਸਾਰ ਦੇ ਵਿੱਚ ਆਹ ਕੁਛ ਹੈ ਜੋ ਸੰਸਾਰ ਦੇ ਰਿਹਾ ਆਪਣੇ ਬੱਚਿਆਂ ਨੂੰ, ਔਲਾਦ ਨੂੰ। ਗੁਰੂ ਘਰ ਕੀ ਦੇ ਰਿਹਾ ਸੀ? ਗੁਰੂ ਘਰ ਜੋ ਦੇ ਰਿਹਾ ਸੀ ਉਹ ਕੁਝ ਹੋਰ ਦੇ ਰਿਹਾ ਸੀ, ਭਗਤ ਕੁਝ ਹੋਰ ਦੇ ਰਹੇ ਨੇ। ਉਹ ਦੇ ਰਿਹਾ ਸੀ ਜੋ ਜਪਦੇ ਪ੍ਰਹਲਾਦ ਨੂੰ ਦੇ ਦਿੱਤਾ ਨਾਰਦ ਨੇ। ਨਾਰਦ ਦੇ ਬੁਰਾ ਸਭ ਤੋਂ, ਕਾਸ਼ੀ ਵਾਲੇ ਨਾਰਦ ਨੂੰ ਸਭ ਤੋਂ ਭੈੜਾ ਸਮਝਦੇ ਨੇ। ਨਾਰਦ ਦੇ ਖਿਲਾਫ ਬ੍ਰਹਮਾ, ਨਾਰਦ ਦੇ ਖਿਲਾਫ ਵਿਸ਼ਨੂੰ, ਨਾਰਦ ਦੇ ਖਿਲਾਫ ਸ਼ਿਵ, ਤਿੰਨੇ ਨਾਰਦ ਦੇ ਖਿਲਾਫ। ਕਿ ਤਿੰਨਾਂ ਨੇ ਫਸਾਉਣਾ ਨਾ ਸੰਸਾਰ ਨੂੰ, ਤਿੰਨੇ ਸੰਸਾਰ ਨੂੰ ਫਸਾਉਣ ਵਾਲੇ ਨੇ। ਨਾਰਦ ਦੇ ਤਿੰਨੇ ਖਿਲਾਫ ਨੇ। ਗੁਰੂ ਘਰ ਕੀ ਸੰਦੇਸ਼ ਦੇ ਰਿਹਾ? ਭਾਈ ਜਿਹੜੇ ਕੰਮ ਆਇਆ ਉਹ ਕੰਮ ਕਰੋ, ਲਾਹਾ ਲੈ ਲਓ ਮਾਨਸ ਜਨਮ ਦਾ। ਕਿਉਂਕਿ ਸੰਸਾਰ ਤੋਂ ਖਿਲਾਫ ਹੈ ਉਪਦੇਸ਼ ਇਹ, ਇਸ ਕਰਕੇ ਸਾਰਾ ਸੰਸਾਰ ਗੁਰੂ ਘਰ ਤੋਂ ਖਿਲਾਫ ਹੈ। ਕਿਸੇ ਨੇ ਇਹਦਾ ਸਭ ਬਕਵਾਸ ਕਰਦੇ ਨੇ, ਉੱਤੋਂ ਗੱਲਾਂ ਕਰਦੇ ਨੇ, ਅੰਦਰੋਂ ਕੋਈ ਹੱਕ ਚ ਨਹੀਂ ਕੱਢੇ। ਉਹ ਕਹਿਣਗੇ ਖੜੇ ਹੋ ਕੇ ਸਟੇਜ ਤੇ, ਅੱਜ ਵੀ ਕਬੀਰ ਦੀ ਬਾਣੀ ਦੀ ਲੋੜ ਹੈ, ਸਾਨੂੰ ਲੋੜ ਹੈ ਬਾਣੀ ਦਾ, ਸਾਡੇ ਕੋਲ ਉਹਦਾ ਇਸਤੇਮਾਲ ਕਾਹਦਾ ਨਹੀਂ ਕਰਦੇ? ਇਸਤੇਮਾਲ ਕਾਹਦਾ ਕਰਦੇ ਨੇ? ਇਸਤੇਮਾਲ ਕਰਦੇ ਨੇ ਜਿਹੜੀ ਉਹ ਸਿਆਸਤ ਉਹਦੀ ਹੈ, ਕੁਟਲ। ਗੁਰੂ ਕੌਣ ਹੈ? ਕੁਟਲ। ਇਸਤੇਮਾਲ ਕੁਟਲੇ ਦੀ ਨੀਤੀ ਦਾ ਹਰ ਵਕਤ ਕਰਦੇ ਨੇ। ਉਹ ਚੇਤਾ ਹਰ ਵਕਤ ਹੈ। ਇਹ ਤਾਂ ਇੰਨੀ ਗੱਲ ਕਹਿ ਦਿੰਦੇ ਨੇ, ਮੂੰਹ 'ਚ ਇਹ ਗੱਲ। ਅੰਦਰ ਕੀ ਹੈ? ਅੰਦਰ ਕੁਟਲ ਨੀਤੀ ਹੈ। ਗੁਰੂ ਦਾ ਕੁਟਲ ਹੈ ਤੁਹਾਡਾ। ਉਹ ਕਹਿੰਦਾ ਕੁਟਲ ਗਾਂਠ ਸਭ ਜਬ ਖੁੱਲੇ ਦੇਵ। ਜਿੰਨਾ ਚਿਰ ਕੁਟਲਤਾ ਦੀ ਗਾਂਠ ਅੰਦਰੋਂ ਨਹੀਂ ਖੋਲਦੇ, ਗੁਰਮਤਿ ਅੰਦਰ ਜਾ ਨਹੀਂ ਸਕਦੀ। ਤੁਹਾਡੇ ਗੁਰਮਤਿ ਤੁਹਾਨੂੰ ਚੰਗੀ ਲੱਗੇ ਨਹੀਂ ਸਕਦੀ। ਕੁਟਲਤਾ ਭਰੀ ਪਈ ਆ ਸਾਰਿਆਂ 'ਚ। ਕੁਟਲਤਾ ਗੱਲਾਂ ਕਰਦੇ ਨੇ ਉੱਤੋਂ ਉੱਤੋਂ, ਤੇ ਭਗਤਾਂ ਨੇ ਕਰਤੇ ਲੱਗੇ ਸਾਰੇ। ਭਗਤ ਤਾਂ ਭੈੜੇ ਆਪੇ ਲੱਗਣੇ ਨੇ, ਉਹ ਤਾਂ ਨੰਗਾ ਕਰ ਦਿੰਦੇ ਸਾਰਿਆਂ ਨੂੰ। ਉਹ ਕਹਿੰਦੇ ਨੇ ਵੀ ਸਾਡੀ ਇੱਜ਼ਤ ਹੈ ਦੁਨੀਆ ਦੇ ਵਿੱਚ, ਸਾਨੂੰ ਤਾਂ ਕਰਤਾ ਨੂੰ ਲੱਗੇ। ਡਾਕੂਆਂ ਦਾ ਕੋਈ ਅੱਡਾ ਦੱਸ ਦੇਵੇ, CID ਕਰ ਦੇਵੇ, ਡਾਕੂ ਨੂੰ ਮਾਰ ਦਿੰਦੇ ਜਾ ਕੇ। ਜੇ ਤੁਹਾਨੂੰ ਖਤਰਾ ਹੋਵੇ ਸਾਡੀ CID ਕਰੂਗਾ, ਡਾਕੂ ਨੂੰ ਮਾਰ ਦੇਣੀ ਜਾ ਕੇ, ਮਾਰਨ ਗਈ। ਇਹ ਵੀ ਏਦਾਂ ਹੀ ਕਰਦੇ ਹੁੰਦੇ ਨੇ। ਭਗਤਾਂ ਦੇ ਹਾਥੀ ਚੜ੍ਹਨ ਦਾ ਮਤਲਬ ਕੀ ਸੀ? ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦਾ ਮਤਲਬ ਕੀ ਸੀ? ਜਿਨ੍ਹਾਂ ਦੇ ਬੰਦ ਕੱਟੇ ਉਹ ਮਤਲਬ ਕੀ ਸੀ? ਖੋਪੜੀਆਂ ਲਾਹੀਆਂ ਉਹਦਾ ਮਤਲਬ ਕੀ ਸੀ? ਮੰਨਦੇ ਨਹੀਂ ਹੁੰਦੇ ਇਹ। ਉਹਨਾਂ ਨੂੰ ਇਹ ਬੁਰਾ ਪ੍ਰਚਾਰੀ ਜਾਂਦੇ ਨੇ, ਉਹਨਾਂ ਨੂੰ ਬਹੁਤ ਜ਼ੁਲਮ ਕੀਤਾ ਜੀ। ਆਪ ਸਭ ਉਹੀ ਨੇ, ਉਹੀ ਨੇ। ਜਦ ਇਹਨਾਂ ਦੇ ਗੱਲ ਪਊ ਫਿਰ ਉਹੀ ਨੂੰ ਭੇਰਵੇਂ ਧਾਰਨ ਕਰ ਜਾਣ। ਜਿੱਦਣ ਇਹਨਾਂ ਦੀ ਵਾਰੀ ਆ ਗਈ ਨਾ, ਇਹਨਾਂ ਦੇ ਖਿਲਾਫ ਉਂਗਲ, ਇਹ ਉਹੀ ਇਹਨਾਂ ਨੇ ਰੂਪ ਧਾਰਨ ਕਰ ਲੈਣਾ। ਉਹਨਾਂ ਨਾਲ ਕਰਦੇ ਆਏ, ਕਰਦੇ ਰਹਿਣਗੇ। ਏਦਾਂ ਚੱਲਦਾ ਰਹਿੰਦਾ ਸਿਸਟਮ। ਇਹ ਚੱਲੂਗਾ ਹੀ ਏਦਾਂ, ਹਟ ਨਹੀਂ ਸਕਦਾ ਹੈ। ਕਿਉਂ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ ਹੈ ਨਾ। ਇਹ ਕੂੜ ਹੀ ਰਹੂਗਾ। ਕੂੜ ਕੀ ਕਰ ਦਿੰਦਾ? ਕੂੜ ਡੋਬੇ ਪੂਰਾਂ ਦੇ ਪੂਰ ਡੁਬੋਈ ਜਾਂਦਾ ਕੂੜ। ਇਹ ਲੱਗੇ ਕੌਣ ਹੋਏ ਨੇ? ਲੱਗੇ ਜਿੰਨੀਆਂ ਪੀਠਾਂ ਨੇ, ਜਿੰਨੇ ਧਰਮ ਨੇ, ਡੋਬਣ ਲੱਗੇ ਹੋਏ ਨੇ। ਕੂੜ ਡੋਬੇ ਪੂਰ, ਨਾਨਕ ਬਖਾਣੇ ਬੇਨਤੀ ਤੁਧ ਬਾਝੋ ਕੂੜੋ ਕੂੜ। ਤੇਰਾ ਜਿਹੜਾ ਗਿਆਨ ਤੈਂ ਦਿੱਤਾ ਹੋਇਆ ਸੱਚ, ਸੱਚ ਤੋਂ ਬਿਨਾਂ ਸਭ ਕੂੜੇ ਕੂੜ। ਸੱਚ ਜੇ ਕੋਈ ਬੋਲ ਦੇਵੇ, ਸੱਚ ਆਖਾਂ ਦੇ ਭਾਂਬੜ ਮਚੂਗਾ। ਸੱਚ ਆਖੂ ਦਾ ਭਾਂਬੜ ਦਾ ਬਚਣੇ ਬਚਣਾ। ਭਾਂਬੜ ਜਿਵੇਂ ਜਲਦੇ ਨੇ ਸਾਰੇ, ਜਦ ਫਿਰ ਡੰਗ ਮਾਰਦੇ ਨੇ। ਤੀਵੀ ਲਾਉਣ ਵਾਲੇ ਦੇ ਡੰਗ ਮਾਰਨਾ ਹੀ ਉਹਨਾਂ ਨੇ। ਹਾਂਜੀ, ਮੂਲ ਦੁਆਰੇ ਬੰਧਿਆ ਬੰਦ, ਰੱਬ ਉੱਪਰ ਗਏ ਰਾਖਿਆ ਚੰਦ। ਮੂਲ ਦੁਆਰੇ ਬੰਧਿਆ ਬੰਦ। ਜਿੱਥੋਂ ਸੁਰਤ ਇੱਥੋਂ ਕਣ ਤੋਂ ਉੱਪਰ ਜਾਂਦੀ ਹੈ, ਇੱਥੇ ਰੋਕ ਦੋ, ਇੱਥੇ ਬੰਦ ਦੋ। ਉੱਪਰ ਨਹੀਂ ਜਾਣਾ, ਤਿਰਕੁਟੀ ਨਾਲ ਜਾਣਾ ਹੀ ਨਹੀਂ। ਦਿਮਾਗ ਜਾਣ ਦੀ ਲੋੜ ਹੀ ਨਹੀਂ। ਦਿਮਾਗ ਤੇ ਜੋ ਕੰਮ ਲੈਣਾ ਸੀ ਲੈ ਲਿਆ। ਜਦ ਗੁਰਬਾਣੀ ਸਮਝ ਲਈ, ਜਦ ਉਹ ਮੂਲ ਦੁਆਰ। ਆਪਣੀ ਗੱਲ ਕਰ ਰਿਹਾ ਹੁਣ ਕਬੀਰ।
ਦੇਖੋ ਪਹਿਲਾਂ ਕਹਿ ਰਿਹਾ ਸ਼ਿਵਕੀ ਪੁਰੀ ਬਸੈ ਬੁੱਧ ਸਾਰ, ਮੇਰੇ ਅੰਦਰ ਸਾਰ ਬੁੱਧੀ ਹੈ, ਫਿਰ ਮੈਂ ਸੰਸਾਰ 'ਚ ਕੀ ਕਰ ਜਾਣਾ। ਹੁਣ ਕਹਿੰਦਾ ਮੈਂ ਮੂਲ ਦੁਆਰ, ਜਿਹੜਾ ਮੂਲ ਦੁਆਰਾ ਸੀ, ਇਹ ਤੋਂ ਗਾਹਾਂ ਮੇਰੀ ਸੁਰਤ ਚੱਲਦੀ ਨਹੀਂ। ਜੋਗੀ ਕੀ ਕਰਦੇ ਨੇ, ਮੂਲ ਦੁਆਰੇ ਤੋਂ ਗਾਹਾਂ ਜਾ ਕੇ ਇੱਥੇ ਰੋਕਦੇ ਨੇ। ਜੋਗੀ ਜੋਗ ਮਾਤੇ ਖਿਲਾਫ ਗੱਲ ਕਹਿ ਰਿਹਾ ਕਬੀਰ। ਹੁਣ ਉੱਤੇ ਕੀ ਕਰਨ ਜਾਂਦੇ ਹੋ ਤੁਸੀਂ, ਉੱਤੇ ਕੀ ਕਰਨ ਜਾਣਾ। ਮੈਂ ਮੂਲ ਦੁਆਰੇ ਬੰਦ ਤਾਂ ਉੱਤੇ ਜਾਂਦੀ ਹੋਣੀ ਸੁਰਤ ਮੇਰੀ, ਜੇ ਉੱਤੇ ਜਾਊ ਤਾਂ ਹੀ ਰੋਕਣੀ ਪਊ। ਬਈ ਤੁਰਕੁੜੀ ਤਾਂ ਰੋਕੂ ਮੈਂ ਤਾਂ ਜੇ ਗਾਹਾਂ ਜਾਊ, ਜਾਂ ਜਾਣ ਨਹੀਂ ਦਿੰਦਾ ਮੈਂ ਗਾਹਾਂ। ਸੁੱਤੇ ਪੈ ਦੀ ਗਾਹਾਂ ਨਹੀਂ ਜਾਂਦੀ, ਨਹੀਂ ਜਾਂਦੀ। ਜੇ ਜਾਂਦੀ ਹੈ ਡਿਸਟਰਬ ਨਹੀਂ ਕਰਦੀ, ਮਾੜੀ ਮੋਟੀ ਸੁਪਨੇ ਜਾਂਦੀ। ਅਮਲੀ ਦੀ ਤਿਰਕੁੜੀ ਦੀ ਸੁਰਤ ਨਹੀਂ ਜਾਂਦੀ ਹੈ, ਜੇ ਜਾਂਦੀ ਹੈ ਤਾਂ ਡਿਸਟਰਬ ਨਹੀਂ ਕਰਦੀ। ਬਹੁਤ ਤਕੜਾ ਹੁੰਦੀ, ਨਸ਼ੇ ਵਾਲੇ ਦੀ ਤਿਰਕੁੜੀ ਨੂੰ ਜਾਂਦੀ ਸੁਰਤ, ਤਾਂ ਹੀ ਉਹਨੂੰ ਫਿਕਰ ਘਟ ਜਾਂਦਾ। ਚਿੰਤਾ ਕਾਹਦੇ ਘਟਦੀ ਹੈ, ਚਿੰਤਾ ਇੱਥੇ ਦਿਮਾਗ 'ਚ ਪੈਦਾ ਹੁੰਦੀ ਹੈ ਜਾ ਕੇ। ਜੇ ਦਿਮਾਗ ਸੁਰਤ ਜਾਂਦੀ ਹੈ ਬਹੁਤ ਘਟ ਜਾਂਦੀ ਉਹਦੀ। ਇਸ ਕਰਕੇ ਨਸ਼ਿਆਣੇ ਦੀ ਗੱਲ ਕੰਪੈਰੀਜ਼ਨ ਕੀਤਾ ਹੈ ਗੁਰਬਾਣੀ 'ਚ। ਮਾੜੀ ਮੋਟੀ ਜਾਂਦੀ ਹੈ ਸੁਰਤ, ਥੋੜੀ ਜਾਂਦੀ, ਉਹਨੂੰ ਪਰੇਸ਼ਾਨ ਨਹੀਂ ਕਰਦੀ ਸੁਰਤ। ਬਸ ਜਿਹੜੇ ਨਸ਼ਿਆਂ ਤੋਂ ਖਿਲਾਫ ਨੇ ਇਹਨਾਂ ਦੀ ਸੁਰਤ ਪਰੇਸ਼ਾਨ, ਇਹਨਾਂ ਦੀ ਇੱਥੇ ਰੁਕੇ ਨਹੀਂ ਸਕਦੀ, ਉੱਥੇ ਜਾ ਕੇ ਪਰੇਸ਼ਾਨ ਬਹੁਤ ਕਰਦੀ ਹੈ। ਇਹਨਾਂ ਨੂੰ ਪਰੇਸ਼ਾਨੀ ਹੈ, ਇਹਨਾਂ ਦੇ ਹਾਰਟ ਅਟੈਕ ਨੇ ਜਿਹਨਾਂ ਦੀ ਸੁਰਤ ਜਾਂਦੀ ਹੈ ਨਾ ਸਾਰੀ ਧਿਆਨ ਤਿਰਕੁਟੀ 'ਚ, ਉਹਨਾਂ ਦੇ ਵਾਸਤੇ ਡਿਪਰੈਸ਼ਨ, ਉਹਨਾਂ ਵਾਸਤੇ ਹਾਰਟ ਅਟੈਕ ਨੇ, ਉਹਨਾਂ ਵਾਸਤੇ ਭੜੀਆਂ ਬਿਮਾਰੀਆਂ ਨੇ, ਉਹਨਾਂ ਵਾਸਤੇ ਚਿੰਤਾ। ਬੜੇ ਜਿਸੇ ਲੋਕ ਤੈਨੂੰ ਕੋ ਵਿਆਪੇ ਚਿੰਤਾ ਰੋਗ ਉਹਨਾਂ ਦਾ ਵੱਧਦਾ ਰਹਿੰਦਾ, ਤਾਂ ਹੀ ਵੱਧਦਾ ਰਹਿੰਦਾ। ਗੁਰਦੁਆਰੇ ਦਾ ਬੰਦ ਨਹੀਂ ਬੰਦੇ ਹੋ ਯਾਰ। ਆਪਾਂ ਗੱਲ ਕਰਦੇ ਚਲੋ ਭਾਈ, ਹੁਣ ਕੀ ਕਰੀਏ, ਜੋ ਹੋਣਾ ਸੀ ਹੋ ਗਿਆ, ਗੁਰਦੁਆਰੇ ਬੰਦ ਬੰਨਿਆ ਗਿਆ, ਪਾਣਾ ਸੀ ਵਰਤ ਗਿਆ, ਹੁਣ ਨਾਲ ਤਾਂ ਨਹੀਂ ਬਣਨਾ, ਨੁਕਸਾਨ ਹੋਣਾ ਤਾਂ ਹੋ ਗਿਆ, ਛੱਡੋ ਪਰੇ ਜਦ ਕਹੇ ਤਾਂ ਗੁਰਦੁਆਰੇ ਬੰਦ ਬੰਨਿਆ ਗਿਆ। ਗਾਹਾਂ ਨੂੰ ਦੇਖੋ ਹੁਣ ਕੀ ਕਰਨਾ। ਜਿਹੜਾ ਨੁਕਸਾਨ ਹੋ ਗਿਆ ਉਹਦੇ ਨਾਲ ਕੋਈ ਹੋਰ ਰੋਗ ਲੱਗ ਜੂ। ਮੂਲ ਦੁਆਰੇ ਬੰਦਿਆ ਬੰਦ, ਰੱਬ ਉੱਪਰ ਗਏ ਰਾਖਿਆ ਚੰਦ। ਜਿਹੜਾ ਮਨ ਸੀ ਨਾ ਮਨ ਐਦਾਂ ਬੰਦ ਦੀ ਬੰਦ ਹੁੰਦਾ। ਜਿਹੜਾ ਮਨ ਸੀ ਮੇਰਾ ਕਾਬੂ ਕੀਤਾ ਹੋਇਆ, ਬੁੱਧੀ ਨੇ ਫੜਿਆ ਹੋਇਆ। ਮਨ ਤਾਂ ਮਨ ਹੁੰਦਾ ਹੈ, ਮੇਰੀ ਬੁੱਧੀ ਨੇ ਮਨ ਕਾਬੂ ਕੀਤਾ, ਫੜਿਆ ਹੋਇਆ। ਫੜ ਕੇ ਉਹ ਜਿਹੜਾ ਸੂਰਜ ਹੈ ਨਾ ਅੰਦਰ ਚਿੱਤ, ਸ਼ਬਦ ਗੁਰੂ ਅੰਦਰ, ਇਹ ਸ਼ਬਦ ਵਿਚਾਰ, ਆ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਗਿਆਨ, ਉਧਰ ਨੂੰ ਬੂਥਾ ਰੱਖਿਆ ਇਹਦਾ, ਇੱਥੇ ਵਿਚਾਰ ਕਰ। ਆਹ ਸੁਣ ਇੱਧਰ ਕੀ ਹੈ, ਬਾਹਰ ਛੱਡ, ਬਾਹਰ ਕੁਛ ਨਹੀਂ ਹੈਗਾ, ਬਾਹਰ ਕੁਛ ਨਹੀਂ ਸੰਸਾਰ 'ਚ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਆਹ ਸੁਣ ਕੀ ਹੈ, ਆਹ ਨਾਲ ਜਾਣੇ ਵਾਲੀ ਚੀਜ਼ ਹੈ, ਬਾਹਰ ਨਾਲ ਜਾਣ ਵਾਲੀ ਕੋਈ ਚੀਜ਼ ਨਹੀਂ। ਬਾਹਰ ਸਰੀਰ ਨੂੰ ਜਾਂ ਪਾਣੀ ਲੱਗੂ ਪਾਣੀ ਪੀ ਲਾਂਗੇ, ਜਾਂ ਭੁੱਖ ਲੱਗੂ ਰੋਟੀ ਖਾ ਲਾਂਗੇ। ਬਹੁਤੀ ਲੋੜ ਨਹੀਂ ਹੈ ਸਰੀਰ ਦੀ, ਬਹੁਤੀ ਲੋੜ ਨਹੀਂ ਹੈ। ਕਬੀਰ ਕਹਿੰਦਾ ਜੌਗੀ ਭੂਸੀ ਖਾਓ, ਜੌਂ ਦਾ ਛਾਣ ਪੂਰਾ ਮਿਲ ਜਾਏ, ਉਹ ਖਾ ਕੇ ਸਰ ਜਾਂਦਾ, ਸਰੀਰ ਦਾ ਸਰ ਜਾਂਦਾ, ਆ ਨਹੀਂ ਸਰਨਾ। ਇਹ ਕਹਿ ਰਿਹਾ ਹੋ, ਫੜ ਕੇ ਮੈਂ ਮਨ ਅੰਦਰ ਰੱਖਿਆ ਹੋਇਆ ਸ਼ਬਦ ਵਿਚਾਰ 'ਚ। ਇੱਥੇ ਸ਼ਬਦ ਵਿਚਾਰੇ ਕਰਨਾ, ਬਾਹਰ ਜਾਣਾ ਹੀ ਨਹੀਂ, ਹੋਰ ਕੋਈ ਸੋਚਣਾ ਹੀ ਨਹੀਂ, ਕਰਨਾ ਹੈ ਹੀ ਨਹੀਂ, ਕੰਮ ਕਰਨ ਦੀ ਲੋੜ ਨਹੀਂ। ਬਾਹਰ ਰਿਜ਼ਕ ਦੇਣਾ ਪਰਮੇਸ਼ਰ ਨੇ। ਉਡਾਵੇ ਸੈ ਕੋਸਾਂ ਤੇ ਬਾਚੇ ਜਿਹੜੇ ਛਰਿਆ ਦੀ ਕੀ ਲੋੜ ਸੀ ਕਹਿਣ ਦੀ, ਤਾਂ ਹੀ ਕਿਹਾ। ਕੂਝ ਦੇ ਬੱਚਿਆਂ ਨੂੰ ਕੌਣ ਪਾਲਦਾ, ਤੈਨੂੰ ਪਾਲੂ ਨਹੀਂ। ਜਾਂ ਦੰਦ ਨਹੀਂ ਸੀ ਤਾਂ ਕਿਹਾ ਸੀ ਪਹਿਲਾਂ ਦੁੱਧ ਦੀ, ਮੈਨੂੰ ਮੇਰੇ ਦੰਦ ਨਹੀਂ, ਉਹਨੂੰ ਪਤਾ ਨਹੀਂ ਹੈ ਵੀ ਇਹਦੇ ਦੰਦ ਨਹੀਂ, ਇਹਨੂੰ ਦੁੱਧ ਚਾਹੀਦਾ। ਜਾਂ ਦੰਦ ਦੇ ਦਿੱਤੇ ਖਾਣ ਨੂੰ, ਤੂੰ ਸੌਦਾ ਦੇ ਦਿੱਤਾ। ਤੂੰ ਜ਼ਿਆਦਾ ਅਕਲਮੰਦ ਨਾ ਬਣ, ਜਿਹਨੇ ਤੈਨੂੰ ਪੈਦਾ ਕੀਤਾ ਉਹਨੂੰ ਜ਼ਿਆਦਾ ਚਿੰਤਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਇਹ ਕਹਿਣ ਦੀ ਕੀ ਲੋੜ ਪਈ ਸੀ, ਤੂੰ ਚਿੰਤਾ ਫੇਰ ਕਰੀ ਚੱਲ। ਫਿਰ
ਫਿਰ ਜੇ ਤੂੰ ਚਿੰਤਾ ਕਰੀ ਜਾਣਾ ਫਿਰ ਤਾਂ ਸਿੱਖਿਆ ਕੀ ਹੈ? ਜੇ ਸਿੱਖਿਆ ਤਾਂ ਮੰਨਿਆ ਕੀ ਹੈ? ਫਿਰ ਸਿੱਖਿਆ ਤਾਂ ਮੰਨਿਆ ਨਹੀਂ, ਜੇ ਸੁਣਿਆ ਤਾਂ ਮੰਨਿਆ ਨਹੀਂ, ਤਾਂ ਸਿੱਖ ਨਹੀਂ ਹੈਗਾ। ਫਿਰ ਤੂੰ ਕਾਬੂ ਕਰਿਆ ਬੁੱਧੀ ਨੂੰ, ਜਿੰਨਾ ਚਿਰ ਮਨ ਕਾਬੂ ਨਹੀਂ ਹੈ ਉਹਨਾਂ ਚਿਰ ਬੰਦ ਬਣਿਆ ਨਹੀਂ ਜਾ ਸਕਦਾ। ਬੰਦ ਬਣਨ ਮਨ ਕਾਬੂ ਹੈ। ਰੱਬ ਉੱਪਰ ਕਹਿ ਰੱਖਿਆ, ਰੱਬ ਉੱਪਰ ਗਹਿ ਰੱਖਿਆ ਚੰਦ। ਚੰਦ ਨੂੰ ਸੂਰਜ ਦੇ ਸਾਹਮਣੇ ਰੱਖਿਆ ਹੋਇਆ। ਜੇ ਸੂਰਜ ਦੇ ਚੰਦ ਸਾਹਮਣੇ ਆ ਤਾਂ ਪੂਰਾ ਚੰਦ ਦੇ ਅੰਦਰ ਚਾਨਣ ਪੂਰਾ। ਜੇ ਕਿਤੇ ਪਾਸੇ ਹੋ ਗਿਆ, ਵਿਚਾਲੇ ਜ਼ਮੀਨ ਆ ਗਈ ਨਾ, ਮਾਇਆ ਆ ਗਈ, ਉਹਨਾਂ ਹੀ ਚਾਨਣ ਘਟ ਜੂ, ਉਹਨਾਂ ਚੰਦ ਤੇ ਹਨੇਰਾ ਹੋ ਜੂਗਾ। ਜਿੱਥੇ ਵਿਚਾਲੇ ਪਰਦਾ ਆ ਜਾਂਦਾ, ਜ਼ਮੀਨ ਆ ਜਾਂਦੀ ਹੈ, ਉਹਨਾਂ ਚੰਦ ਤੇ ਹਨੇਰਾ ਆ ਜਾਂਦਾ, ਕਿਉਂਕਿ ਸੂਰਜ ਉਹਨਾਂ ਢਕਿਆ ਜਾਂਦਾ ਹੈ, ਘੇਰ ਲੈਂਦੀ ਮੂਹਰੇ ਦਾ ਜ਼ਮੀਨ। ਇਹ ਕਹਿ ਰਿਹਾ ਜਿੱਥੇ ਸੂਰਜ ਦੇ ਸਾਹਮਣੇ ਰੱਖਿਆ ਹੋਇਆ ਚੰਦ, ਵਿਚਾਲੇ ਜ਼ਮੀਨ ਨਾ ਆ ਜਾ, ਨਾਲੇ ਸੂਰਜ ਦੇ ਚੱਲਦਾ, ਜਿੱਧਰ ਨੂੰ ਸੂਰਜ ਜਾਂਦਾ ਨਾਲੇ ਜਾਂਦਾ ਚੰਦ, ਉਨੀ ਸਪੀਡ ਤੇ ਜਾਂਦਾ। ਅੱਗੇ ਪਿੱਛੇ ਰਹਿ ਜਾਂਦਾ ਤੇ ਹੁਣ ਪਿੱਛੇ ਨਹੀਂ ਰਹਿਣ ਦਿੰਦੇ। ਜੇ ਸੂਰਜ ਦੀ ਔਰ ਚੰਦਰਮੇ ਦੀ ਚਾਲ 'ਚ ਫਰਕ ਹੈ ਤਾਂ ਹੀ ਵਿਚਾਲੇ ਜ਼ਮੀਨ ਆ ਜਾਂਦੀ ਹੈ। ਦੋਹਾਂ ਦਾ ਫਰਕ ਹੈ, ਚਾਲ ਦੋਹਾਂ ਦੀ ਇੱਕ ਕਰਨੀ ਹੈ। ਮਨ ਦੀ ਚਾਲ ਹੋਰ ਹੈ, ਚਿੱਤ ਦੀ ਚਾਲ ਹੋਰ ਹੈ, ਚਾਲ ਇੱਕ ਨਹੀਂ ਹੈ ਦੋਹਾਂ ਦੀ। ਤਾਂ ਜ਼ਮੀਨ ਵਿੱਚ ਆਵੜਦੀ ਹੈ, ਵਿਚਾਲੇ ਮਾਇਆ ਆਵੜਦੀ ਹੈ, ਸਰੀਰ ਆਵੜਦਾ ਹੈ, ਧਰਤੀ ਆਵੜਦੀ ਹੈ। ਇਹ ਕਹਿ ਰਿਹਾ ਉਹ। ਸਾਇੰਸ ਦੇ ਹਿਸਾਬ ਨਾਲ ਵੀ ਗੱਲ ਠੀਕ ਹੈ, ਸਾਇੰਸ ਦੇ ਹਿਸਾਬ ਨਾਲ ਵੀ ਠੀਕ ਹੈ ਗੱਲ, ਪਰ ਚੇਤਰ ਮਨ ਦੇ ਹਿਸਾਬ ਨਾਲ ਵੀ ਠੀਕ ਹੈ। ਦੋਏ ਗੱਲਾਂ ਠੀਕ ਕਰਕੇ ਅਰਥ ਹੋਣੇ ਨੇ। ਰੱਬ ਉੱਪਰ ਕਹਿ ਰੱਖਿਓ ਚੰਦ। ਹਾਂ, ਪੱਛਮ ਦੁਆਰੇ ਸੂਰਜ ਤਪੇ, ਮੇਰ ਡੰਡ ਸਿਰ ਉੱਪਰ ਬਸੇ। ਜਿਹੜਾ ਹੁਣ ਇਹ ਕਹਿ ਰਹੇ ਨੇ ਹੁਣ ਆਮ ਲੋਕਾਂ ਨੂੰ, ਜਨਰਲ ਲੋਕਾਂ ਨੂੰ, ਇਹ ਲੋਕਾਂ ਨੂੰ ਕਹਿ ਰਹੇ ਨੇ ਹੁਣ ਬਈ ਉਹ ਤਾਂ ਉੱਥੇ ਦਾ ਕਹਿ ਚੰਦ ਹੈ, ਉਹਦਾ ਆਪਣੇ ਸਾਹਮਣੇ ਉਹਦਾ ਕੋਈ ਰੌਲਾ ਨਹੀਂ। ਕਹਿੰਦੇ ਜਿਹਨੂੰ ਤੁਸੀਂ ਪੱਛਮ ਦੁਆਰਾ ਕਹਿੰਦੇ ਹੋ ਨਾ, ਜਿਵੇਂ ਅਸੀਂ ਹੁਣ ਬਾਹਰ ਨੂੰ ਝਾਕਦੇ ਹਾਂ, ਅਸੀਂ ਬਾਹਰ ਨੂੰ ਝਾਕਦੇ ਹਾਂ, ਜਦ ਬਾਹਰ ਨੂੰ ਝਾਕਦਾ ਪਿੱਠ ਪਿੱਛੇ ਹੈ, ਜਿਵੇਂ ਕਿਰਨਾਂ ਧਰਤੀ ਤੋਂ ਹੁੰਦੀਆਂ ਨੇ, ਸੂਰਜ ਪਿਛਲੇ ਪਾਸੇ ਕਿਰਨਾਂ ਦੇ ਪਿੱਠ ਪਿੱਛੇ ਤਪਦਾ। ਕਿਰਨਾਂ ਤਾਂ ਧਰਤੀ ਵੱਲ ਨੂੰ ਆ ਰਹੀਆਂ ਨੇ, ਜਿੱਥੋਂ ਕਿਰਨਾਂ ਆ ਰਹੀਆਂ ਨੇ ਉਹਦੇ ਪਿਛਲੇ ਪਾਸੇ ਪਿੱਠ ਪਿੱਛੇ ਪੱਛਮ ਦੁਆਰੇ ਪਿੱਛੇ ਸੂਰਜ ਤਪਦਾ। ਸੂਰਜ ਦੀਆਂ ਹੀ ਕਿਰਨਾਂ ਨੇ। ਐਵੇਂ ਮਨ ਦੇ ਪਿਛਲੇ ਪਾਸੇ ਬੈਕ ਸਾਈਡ ਤੇ ਹੈ ਉਹ ਸੂਰਜ। ਇਸ ਕਰਕੇ ਮਨ ਨੂੰ ਰੋਸ਼ਨੀ ਨਹੀਂ ਹੁੰਦੀ, ਮਨ ਦਾ ਮੂੰਹ ਘੁਮਾਉਣਾ ਪਿਆ, ਮਨ ਨੂੰ ਇਹ ਘੁਮਾਉਣਾ ਪਊਗਾ। ਉਹ ਜਿਹੜਾ ਦੇਹਰਾ ਫਿਰਿਆ ਭਗਤ ਜਨਾਂ ਕੋ, ਦੇਹਰਾ ਮਨੇ ਘੁਮਾਇਆ ਉਹਨੇ ਉੱਥੇ। ਮਨ ਮੰਦਰ ਹੈ ਨਾ, ਮੰਦਰ ਦੇਹਰਾ, ਮਨ ਨੂੰ ਘੁਮਾਤਾ, ਪਿੱਠ ਪਿੱਛੇ ਨੂੰ ਕਰਤਾ, ਮੂੰਹ ਦੂਏ ਪਾਸੇ ਨੂੰ ਸੂਰਜ ਵੱਲ ਨੂੰ। ਇੱਧਰ ਨੂੰ ਮੂੰਹ ਕੀਤਾ, ਉੱਧਰ ਪਿੱਠ ਕੀਤੀ ਹੋਈ ਹੈ। ਰੋਸ਼ਨੀ ਕਿੱਥੋਂ ਦਿਖੇ? ਮਾਇਆ ਦੀਦੀ ਹੈ, ਸੂਰਜ ਦੀ ਰੋਸ਼ਨੀ ਸਾਨੂੰ ਹੁਣ ਸੂਰਜ ਨਹੀਂ ਦੀਦਾ। ਸੂਰਜ ਦੀ ਰੋਸ਼ਨੀ ਨਾਲ ਮਾਇਆ ਦਾ ਦੀਦੀ ਹੈ, ਮਾਇਆ ਦੀਦੀ ਹੈ ਨਾ। ਅੰਦਰਲਾ ਸੂਰਜ ਨਹੀਂ ਦੀਦਾ, ਬਾਹਰਲਾ ਦੀ, ਬਾਹਰਲੇ ਸੂਰਜ ਦਾ ਸਾਨੂੰ ਪਤਾ, ਬਾਹਰਲੇ ਸੂਰਜ ਨਾਲ ਦੇਖਦੇ ਮਾਇਆ ਦੀਦੀ ਹੈ। ਜਿਹੜਾ ਸੂਰਜ ਅੰਦਰ ਹੈ ਉਹ, ਜੇ ਅੰਦਰ ਦੇਖਾਂਗੇ ਤਾਂ ਅੰਦਰਲੇ ਸੂਰਜ ਦੀ ਰੋਸ਼ਨੀ ਦਿਖੂਗੀ। ਫਿਰ ਅੱਖਾਂ ਨਹੀਂ ਰਹਿਣੀਆਂ ਹੈ, ਬਾਹਰਲੀਆਂ ਬਿਨਾਂ ਅੱਖਾਂ ਦੇ ਦੇਖਿਆ ਜਾਊ ਉੱਥੇ, ਅੱਖਾਂ ਵਾਜੋਂ ਵੇਖ ਲਓ। ਅੰਦਰਲੀ ਦੁਨੀਆ 'ਚ ਅੱਖਾਂ ਦੀ ਲੋੜ ਨਹੀਂ ਹੁੰਦੀ ਦੇਖਣ ਨੂੰ। ਇਵੇਂ ਜਦ ਅਸੀਂ ਅੰਦਰ ਨੂੰ ਦੇਖਾਂਗੇ, ਮਨ ਜੋਤ ਜੀ ਜੋ ਨਿਕਲ ਕੇ ਆਈ ਹੈ, ਉਹ ਜੋਤ ਦਾ ਮੂਲ ਸੂਰਜ ਹੈ। ਜਿਵੇਂ ਇਹ ਕਿਰਨਾਂ ਦਾ ਮੂਲ ਸੂਰਜ ਹੈ ਨਾ, ਰੋਸ਼ਨੀ ਦਾ, ਧੁੱਪ ਦਾ ਮੂਲ ਸੂਰਜ ਹੈ, ਇਵੇਂ ਮਨ ਜੋਤ ਹੈ ਨਾ, ਇਹਦਾ ਮੂਲ ਵੀ ਸੂਰਜ ਹੈ। ਇਹ ਆਪਣੇ ਮੂਲ ਨੂੰ ਦੇਖੂਗਾ, ਉੱਥੋਂ ਮੂਲ ਨਾਲ ਜੁੜੂਗਾ। ਜਾਂ ਮੂੰਹ ਅੰਦਰ ਨੂੰ ਘੁਮਾਊਗਾ, ਇਹ ਅੰਤਰ ਧਿਆਨੀ ਹੋਊਗਾ, ਆਤਮ ਧਿਆਨੀ ਹੋਊਗਾ, ਆਪਣੇ ਮੂਲ ਨਾਲ ਜਾ ਜੁੜੂਗਾ। ਰੱਬ ਉੱਪਰ ਕਹਿ ਰੱਖਿਆ ਚੰਦ। ਪੱਛਮ ਦੁਆਰੇ ਕੀ? ਪੱਛਮ ਦੁਆਰੇ ਸੂਰਜ ਤਪੇ, ਪੱਛਮ ਦੁਆਰੇ ਸੂਰਜ ਤਪੇ। ਮੇਰ ਡੰਡ ਸਿਰ ਉੱਪਰ ਪਿਛਲੇ ਪਾਸੇ ਤਪਦਾ ਤਾਂ ਉਧਰ ਨੂੰ ਕੀਤਾ। ਮੇਰ ਡੰਡ ਸਿਰ ਉੱਪਰ ਬਸੇ। ਹੁਕਮ ਇੱਥੇ ਵੀ ਉੱਪਰ ਹੈ, ਡੰਡਾ ਹੁਕਮ ਦਾ। ਜੇ ਬਾਹਰ ਜਾਏਗਾ
ਇੱਥੇ ਇਹੀ ਹੈ, ਹੁਕਮ ਇੱਥੇ ਹੈ। ਅੰਦਰ ਹੁਕਮ ਸੁਣਨਾ ਦੂਆ, ਇਦੋਂ ਉੱਪਰ ਹੈ ਮੇਰਡੰਡ, ਚੰਦ ਦੇ ਸੂਰਜ ਦੇ ਉੱਪਰ ਹੈ ਹੁਕਮ। ਜੋ ਦੋਏ ਹੁਕਮ ਜਨੇ, ਇਹ ਸੂਰਜ ਨੂੰ ਸੂਰਜ ਨਾ ਤੂੰ ਮੰਨ ਵੀ ਇਹ ਸੂਰਜ ਕਹਿੰਦੇ ਪਰਮੇਸ਼ਰ ਹੈ, ਫਿਰ ਤਾਂ ਆਪੇ ਪਰਮੇਸ਼ਰ ਬਣ ਜਾਏਗਾ। ਤਾਂ ਹੀ ਮੈਂ ਕਰੀ ਜਾਂਦਾ ਕ੍ਰਿਸ਼ਨ, ਆਪਣੇ ਆਪ ਨੂੰ ਪਰਮੇਸ਼ਰ ਮੰਨ ਲਿਆ। ਕਹਿੰਦੇ ਅਜੋ ਮੇਰਡੰਡ ਤੇਰੇ ਦੋਹਾਂ ਦੇ ਸਿਰ ਉੱਪਰ ਹੈ, ਸੂਰਜ ਦੇ ਤੇਰੇ ਦੋਹਾਂ ਦੇ ਹੁਕਮ ਦਾ ਦੋਹਾਂ ਦੇ ਉੱਪਰ ਬੈਠ ਖੜਾ ਹੈ। ਪਰਮੇਸ਼ਰ ਦਾ ਜਿਹੜਾ ਹੁਕਮ ਹੈ ਦੋਹਾਂ ਦੇ ਉੱਤੇ ਹੈ। ਜੋ ਅਜੋ ਤਾਂ ਦੋਏ ਇੱਕ ਹੋਏ, ਉਗਣਾ ਉਹਦੇ ਨਾਲ ਹੈ। ਤੁਸੀਂ ਉਗਣਾ ਕਿਹਦੇ ਨਾਲ? ਡੰਡਾ, ਡੰਡਾ ਉਹਦਾ ਸਭ ਤੋਂ ਉੱਪਰਲਾ ਡੰਡਾ ਜਿਹੜਾ ਹੈਗਾ ਸ਼ਕਤੀ ਹੈ। ਡੰਡਾ ਹੁਕਮ ਦਾ ਹੀ ਹੁੰਦਾ, ਉਹ ਡੰਡਾ ਕਾਹਦਾ ਹੁੰਦਾ? ਹੁਕਮ ਸਿਰ ਤੇ ਹੈ ਦੋਹਾਂ ਦੇ। ਸੂਰਜ ਨਹੀਂ ਕੁਛ, ਸਭ ਕੁਛ ਹੈਗਾ। ਕਿਤੇ ਸੂਰਜ ਨੂੰ ਸਮਝ ਲੈ ਵੀ ਬਸ ਸਭ ਕੁਝ ਸੂਰਜ ਹੈ। ਸੂਰਜ ਦਾ ਵੱਲੋਂ ਦਾ ਤਾਂ ਤੇਰਾ ਮੂੰਹ ਘੁਮਾਇਆ ਵੀ ਤੈਨੂੰ, ਤੇਰੇ ਅੰਦਰ ਚਾਨਣ ਰਹੇ, ਤੈਨੂੰ ਲੋਕ ਦਾ ਤੈਨੂੰ ਗਿਆਨ ਰਹੇ, ਆਪਸ ਵਿੱਚ ਹੀ ਅਡੋਲ ਰਹੇ, ਮਾਇਆ ਨਾਲ ਜੁੜੇ ਨਾ। ਤਾਂ ਇੱਧਰ ਨੂੰ ਕੀਤਾ, ਮਾਇਆ ਨਾਲ ਜੁੜਨ ਤੇ ਲਿਬੜਨ ਤੇ ਬਾਹਰ ਸ਼ੁੱਧ ਹੋ ਕੇ ਆਇਆ। ਹੁਣ ਉਧਰ ਜਾ ਕੇ ਨਾ ਹੱਥ ਨਾ ਲਾਈ ਕਸੁੰਭੜੇ ਜਲ ਜਾਸੀ ਢੋਲਾ, ਜੇ ਫੇਰ ਸੁਰ ਟੱਚ ਕਰਦੀ ਸੁਰਤ ਜਲ ਜੂਗੀ, ਕਾਲੀ ਹੋ ਜੂਗੀ। ਹੁਣ ਤੂੰ ਤੇਰਾ ਕਲੰਕ ਮਿਟਿਆ ਚੰਦਰਮੇ ਦੇ ਵਿੱਚ, ਕਲੰਕ ਹੁਣ ਮਿਟਿਆ ਹੋਇਆ। ਜੇ ਬਾਹਰ ਝਾਕ ਲਿਆ ਕਲੰਕ ਹੋ ਲੱਗ ਜੂਗਾ। ਫਿਰ ਬਸ ਇੰਨਾ ਹੀ ਮਤਲਬ ਹੈ ਤੇਰਾ। ਤੇਰਾ ਕਲੰਕ ਕੇ ਦੂਰ ਕਰ ਰਿਹਾ ਸੂਰਜ, ਹੋਰ ਕੁਝ ਨਹੀਂ ਕਰ ਰਿਹਾ। ਦੋ ਇੱਕੋ ਜਿਹੀ ਰੋਸ਼ਨੀ ਹੋ ਗਈ ਦੋਹਾਂ 'ਚ, ਦੋਹਾਂ ਦੀ ਰੋਸ਼ਨੀ ਇੱਕਥਾਂ ਹੋ ਗਈ, ਦੋਹਾਂ ਦੀ ਤਾਕਤ ਇੱਕਥਾਂ ਹੋ ਗਈ। ਤੁਹਾਡੇ ਵਿੱਚੋਂ ਹੁਣ ਸ਼ਬਦ ਪ੍ਰਗਟ ਹੋਣੇ ਦੋਹਾਂ ਦੇ। ਬੇਡੰਡ ਸਿਰ ਉੱਪਰ ਬਸੇ, ਦੋਹਾਂ ਦੇ ਦੋਏ ਹੁਕਮ ਚੋਂ। ਹੁਣ ਉਹ ਵੀ ਹੁਕਮ ਚ, ਤੂੰ ਵੀ ਹੁਕਮ ਚ, ਹੁਕਮ ਉੱਤੇ ਹੈ। ਫਿਰ ਵੀ ਦੋਹਾਂ ਦੇ ਸਿਰ ਤੇ ਹੈ। ਜਿਸ ਕੇ ਸਿਰ ਉੱਪਰ ਤੂੰ स्वामी ਸੋ ਦੁੱਖ ਕੈਸਾ पावे। ਉਹ ਹੈ ਉੱਪਰ। ਉੱਪਰ ਕੌਣ ਹੈ? ਸੁਆਮੀ ਹੈ। ਹੁਕਮ ਦੋਹਾਂ ਦਾ ਸੁਆਮੀ ਹੈ ਤੁਹਾਡਾ, ਇੱਕੋ ਹੀ ਉਹ, ਦੋ ਨਹੀਂ ਹੈਗੇ। ਉਹ ਹਾਂਜੀ। ਪੱਛਮ ਦੁਆਰੇ ਕੀ ਸਿਲ ਔੜ, ਤੇ ਸਿਲ ਉੱਪਰ ਖਿੜਕੀ ਔਰ। ਹੁਣ ਜਿਹੜਾ ਮਾਇਆ ਵਾਲਾ ਪਾਸਾ ਨਾ, ਮਾਇਆ ਵਾਲਾ ਪਾਸਾ, ਉਹਦੀ ਸਿਲ ਓੜ ਲੈ, ਬੰਦ, ਉਹਦੀ ਸਿਲ ਕੀ ਓੜ ਲੈ, ਉਹਦਾ ਖਿਆਲ ਛੱਡ ਦੇ ਹੁਣ ਬਿਲਕੁਲ। ਅੰਦਰੋਂ ਆਪਾਂ ਬੰਦ ਕਰ ਦਈਏ ਨਾ ਕੋਈ ਦਰਵਾਜ਼ਾ, ਵਿਆਹ ਬਾਜ਼ਾਰ ਦਾ ਆਪਾਂ ਦਰਵਾਜ਼ਾ ਹੀ ਬੰਦ ਕਰ ਦੋ, ਜਾਣਾ ਹੀ ਨਹੀਂ ਆਪਾਂ। ਮਾਰੇ ਮੰਨ ਲੈ ਦਰਵਾਜ਼ਾ ਜਾਣਾ ਹੀ ਨਹੀਂ, ਇੱਦਾਂ ਦੀ ਲੋੜ ਹੀ ਨਹੀਂ ਆਪਾਂ ਨੂੰ ਜਾਣ ਦੀ। ਇਹ ਆਪਾਂ ਛੱਡਤਾ ਦੇਸ਼। ਅੱਜ ਤੇ ਬਾਅਦ ਭੁੱਲ ਜਾ ਇਹਨੂੰ, ਦੇਸ਼ ਛੱਡ ਦੇ ਪਾਸੇ, ਭੁਲਾ ਦੇ। ਜੇ ਇਹਨੂੰ ਭੁੱਲ ਜਾਏਗਾ ਹਰ ਯਾਦ ਰਹੂਗਾ, ਜੇ ਇੱਧਰ ਯਾਦ ਆ ਗਿਆ ਹਰ ਭੁੱਲ ਜਾਊਗਾ। ਜਿੰਨਾ ਕੁ ਚਿਰ ਉਹ ਯਾਦ ਆਊ ਨਾ ਪਾਸਾ, ਉਹਨਾਂ ਚਿਰ ਹਰ ਭੁੱਲ ਜੂ। ਹਰ ਵਿਸਰਤ ਸਦਾ ਖੁਆਰੀ। ਜੇ ਬੰਦ ਹੋ ਜਾ ਰਸਤਾ, ਖਿਆਲ ਹੀ ਨਹੀਂ ਪੈਦਾ ਹੁੰਦਾ ਉਧਰ ਜਾਣ ਦਾ। ਜੇ ਪੱਕਾ ਬੰਦ ਨਾ ਕਰੀਏ ਤਾਂ ਕਦੇ ਐਦਾਂ ਯਾਰ ਖੋਲ ਕੇ ਦੇਖ ਲਓ ਖਿੜਕੀ। ਹਾਂ, ਤਿਰਕੇ ਉੱਪਰ ਪश्चिम द्वारे की सिल ओढ़, पश्चिम द्वारे की सिल ओढ़, ते सिल ऊपर खिड़की और। ते सिल ऊपर खिड़की और, एक खिड़की हो रहा उत्ते, एक खिड़की हो रहा, दिमाग की खिड़की सीधी हो। मुंह जाए इधर होवे, दिमाग के रास्ते फिर निकल जाएगा। कल्पना कर लेगा, कल्पना एक तो उन्हें अखा नाल देखना जाके, एक उन्हें कन्ना ना को सुनना बाहर जाके, एक होंदा कोई जीव का स्वाद लेना बाहर जाके, एक गर्मी सर्दी नूं महसूस करना शरीर नाल। ये तो बिना एक खिड़की होर है। इत्थे कल्पना दे राही जा सकदा तूं, जो देखिया ना संसार उसकी कल्पना कर सकदा। तेरी कल्पना जो ना आवे सुपना आ जाऊगा नहीं। जिथे आपां जाना ना होवे, जाया आईए, ख्याल तो आ जाता ना कदे। ये खिड़की ख्याल की खिड़की भी बंद कर दे।
ਇਹ ਤਿਰਕੁੜੀ ਜਾ ਸਕਦੀ ਹੋ, ਚਾਹੇ ਨਾ ਜਾਵੇ ਤੂੰ ਤਿਰਕੁੜੀ 'ਚ, ਪਰ ਖਿਆਲ ਜਾ ਸਕਦਾ ਉਹਦਾ। ਖਿਆਲ ਵਾਲੀ ਆ ਜੋ ਖਿੜਕੀ ਖੁੱਲੀ ਹੈ, ਖਿਆਲ ਵਾਲੀ ਖਿੜਕੀ ਵੀ ਬੰਦ ਕਰ ਦੇ। ਇੱਕ ਤਾਂ ਹੁੰਦਾ ਪ੍ਰੈਕਟੀਕਲ ਜਾਣਾ, ਸਰੀਰ ਕਰਕੇ ਮਾਇਆ 'ਚ ਜਾਣਾ, ਇੱਕ ਹੁੰਦਾ ਸਿਰਫ ਖਿਆਲ ਕਰਕੇ ਮਾਇਆ 'ਚ ਜਾਣਾ, ਮਾਇਆ ਦੀ ਇੱਛਾ ਕਰਨੀ। ਖਿਆਲ ਕਰਕੇ ਵੀ ਜਾਣਾ ਛੱਡ ਦੇ ਸੰਸਾਰ 'ਚ। ਸੰਸਾਰ ਦਾ ਖਿਆਲ ਬਣਾਵੇ ਤੈਨੂੰ, ਸੁਪਨਾ ਵੀ ਸੰਸਾਰ ਦਾ ਨਾ ਆਵੇ ਤੈਨੂੰ, ਇੰਨਾ ਭੁੱਲ ਜਾ। ਸੁੰਨ ਹੋ ਜਾ, ਸੁੰਨ। ਸੁੰਨ ਹੁੰਦਾ ਨਾ ਜਿਹੜਾ, ਇਸ ਨੂੰ ਕਹਿੰਦੇ ਸੁੰਨ ਮਨ। ਸੁੰਨ ਹੋਏ ਤੇ ਬਿਨਾਂ ਮਨ ਸਮਾ ਨਹੀਂ ਸਕਦਾ। ਉਹ ਕਹਿੰਦੇ ਸੁਣੋ ਸੁਣ ਕਹੇ ਸਭ ਕੋਈ, ਅਨਹਦ ਸੁਣ ਕਹਾਂ ਤੇ ਹੋਈ। ਅਨਹਦ ਸੁਣ ਹੋ ਜਵੇ ਮਨ ਲਗਾਤਾਰ, ਹਮੇਸ਼ਾ ਵਾਸਤੇ ਸੁਣ ਮਾਇਆ ਕਦੀ ਹੋ ਜਵੇ, ਮਾਇਆ ਨੂੰ ਬਿਲਕੁਲ ਭੁੱਲ ਜਵੇ, ਸੁਣਨ ਵਾਲਾ ਭੁੱਲ ਜਵੇ, ਵਿਸਰ ਜਵੇ। ਹਾਂਜੀ, ਖਿੜਕੀ ਉੱਪਰ 10ਵਾਂ ਦੁਆਰ, ਕਹਿ ਕਬੀਰ ਤਾਕਾ ਅੰਤ ਨਾ ਪਾਰ। ਖਿੜਕੀ ਜੇ ਤਾਂ ਖਿਆਲ ਦੀ ਛੜਤੀ ਉੱਪਰ 10 ਦੁਆਰ ਹੈ, ਜੇ ਖਿਆਲ ਦੀ ਖਿੜਕੀ ਛੜਤੀ ਨਾ, ਇਹ ਤੋਂ ਉੱਚੀ ਅਵਸਥਾ 10 ਦੁਆਰ ਦੀ ਹੈ। ਫਿਰ ਮਾਇਆ ਛੜਤੀ ਤਾਂ, ਮਾਇਆ ਤੋਂ ਉੱਪਰ ਕੀ ਹੈ? ਮਾਇਆ ਤੋਂ ਉਤਰਵਾ ਪਈ ਹੈ। ਜਦੋਂ ਮਾਇਆ ਖਤਮ ਹੋ ਗਈ, ਮਾਇਆ ਦੇ ਖਿਆਲ ਹੀ ਮੁੱਕ ਗਏ, ਝੂਠ ਦੇ ਖਿਆਲ ਮੁੱਕ ਗਏ, ਬਾਕੀ ਕੀ ਰਹੇਗਾ? ਬਾਕੀ ਸੱਚ। ਖਿਆਲਾਂ ਵਿੱਚ ਵੀ ਜੇ ਝੂਠ ਨਹੀਂ ਆਉਂਦਾ ਤੇ ਬਾਕੀ ਰਹੂ ਕੀ? ਸੱਚ ਰਹੂਗਾ ਖਿਆਲ। ਸੱਚ ਇਹੀ 10 ਦੁਆਰ ਹੈ, ਸੱਚੇ 10 ਦੁਆਰ ਹੈ। ਸੱਚ ਨਾਲ ਮਜਬੂਰੀ ਹੋ ਜੂ ਜੁੜਨ ਦੀ, ਹੋਰ ਕੋਈ ਜਗ੍ਹਾ ਹੀ ਨਹੀਂ ਜੁੜਨ ਨੂੰ ਰਹੀ। ਖਿੜਕੀ ਉੱਪਰ ਹੈ ਤੇ ਉੱਚੀ ਅਵਸਥਾ ਜਾ ਚਲਾ ਜਾਏਗਾ, ਫਿਰ 10 ਦੁਆਰ ਦੀ ਅਵਸਥਾ। ਜੇ ਖਿਆਲਾਂ 'ਚ ਵੀ ਮਾਇਆ ਆਉਂਦੀ ਹੈ ਤਾਂ ਵੀ 10 ਦੁਆਰ 'ਚ ਨਹੀਂ ਆਉਂਦੀ। ਖਿਆਲਾਂ 'ਚ ਵੀ ਮਾਇਆ ਨਹੀਂ ਹੋਣੀ ਚਾਹੀਦੀ, ਸੁਪਨਾ ਵੀ ਮਾਇਆ ਦਾ ਨਹੀਂ ਹੋਣਾ ਚਾਹੀਦਾ, ਇੱਛਾ ਵੀ ਮਾਇਆ ਦੀ ਨਹੀਂ ਹੋਣੀ ਚਾਹੀਦੀ। ਇੱਛਾ ਤਾਂ ਮਨ ਦੇ ਵਿੱਚ ਹੈ ਨਾ। ਮਨ ਦੇ ਕਹਿੰਦੇ ਜੰਗਲ ਚਲਿਆ ਗਿਆ ਛੱਡ ਕੇ, ਘਰ ਛੱਡ ਕੇ, ਪਰ ਮਨ ਦੇ ਵਿੱਚ ਤਾਂ ਉਹ ਲਈ ਫਿਰਦਾ ਨਾ ਖਿਆਲ। ਜੇ ਤੂੰ ਘਰ ਦੇ ਵਿੱਚ ਜੰਗਲ ਸਮਝ ਲਵੇਂ, ਬਣ ਸੇ ਸਦਨ ਸਦਾ ਕਰ ਸਮਝੋ, ਮਾਨੀ ਮਾਹੇ ਉਹ ਦੱਸ। ਮਨ 'ਚ ਆਸ ਹੋਰ ਰੱਖ ਲੈ, ਆ ਮਾਇਆ ਵਾਲੀ ਆਸ ਛੱਡ ਦੇ। ਮਾਇਆ ਦੀ ਆਸ ਤੋਂ ਨਾਰਾਜ਼ ਹੋ ਜਾਓ। ਖਿੜਕੀ ਜਿਹੜੀ ਔਰ ਹੈ ਨਾ, ਅਵਰ ਹੈ ਆਸ ਨਿਰਾਸ। ਆਸ ਹੈ ਨਾ ਕਿਸੇ ਚੀਜ਼ ਦੀ ਰੱਖ, ਆਸ ਛੱਡਦੀ। ਆਸ ਜਿਹਨਾਂ ਜਦ ਛੱਡਦਾ ਨਹੀਂ, ਖਿਆਲ ਨਹੀਂ ਛੱਡ ਸਕਦਾ। ਆਸ ਇਹ ਖਿਆਲ ਪੈਦਾ ਕਰਦੀ ਹੈ। ਹਾਂਜੀ, ਖਿੜਕੀ ਉੱਪਰ 10ਵਾਂ ਦੁਆਰ, ਕਹਿ ਕਬੀਰ ਤਾਕਾ ਅੰਤ ਨਾ ਪਾਰ। ਕਬੀਰ ਕਹਿੰਦਾ ਉਹਦਾ ਅੰਤ ਪਾਰ ਨਹੀਂ। ਹੁਣ ਜਿਹੜਾ 10ਵਾਂ ਦੁਆਰ ਚਲਿਆ ਗਿਆ, ਹਿਰਦੇ 'ਚ ਟਿਕ ਗਿਆ ਜਾ ਕੇ, ਉਹਦਾ ਅੰਤ ਪਾਰ ਨਹੀਂ। ਸੱਚਖੰਡ ਦਾ ਅੰਤ ਪਾਰ ਨਹੀਂ ਕੋਈ ਦੂਆ ਪਾਸਾ, ਦੀਦਾ ਕਿਨਾਰਾ। ਇਹਦਾ ਉਹਨਾਂ ਮਾਇਆ ਦਾ ਕਿਨਾਰਾ ਟੱਪ ਗਿਆ ਨਾ। ਖਿੜਕੀ ਤੱਕ ਮਾਇਆ ਸੀ, ਕਿੰਨੀ ਉੱਚੀ ਮਾਇਆ ਸੀ ਜੇ ਤੱਕ ਖਿੜਕੀ ਸੀ, ਜੇ ਤੱਕ ਖਿਆਲ ਸੀ ਤੇਰਾ ਆਪਣਾ ਇੱਛਾ, ਮਨ ਦਾ ਖਿਆਲ ਸੀ ਜਿੱਥੇ ਤੱਕ, ਮਨ ਦਾ ਜੋ ਦੌੜ ਸੀ ਜਿੱਥੇ ਤੱਕ, ਉੱਥੇ ਤੱਕ ਇਹ ਮਾਇਆ ਹੈ। ਉਹਦੇ ਪਰੇ ਜਾ ਕੇ ਮਨ ਦੀ ਦੌੜ ਹੈ ਹੀ ਨਹੀਂ। ਮਾਇਆ ਤੋਂ ਪਰੇ ਮਨ ਦੀ ਦੌੜ ਨਹੀਂ, ਇਹਨੇ ਦੇਖਿਆ ਹੀ ਨਹੀਂ ਮਾਇਆ ਤੋਂ ਪਰੇ ਵਾਲਾ ਹਿੱਸਾ। ਮਾਇਆ ਤੋਂ ਪਰੇ ਜਾਣਦਾ ਹੀ ਨਹੀਂ ਕੁਝ, ਦੇਖਿਆ ਕੁਝ ਨਹੀਂ। ਮਾਇਆ ਦੇ ਅੰਦਰ ਅੰਦਰ ਦੀ ਦੌੜ ਹੈ ਇਹਦੀ, ਮਾਇਆ ਤੋਂ ਪਰੇ ਲੈ ਗਏ ਦੀ ਦੌੜੇ ਖਤਮ। ਫਿਰ ਤਾਂ ਕਬੀਰ ਕਹਿੰਦਾ ਤੇਰੇ ਚਾਉ ਕਲਾਮਾਂ ਚੱਲ, ਹੁਣ ਭੱਜ, ਹੁਣ ਭੱਜ ਗਾਂ ਨੂੰ, ਉੱਥੇ ਚੱਲਦੇ ਨਹੀਂ ਪਏ ਰਹਿੰਦੇ। ਖਿੜਕੀ ਉੱਪਰ 10ਵਾਂ ਦੁਆਰ, ਕਹੇ ਕਬੀਰ ਤਾਕਾ ਅੰਤ ਨਾ ਪਾਰ। ਅੰਤ ਨਾ ਪਾਰ। ਉੱਥੇ ਜਾ ਕੇ ਜਿੰਨੀ ਮਰਜ਼ੀ ਤੁਸੀਂ ਚਲੇ ਜਾਓ, ਉੱਚੇ ਸੈਰ ਕਰੋ, ਜੋ ਤੇ ਉੱਤੇ ਸੈਰ ਕਰਿਆ ਜੋ ਭਾਵ ਹੈ। ਕੋਈ ਤੁਹਾਨੂੰ ਰੋਕਦਾ ਨਹੀਂ, ਕਿਤੇ ਟੋਕ ਨਹੀਂ, ਕਿਤੇ ਬੈਰੀਅਰ ਨਹੀਂ ਆਉਂਦਾ। ਸਾਰੇ ਮਹਿਰਮ ਨੇ, ਕੋਈ ਅਟਕਾਉਂਦਾ ਨਹੀਂ। ਇੱਥੇ ਤਾਂ ਬੈਰੀਅਰ ਆ ਜਾਂਦਾ ਨਾ, ਪਾਸਪੋਰਟ ਕਹਿੰਦੇ ਦਿਖਾਓ, ਪਛਾਣ ਪੱਤਰ ਦਿਖਾਓ, ਕਿਤੇ ਤੁਸੀਂ ਕਿਸੇ ਦੂਏ ਦੇਸ਼ ਦੇ ਤਾਂ ਨਹੀਂ। ਉੱਥੇ ਨਹੀਂ ਕੋਈ ਕੁਛ ਵੀ ਨਹੀਂ, ਕਿਤੇ ਵੀ ਚਲੇ ਜਾਓ। ਇੱਥੇ ਵਾਲਾ ਖਿਆਲ ਨਹੀਂ ਉੱਥੇ ਹੈਗਾ, ਕੋਈ ਰੰਗ ਭੇਦ ਨਹੀਂ ਉੱਥੇ, ਕੋਈ ਨਸਲ ਨਹੀਂ,
ਕੋਈ ਬੋਲੀ ਦਾ ਫਰਕ ਨਹੀਂ, ਕੋਈ ਉੱਚ ਨੀਚ ਨਹੀਂ, ਸਭ ਇੱਕੋ ਹੀ ਨੇ। ਵੱਖਰੀ ਵੱਖਰੀ ਪਛਾਣ ਨਹੀਂ ਕਿਸੇ ਦੀ, ਸਭ ਬਰਾਬਰੀ ਹੈ ਇੱਕ ਨੇ ਉੱਥੇ। ਕਿਸੇ ਨੂੰ ਕੋਈ ਕਿਸੇ ਤੋਂ ਖਤਰਾ ਨਹੀਂ, ਸਭ ਨਾਲ ਪ੍ਰੇਮ ਹੈ, ਇੱਕੋ ਹੀ ਨੇ ਸਾਰੇ ਉੱਥੇ। ਉਹ ਏਕਤਾ, ਉਹ ਸੱਚਖੰਡ ਦੀ ਗੱਲ ਹੈ। ਤਾਂ ਕਾ ਉਤਨਾਵਰ ਪਰਲਾ ਕਰਾਣਾ ਕਿਸੇ ਨੇ ਨਹੀਂ ਦੇਖਿਆ ਕਿੱਥੇ ਤੱਕ ਹੈ, ਕਿੰਨੀ ਆਬਾਦੀ ਹੈ ਉੱਥੇ ਦੀ, ਕੋਈ ਨਹੀਂ ਜਾਣਦਾ, ਕੋਈ ਨਹੀਂ ਦੱਸ ਸਕਦਾ ਕਿਤੇ ਤੱਕ ਹੈ। ਉਹ ਇਹ ਵੀ ਨਹੀਂ ਕੋਈ ਜਾਣਦਾ। ਇਹਦਾ ਪਤਾ ਦੁਨੀਆ ਦਾ ਪਤਾ ਕਿੱਥੇ ਤੱਕ। ਜਿਹਦੀ ਸੰਸਾਰ ਖੋਜ ਕਰਦਾ ਇਹਦਾ ਪਤਾ ਭਗਤਾਂ ਨੂੰ, ਉਹਦਾ ਨਹੀਂ ਗਾਹਣ ਦਾ ਪਤਾ, ਗਾਹਣ ਦਾ ਨਹੀਂ ਪਤਾ। ਸੰਸਾਰ ਉਲਝਾ ਹੈ ਸੰਸਾਰ ਦੀ ਖੋਜ 'ਚ, ਗਾਹਣੇ ਦੀ ਗੱਲ ਨਹੀਂ ਕਰਦਾ। ਗੁਰਬਾਣੀ ਗੱਲ ਕਰਦੀ ਹੈ ਸੰਸਾਰ ਤੋਂ ਗਾਹਾਂ ਦੀ, ਸਟਾਰਟ ਗਾਹਾਂ ਜਿਹੜੀ ਖੋਜ ਗਾਹਾਂ ਦੀ ਹੈ। ਜਿੱਥੇ ਮਾਇਆ ਮੁੱਕ ਜਾਂਦੀ ਹੈ ਉੱਥੇ ਸਟਾਰਟ ਹੈ, ਜਿੱਥੇ ਮਾਇਆ ਖਤਮ ਹੁੰਦੀ ਹੈ, ਸੰਸਾਰੀ ਬੁੱਧੀ ਖਤਮ ਹੁੰਦੀ ਹੈ, ਉਦੋਂ ਅੱਗੇ ਗੁਰਬਾਣੀ ਦੀ ਗੱਲ ਸ਼ੁਰੂ ਹੁੰਦੀ। ਸੰਸਾਰੀ ਬੁੱਧੀ ਵਾਲੇ ਗੁਰਬਾਣੀ ਨੂੰ ਸਮਝਣ ਲੱਗ ਗਏ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਇਹ। ਉਹ ਮਾਇਆ ਦੀ ਖੋਜ ਕਰਨ ਇੱਥੇ ਤੱਕ ਸੀਮਤ ਰਹਿਣ। ਜੇ ਇਹਦੀ ਖੋਜ ਕਰਨੀ ਹੈ ਤਾਂ ਮਾਇਆ ਵਾਲੀ ਬੁੱਧੀ ਨੂੰ ਪਾਸੇ ਰੱਖ ਕੇ ਗੁਰਬਾਣੀ ਤੋਂ ਪੜ੍ਹ ਲਓ ਪਹਿਲਾਂ। ਇਹਦੇ 'ਚ ਇਹ ਕੁਝ ਹੋਰ ਭਾਸ਼ਾ ਹੋਰ ਹੈ, ਇਹ ਭਾਸ਼ਾ ਪਹਿਲਾਂ ਸਿੱਖਣ ਫਿਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਲਓ। ਨਹੀਂ ਇਹਦੇ ਅਰਥਾਂ ਦੇ ਅਰਥ ਕਰ ਦੇਣਗੇ, ਇਹ ਇਸੇ ਕਰਕੇ ਇਹਨਾਂ ਨੂੰ ਸਮਝ ਨਹੀਂ ਆ ਰਹੀ। ਜਿੰਨੇ ਗ੍ਰੰਥ ਲਿਖੇ ਹੋਏ ਨੇ ਬਾਕੀ ਮੱਤਾਂ ਨੇ ਸਭ ਵਿਦਵਾਨਾਂ ਦੀ ਚਲਾਈ ਹੋਈਆਂ ਨੇ, ਸਾਰੀਆਂ ਮੱਤਾਂ ਉਹ ਵਿਦਿਆ ਦੇ ਲੈਵਲ ਤੱਕ ਦੀਆਂ ਮੱਤਾਂ ਨੇ, ਇਹ ਉਹਦੇ ਉੱਪਰ ਹੈ। ਵਿਦਿਆ ਸੰਸਾਰੀ ਬੁੱਧੀ ਦੀ ਮਾਂ, ਵਿਦਿਆ ਸੰਸਾਰੀ ਬੁੱਧੀ ਦੀ ਉਪਜ ਹੈ। ਇਹ ਵਿਦਿਆ ਹੈ ਨਹੀਂ, ਇਹ ਬ੍ਰਹਮ ਵਿਦਿਆ ਹੈ। ਇਹ ਜਿਹੜੀ ਵਿਵੇਕ ਬੁੱਧੀ ਦੀ ਉਪਜ ਹੈ, ਇਹ ਵਿਦਿਆ, ਇਹ ਸੱਚੀ ਟਕਸਾਲ ਦੇ ਸ਼ਬਦ ਨੇ। ਇਹ ਵਿਦਿਆ ਵੀ ਹੋਰ ਹੈ, ਜੇ ਅੱਖਰ ਨੇ ਵਿਦਿਆ ਹੈ, ਲਫ਼ਜ਼ ਨੇ ਭਾਸ਼ਾ ਹੈ, ਇਹਨੂੰ ਬ੍ਰਹਮ ਵਿਦਿਆ ਕਹਿੰਦੇ ਨੇ। ਜੋਤ ਨੂੰ ਆਧਾਰ ਰੱਖ ਕੇ ਘੜੀ ਹੈ, ਜੋਤ ਨੂੰ ਆਧਾਰ ਰੱਖ ਕੇ, ਜੋਤ ਦਾ ਦਰਸ਼ਨ, ਉਹ ਮੈਟਰ ਦੀ ਖੋਜ ਹੈ ਸਾਰੀ ਉਹਦੇ 'ਚ। ਇਹ ਦੋਏ ਅੱਡ ਅੱਡ ਨੇ। ਮੈਟਰ ਵਾਲੀ ਵਿਦਿਆ ਸਾਡੇ ਕੋਲ ਹੈ ਨਹੀਂ ਪੜ੍ਹਾਈ ਜਾਂਦੀ, ਇਹ ਹੋਰ ਹੈ ਜਿਹੜੀ ਪੜ੍ਹਾਈ ਜਾਂਦੀ ਹੈ, ਵਿਦਿਆ ਹੋਰ ਹੈ। ਇਹ ਦੋਹਾਂ ਦਾ ਜਿਹੜਾ ਫਰਕ ਹੈ ਇੱਥੇ ਗਲਜੀ ਹੋਈ ਹੈ ਗੱਲ। ਖੈਰ ਵਿਦਵਾਨਾਂ ਨੇ ਮੰਨ ਲਈ ਹੈ ਗੱਲ, ਯੂਨੀਵਰਸਿਟੀ ਵਾਲਿਆਂ ਨੇ ਮੰਨ ਲਈ ਵੀ ਇਹ ਭਾਸ਼ਾ ਹੋਰ ਹੈ। ਭਾਸ਼ਾ ਸਿੱਖ ਲਓ ਫਿਰ ਅਰਥਾ ਲਓ, ਉਹ ਭਾਸ਼ਾ ਸਿੱਖਣੀ ਪਊਗੀ। ਟੈਕਨੀਕਲ ਜਿਹੜੇ ਲਫ਼ਜ਼ ਨੇ ਅਲੱਗ, ਉਹ ਉਹਨਾਂ ਦੇ ਅਰਥ ਵੱਖਰੇ ਨੇ। ਇੱਥੇ ਉਹ ਹੀ ਅੜਚਣ ਪਾਉਂਦੇ ਨੇ, ਇਸ ਕਰਕੇ ਨਹੀਂ ਆ ਰਿਹਾ, ਫਿੱਟ ਨਹੀਂ ਆ ਰਿਹਾ ਸਭ ਕੁਛ। ਫਿੱਟ ਆ ਜਾਊਗਾ, ਗੁਰਬਾਣੀ ਤੋਂ ਪੜ੍ਹ ਲਓ, ਲਫ਼ਜ਼ਾਂ ਦੇ ਅਰਥ ਉਹ ਰੱਖੋਗੇ, ਸਾਰਾ ਠੀਕ ਆ ਜਾਊਗਾ।